ਆਪ ਸਭ ਜੀ ਦਾ ਸਵਾਗਤ ਹੈ। ਜ਼ਿੰਦਗੀ, ਕੁਦਰਤ ਅਤੇ ਸੰਗੀਤ ਦਾ ਰਿਸ਼ਤਾ ਮੁੱਢ ਕਦੀਮੀ ਹੈ। ਇਸੇ ਰਿਸ਼ਤੇ ਵਿੱਚੋਂ ਮਨੁੱਖ ਨੇ ਆਪਣੀ ਬੋਲੀ ਸਿੱਖੀ ਹੋਣੀ ਹੈ, ਚਾਹੇ ਕੋਈ ਵੀ ਬੋਲੀ ਹੋਵੇ ਉਹ। ਅਤੇ ਇਹ ਜਿਹੜਾ ਸੰਗੀਤ ਦਾ, ਸੁਰਾਂ ਦਾ ਅਤੇ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ, ਜਦੋਂ ਤੱਕ ਸਾਡੇ ਦੌਰ ਦੇ ਵਿੱਚ ਆਉਂਦਾ ਹੈ, ਇਸ ਦੌਰਾਨ ਬਹੁਤ ਸਾਰੀ ਜਿਹੜੀ ਪੇਚੀਦਗੀ ਹੈ ਉਹ ਲਗਾਤਾਰ ਆਪਣੇ ਆਪ ਨੂੰ ਫਰੋਲਦੀ ਰਹਿੰਦੀ ਹੈ ਸਾਡੇ ਸਾਹਮਣੇ। ਅਤੇ ਇਹ ਸਾਰੇ ਸਫ਼ਰ ਦੇ ਵਿੱਚ ਸੰਗੀਤ ਸਾਡਾ ਸਾਂਝੀ ਰਿਹਾ ਜਾਂ ਅਸੀਂ ਸੰਗੀਤ ਦੇ ਸਾਂਝੀ ਰਹੇ ਹਾਂ। ਜਦੋਂ ਅਸੀਂ ਮੌਜੂਦਾ ਦੌਰ ਦੇ ਵਿੱਚ ਪਹੁੰਚਦੇ ਹਾਂ ਅਤੇ ਸੰਗੀਤ ਮੌਜੂਦਾ ਦੌਰ ਦੇ ਸਵਾਲਾਂ ਨਾਲ, ਸਾਡੇ ਸੂਹਜ ਨਾਲ, ਸਵਾਦਾਂ ਨਾਲ ਵੀ ਜੁੜਿਆ ਹੋਇਆ। ਇਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਅੱਜ ਗੱਲ ਕਰਾਂਗੇ ਰੱਬੀ ਸ਼ੇਰਗਿੱਲ ਨਾਲ। ਸਾਡੀ ਜਿਹੜੀ ਗੱਲਬਾਤ ਦਾ ਹਵਾਲਾ ਹੋਏਗਾ ਪੰਜਾਬ, ਇਸ ਵੇਲੇ ਚੱਲ ਰਿਹਾ ਅੰਦੋਲਨ, ਅਤੇ ਜਿਹੜਾ ਸੰਗੀਤ ਹੈ, ਇਸ ਸੰਗੀਤ ਦਾ ਜਿਹੜਾ ਰੈਜ਼ਿਸਟੈਂਸ ਨਾਲ ਜਾਂ ਮਨੁੱਖ ਦੀ ਨਾਬਰੀ ਨਾਲ ਜਿਹੜਾ ਰਿਸ਼ਤਾ ਹੈ ਉਹ ਕਿਸ ਕਿਸਮ ਦਾ ਹੈ। ਰੱਬੀ ਜੀ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੌਕਾ ਦਿੱਤਾ। ਹਾਂਜੀ, ਮੈਂ ਬਿਲਕੁਲ ਹੀ ਪਹਿਲੇ ਸਵਾਲ ਨਾਲ ਹੀ ਸ਼ੁਰੂ ਕਰਦਾ ਕਿ ਜਦੋਂ ਤੁਸੀਂ ਸੰਗੀਤ ਨੂੰ ਦੇਖਦੇ ਹੋ, ਤੁਸੀਂ ਆਪਣੇ ਵਿਅਕਤੀਗਤ ਹਵਾਲੇ ਨਾਲ ਵੀ ਗੱਲ ਕਰ ਸਕਦੇ ਹੋ। ਉਹ ਇਹ ਹੈ ਕਿ ਜਿਹੜੇ ਸਾਡੇ ਸਮਾਜਿਕ ਸਰੋਕਾਰ ਨੇ ਜਾਂ ਜਿਹੜੇ ਸਮਕਾਲੀ ਸਰੋਕਾਰ ਨੇ, ਇਤਿਹਾਸਿਕ ਸਰੋਕਾਰ ਨੇ, ਉਹਨਾਂ ਨਾਲ ਸੰਗੀਤ ਦਾ ਕਿਸ ਕਿਸਮ ਦਾ ਰਿਸ਼ਤਾ ਬਣਦਾ? ਸੰਗੀਤ ਭਾਜੀ ਪਹਿਲਾਂ ਤਾਂ ਜਿਹੜਾ ਉਹ ਕਿਸੇ ਵੈਕਿਊਮ 'ਚ ਨਹੀਂ ਪੈਦਾ ਹੁੰਦਾ। ਸੰਗੀਤ ਕੋਈ ਸੰਸਾਰ ਇਨਹੈਰਿਟ ਕਰਦਾ, ਕੋਈ ਉਹਨੂੰ ਵਿਰਸੇ 'ਚ ਮਿਲਦਾ, ਕੋਈ ਕਦਰਾਂ ਕੀਮਤਾਂ ਉਹਨੂੰ ਵਿਰਸੇ 'ਚ ਮਿਲਦੀਆਂ, ਕੋਈ ਸੋਚ, ਕੋਈ ਤੰਦਾਂ ਜਿਹੜੀਆਂ ਉਹਨੂੰ ਵਿਰਸੇ 'ਚ ਮਿਲਦੀਆਂ। ਕੋਈ ਸੰਗੀਤਕਾਰ ਆਪਣੇ ਆਪ ਨੂੰ ਸਿੰਗੂਲਰ ਨਹੀਂ ਮੰਨ ਸਕਦਾ, ਕੋਈ ਆਪਣੇ ਆਪ ਨੂੰ ਅਦੁੱਤੀ ਨਹੀਂ ਮੰਨ ਸਕਦਾ। ਨਹੀਂ ਕਿ ਮੈਂ ਅੱਜ ਜੰਮਿਆ ਅਤੇ ਜਿਹੜਾ ਕੋਈ ਮੈਨੂੰ ਗੀਤ ਸੁੱਝ ਰਿਹਾ ਉਹਦੇ ਵਿੱਚ ਕੋਈ ਮੁੱਢ ਕਦੀਮੀ ਕੋਈ ਵਿਲੱਖਣਤਾ। ਸੋ ਮੈਂ ਜਿਹੜਾ ਸਮਾਜ ਇਨਹੈਰਿਟ ਕੀਤਾ, ਮੈਂ ਦਿੱਲੀ ਦਾ ਜੰਮਪਲ ਹਾਂ। ਪਰ ਮੈਂ ਦਿੱਲੀ ਦੀ ਇੱਕ ਬਹੁਤ ਜ਼ਰਖੇਜ਼ ਪੰਜਾਬੀਅਤ ਜਿਹੜੀ ਹੈ ਉਹ ਮੈਨੂੰ ਵਿਰਸੇ 'ਚ ਮਿਲੀ। ਦਿੱਲੀ ਨੇ ਇੱਕ ਬੜਾ ਮੇਰੇ ਹਿਸਾਬ ਸੇ ਬੜੇ ਉੱਚੇ ਮਿਆਰ ਦਾ ਇੱਕ ਕਵੀ ਪੰਜਾਬੀ ਸਾਹਿਤ ਨੂੰ ਦਿੱਤਾ, ਡਾਕਟਰ ਹਰਭਜਨ ਸਿੰਘ ਦੇ ਰੂਪ 'ਚ। ਹੋਰ ਤਮਾਮ ਸ਼ਖਸੀਅਤਾਂ ਹਨ, ਬੜੇ ਕਲਾਕਾਰ ਨੇ, ਉੱਘੇ ਕਲਾਕਾਰ ਨੇ, ਕ੍ਰਿਸ਼ਨਾ ਸੋਪਤੀ ਹੋਰੀ ਹਨ, ਮਨਜੀਤ ਬਾਵਾ, ਬੜੇ ਵਿਦਵਾਨ ਨੇ। ਅਤੇ ਮੇਰੇ ਮਾਤਾ ਜੀ ਜਿਹੜੇ ਸੀ ਉਹ ਆਪ ਇੱਕ ਕਵਿੱਤਰੀ ਸਨ, ਡਾਕਟਰ ਮਹਿੰਦਰ ਕੌਰ ਗਿੱਲ। ਮੇਰੀ ਭੈਣ ਜਿਹੜੀ ਗਗਨ ਗਿੱਲ, ਉਹ ਆਪ ਇੱਕ ਵੈਲ ਨੋਨ ਕਵੀ ਹੈ। ਸੋ ਮੇਰੇ ਤੋਂ 12 ਸਾਲ ਵੱਡੀ ਮੇਰੀ ਵੱਡੀ ਭੈਣ। ਔਰ ਘਰ ਦਾ ਜਿਹੜਾ ਮਾਹੌਲ ਸੀ ਉਸ ਦੇ ਵਿੱਚ ਮੈਨੂੰ ਇਹ ਇੱਕ ਕਿਸਮ ਦੀ ਆਰਟ ਪ੍ਰਸਤੀ ਵਿਰਸੇ 'ਚ ਮਿਲੀ। ਔਰ ਮੈਨੂੰ ਇਉਂ ਲੱਗਣ ਲੱਗ ਪਿਆ ਕਿ ਜਿਹੜਾ ਪੰਜਾਬ ਹੈ ਉਹ ਕੋਈ ਭੂਗੋਲ ਨਹੀਂ ਹੈ। ਮੈਨੂੰ ਹੌਲੀ ਹੌਲੀ ਮੈਨੂੰ ਕਿਸੇ ਨੇ ਦੱਸਿਆ ਜੀ, ਨਾ ਮੈਂ ਇਹਦੇ ਬਾਰੇ ਕੋਈ ਲੇਖ ਪੜ੍ਹਿਆ, ਪਰ ਮੈਨੂੰ ਇੱਕ ਗੱਲ ਸਮਝ ਆਉਣ ਲੱਗ ਪਈ ਕਿ ਪੰਜਾਬ ਜਿਹੜਾ ਉਹ ਭੂਗੋਲ ਤੋਂ ਮੁਕਤ ਹੈ। ਪੰਜਾਬ ਹੁਣ ਇੱਕ ਐਬਸਟਰੈਕਟ ਆਈਡੈਂਟੀਟੀ ਹੈ ਜਿਹਨੂੰ ਅਸੀਂ ਸਾਰੇ ਆਪਣੇ ਬੋਝੇ 'ਚ ਪਾ ਕੇ ਤੁਰਦੇ ਹਾਂ। ਔਰ ਜੇ ਪੂਰੇ ਪੰਜਾਬ ਨੂੰ ਹੀ ਸਮਝਣਾ ਹੋਵੇ, ਇਹਦੇ ਵਾਸਤੇ ਬੰਦਿਆਂ ਨੂੰ NRIs ਨੂੰ ਵੀ ਮਿਲਣਾ ਪਏਗਾ। ਬਰੈਂਪਟਨ 'ਚ ਪੁਰਾਣੇ 40ਵਿਆਂ 'ਚ ਆਏ ਜਿਹੜੇ ਪੁਰਾਣੇ ਪ੍ਰਵਾਸੀ ਆ, ਇਹਨਾਂ ਨੂੰ ਵੀ ਮਿਲਣਾ ਪਏਗਾ। ਲਹਿੰਦਾ ਪੰਜਾਬ ਵੀ ਫਿਰਨਾ ਪੈਣਾ, ਆਪਣਾ ਪੰਜਾਬ ਵੀ ਫਰੋਲਣਾ ਪੈਣਾ। ਸੋ ਮੈਂ ਇੱਕ ਕਿਸਮ ਦਾ ਹਰਿਆਣਾ ਹਿਮਾਚਲ ਵੀ ਅਸੀਂ ਹਿਮਾਚਲ ਬੈਠੇ ਹਾਂ ਇਸ ਵੇਲੇ, ਅਤੇ ਆਹ ਵੀ ਪੰਜਾਬ ਹੀ ਹੈ। ਦਰਅਸਲ ਜਦੋਂ ਤੁਸੀਂ ਜੇ ਪੰਜਾਬੀ ਜ਼ਬਾਨ ਨੂੰ ਜੇ ਤੁਸੀਂ ਥੋੜ੍ਹਾ ਕੋਲੋਂ ਦੀ ਦੇਖਣ ਦੀ ਜੇ ਤੁਹਾਡੀ ਛਮਤਾ ਹੈ ਵੇ, ਤਾਂ ਤੁਸੀਂ ਦੇਖੋਗੇ ਕਿ ਪੰਜਾਬੀਅਤ ਜਿਹੜੀ ਹੈ ਉਹ ਇਸ ਪੂਰੇ ਇਲਾਕੇ ਦੇ ਵਿੱਚ ਪਸਰੀ ਪਈ ਹੈ। ਕਿ ਪਟੌਦੀ ਤੱਕ ਤਾਂ ਰਾਜ ਸੀ ਸਿੰਘਾਂ ਦਾ। ਔਰ ਮੈਂ ਆਪਣੇ ਆਪ ਨੂੰ ਔਰ ਪੰਜਾਬੀ ਔਰ ਕਿਸੇ ਵੀ ਆਰਟ ਨੂੰ ਜ਼ਰੂਰੀ ਸਮਝਦਾ ਕਿ ਉਹਦਾ ਰਹਿਤਲ ਦੇ ਨਾਲ, ਉਹਦਾ ਕੱਖਾਂ ਦੇ ਨਾਲ, ਉਹਦਾ ਜ਼ਮੀਨ ਦੇ ਨਾਲ ਕੋਈ ਰਿਸ਼ਤਾ ਹੋਣਾ ਬਹੁਤ ਲਾਜ਼ਮੀ ਹੈ। ਨਹੀਂ ਤਾਂ ਕੁਝ ਬਦਲ ਨਹੀਂ ਸਕਦੀ ਆਰਟ। ਔਰ ਆਰਟ ਜੇ ਕੁਝ ਬਦਲਣਾ ਨਾ ਚਾਹੇ ਤਾਂ ਉਹ ਆਰਟ ਨਹੀਂ ਹੈ। ਸੋ
ਆਰਟ ਬੜੀ ਉਹਦੀਆਂ ਅਸੀਂ ਉਹਦਾ ਬੜੀ ਤਰ੍ਹਾਂ ਦੀ ਵਿਆਖਿਆ ਕਰ ਸਕਦੇ ਹਾਂ। ਮੋਰਲ ਕੰਪਸ ਵੀ ਹੈ ਵੇ, ਉਹ ਸਾਡੇ ਸਮੇਂ ਦਾ ਥਰਮੋਮੀਟਰ ਵੀ ਹੈ ਵੇ, ਉਹ ਬਹੁਤ ਸਾਰੀਆਂ ਚੀਜ਼ਾਂ। ਪਰ ਮੈਨੂੰ ਇਉਂ ਲੱਗਦਾ ਕਿ ਪੰਜਾਬੀ ਮਿਊਜ਼ਿਕ ਦਾ ਆਪਣੇ ਧਰਾਤਲ ਦੇ ਨਾਲ ਇੱਕ ਰਿਸ਼ਤਾ ਹੋਣਾ ਲਾਜ਼ਮੀ ਹੈ, ਔਰ ਉਹ ਰਿਸ਼ਤਾ ਮੈਂ ਆਮ ਪੌਪ ਮਿਊਜ਼ਿਕ ਦੇ ਵਿੱਚ ਨਹੀਂ ਵੇਖਦਾ। ਜੀ, ਮੈਂ ਤੁਹਾਡੀ ਗੱਲ ਨੂੰ, ਜਿਹੜੀ ਤੁਸੀਂ ਕਾਫੀ ਪੇਚੀਦਾ ਗੱਲ ਕਹੀ ਹੈ, ਥੋੜ੍ਹੀ ਜਿਹੀ ਹੋਰ ਪੇਚੀਦਾ ਕਰਦਾ। ਇੱਕ ਪੱਖੋਂ ਇਹ ਕਿ ਤੁਸੀਂ ਕਿਹਾ ਕਿ ਵੀ ਜਦੋਂ ਤੁਸੀਂ ਸੰਗੀਤ ਜਾਂ ਕਿਸੇ ਵੀ ਕਿਸਮ ਦੀ ਕਲਾ ਦੇ ਨਾਲ ਜੁੜਦੇ ਹੋ ਤਾਂ ਤੁਹਾਡਾ ਰਹਿਤਲ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਦੂਜੀ ਗੱਲ ਤੁਸੀਂ ਇਹ ਕਹੀ ਹੈ ਕਿ ਜਿਹੜਾ ਪੰਜਾਬ ਹੈ ਉਹ ਭੂਗੋਲ ਨਹੀਂ ਹੈ। ਇਹਦਾ ਮਤਲਬ ਜਿਹੜੀ ਰਹਿਤਲ ਹੈ ਉਹ ਭੂਗੋਲ ਤੋਂ ਵੱਡੀ ਚੀਜ਼ ਹੈ। ਇੱਕ ਤਾਂ ਮੈਂ ਇਸ ਪੇਚੀਦਗੀ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਸੀ। ਦੂਜੀ ਗੱਲ ਇਹ ਹੈ ਕਿ ਤੁਸੀਂ ਕਿਹਾ ਕਿ ਪੰਜਾਬ ਭੂਗੋਲ ਨਹੀਂ ਹੈ। ਜਿਹੜਾ ਪੰਜਾਬ ਦੇ ਨਾਲ ਵਸਿਆ ਹੋਇਆ ਜੁੜਿਆ ਹੋਇਆ ਬੰਦਾ ਹੈ, ਉਹ ਇੱਕ ਬੋਲੀ ਪੱਖੋਂ ਪੰਜਾਬੀ ਬਣ ਜਾਂਦਾ ਹੈ, ਇੱਕ ਖਿੱਤੇ ਪੱਖੋਂ ਪੰਜਾਬੀ ਬਣ ਜਾਂਦਾ ਹੈ, ਦੂਜਾ ਪੰਜਾਬ ਦੇ ਵਿੱਚ ਦਿਲਚਸਪੀ ਹੋਣ ਦੇ ਨਾਤੇ ਵੀ ਪੰਜਾਬੀ ਬਣ ਜਾਂਦਾ ਹੈ। ਅਤੇ ਇਸ ਨਾਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਵੀ ਜਿਹੜਾ ਪੰਜਾਬ ਹੈ ਉਹ ਸਿਰਫ ਪੰਜਾਬੀ ਵੀ ਨਹੀਂ ਹੈ, ਬੋਲੀ ਪੱਖੋਂ ਵੀ। ਸੇ ਇਸ ਪੇਚੀਦਗੀ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਪੰਜਾਬੀ ਬੰਦੇ ਦੀ ਰਹਿਤਲ ਜਿਹੜੀ ਹੈਗੀ, ਜਿਹਦੀ ਤੁਸੀਂ ਗੱਲ ਕਰਦੇ ਹੋ, ਉਹਦੀ ਜ਼ਰਾ ਇੱਕ ਛੋਟੀ ਜਿਹੀ ਤਫਸੀਲ ਦਿਓ ਭਾਈ। ਇਹਦੇ ਵਾਸਤੇ ਮੈਂ ਹਵਾਲਾ ਦੇਣਾ ਚਾਹਾਂਗਾ ਹਾਈਡੈਗਰ ਦਾ। ਹਾਈਡੈਗਰ ਕਈ ਗੱਲਾਂ ਬੜੀਆਂ ਕਮਾਲ ਦੀਆਂ ਕਰਦਾ, ਅਤੇ ਉਹ ਇੱਕ ਗੱਲ ਕਹਿੰਦਾ ਕਿ ਵੀ ਤੁਸੀਂ ਜਿਹੜੇ ਯੂ ਆਰ ਥਰੋਨ ਇਨ ਟੂ ਦਾ ਵਰਲਡ, ਇੱਕ ਤੁਹਾਡੇ ਮੇਰੇ ਹੋਂਦ ਦੀ ਇੱਕ ਇਹਦਾ ਪੱਖ ਹੈ ਜਿਹੜਾ ਕਿ ਤੁਹਾਡੇ ਮੇਰੇ ਹੱਥ ਵਿੱਚ ਨਹੀਂ ਹੈ। ਤੁਸੀਂ ਮੈਂ ਕਿੱਥੇ ਜੰਮਦੇ ਹਾਂ, ਇਹ ਤੁਹਾਡੇ ਮੇਰੇ ਹਿੱਸੇ ਨਹੀਂ ਹੈ, ਤੁਹਾਡਾ ਮੇਰਾ ਇਹਦੇ 'ਚ ਕੋਈ ਰੋਲ ਨਹੀਂ ਹੈ। ਔਰ ਜਿਹੜੀ ਇੱਕ ਥਰੋਨੈਸ ਦੀ ਕੁਆਲਿਟੀ, ਜਿਹੜੀ ਗ੍ਰਿਡ, ਜਿਹੜੀ ਮੈਟ੍ਰਿਕਸ, ਜਿਹੜਾ ਧਰਾਤਲ ਰਹਿਤਲ ਅਸੀਂ ਤੁਸੀਂ ਸਾਨੂੰ ਵਿਰਸੇ 'ਚ ਮਿਲਦਾ ਹੈ, ਉਹ ਪਹਿਲਾਂ ਹੈ, ਉਹ ਇਹ ਪ੍ਰਿਓਰੀ ਹੈ, ਔਰ ਉਹ ਅਦਿਸ ਹੈ, ਉਹ ਸਾਡੀ ਨਜ਼ਰਾਂ ਤੋਂ ਗਾਇਬ ਹੈ, ਉਹ ਓਲੇ ਹੈ। ਔਰ ਮੇਰੇ ਖਿਆਲ ਨਾਲ ਸਾਰੀ ਆਰਟ ਜਿਹੜੀ ਹੈ ਉਹ ਇਸ ਅਦਿਸ ਮੈਟ੍ਰਿਕਸ ਨੂੰ ਸਮਝਣ ਦੀ, ਐਕਸਪ੍ਰੈਸ ਕਰਨ ਦੀ ਜਦੋਜਹਿਦ ਹੈ। ਸੋ ਅਸੀਂ ਜਿਹੜਾ ਪੰਜਾਬ ਇਨਹੈਰਿਟ ਕੀਤਾ, ਉਹ ਬੜਾ ਜੇ ਇਤਿਹਾਸਕ ਪੱਖੋਂ ਆਖੀਏ ਤਾਂ ਉਹ ਬੜਾ ਇੱਕ ਵੱਡਿਆ ਟੁੱਕਿਆ ਪੰਜਾਬ ਆ। ਔਰ ਉਸ ਨੂੰ ਅਕਾਦਮਿਕ ਤੌਰ 'ਤੇ ਜੋੜਨ ਦੀ ਇੱਕ ਅਸੀਂ ਕੋਸ਼ਿਸ਼ ਵੇਖਦੇ ਹਾਂ, ਯੂਨੀਵਰਸਿਟੀਆਂ ਰਾਹੀਂ ਜਾਂ ਹੋਰ ਕਿਸੇ ਰਾਹੀਂ। ਪਰ ਜੇ ਮੈਂ ਆਪਣੇ ਨਿੱਜੀ ਤਜਰਬੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਤਾਂ ਕਈ ਵਾਰ ਪੰਜਾਬ ਹੈ ਹੀ ਨਹੀਂ। ਮੈਂ ਹਵਾਲਾ ਦੇਵਾਂਗਾ ਤੁਹਾਨੂੰ ਆਪਣੀ ਦਾਦੀ ਦਾ। ਮੇਰੀ ਦਾਦੀ ਦਾ ਮੰਨਣਾ ਸੀ ਕਿ ਜਨਾਨੀ ਨੂੰ ਆਪਣੀ ਦਲੀਜ਼ ਨਹੀਂ ਟੱਪਣੀ ਚਾਹੀਦੀ, ਔਰ ਜਦੋਂ ਰੋਟੀ ਬੇਟੀ ਦੀ ਸਾਂਝ ਕਰਨੀ ਹੋਵੇ ਤਾਂ ਦਰਿਆ ਨਹੀਂ ਟੱਪਣਾ ਚਾਹੀਦਾ। ਉਹਦੇ ਵਾਸਤੇ ਉਹਦੀ ਜਿਹੜੀ ਹੱਦ ਸੀ, ਉਸ ਦੇ ਸੱਭਿਆਚਾਰ ਦੀ, ਉਹਦੀ ਸੋਚ ਦੀ, ਉਹਦੇ ਖਿੱਤੇ ਦੀ, ਉਹ ਹੱਦ ਉਹ ਦੋ ਦਰਿਆਵਾਂ ਸਨ। ਮਾਝਾ ਸੀ, ਆਪਣਾ ਇੱਕ ਬਿਆਸ ਸੀ, ਇੱਕ ਰਾਵੀ ਸੀ, ਅਤੇ ਉਹਦੇ ਵਿਚਕਾਰ ਉਹ ਉਸ ਖਿੱਤੇ ਨੂੰ ਆਪਣਾ ਸਮਝਦੀ ਸੀ, ਉਹ ਉਸ ਦੇ ਵਾਸਤੇ ਪੰਜਾਬ ਸੀ। ਮੇਰੀਆਂ ਭੂਆ ਜਿਹੜੀਆਂ ਨੇ ਦੋ, ਇੱਕ ਦੁਆਬੇ ਵਿਆਹੀ ਸੀ ਅਤੇ ਇੱਕ ਛੋਟੀ ਸੰਗਰੂਰ ਵਿਆਹੀ ਸੀ। ਔਰ ਸਾਡੇ ਪਰਿਵਾਰ ਦੇ ਵਿੱਚ ਜਦੋਂ ਪੂਰਾ ਪਰਿਵਾਰ, ਕੋਈ ਵੱਡਾ ਫੰਕਸ਼ਨ ਹੁੰਦਾ, ਸਾਰੇ ਇਕੱਠੇ ਹੁੰਦੇ ਸੀ, ਅਤੇ ਮੈਂ ਇਹਨਾਂ ਵਿਚਾਰਿਆਂ ਇਹਨਾਂ ਦੀ ਦੁਰਗਤੀ ਹੁੰਦਿਆਂ ਵੇਖਦਾ ਸੀ। ਅਸੀਂ ਮਜੈਲ ਜਿਹੜੇ ਹਾਂ, ਅਸੀਂ ਬੜੇ ਟਿਚਰਾਂ ਕਰਨ ਵਾਲੇ ਬੰਦੇ ਹਾਂ। ਸਾਨੂੰ ਕੋਈ ਗੱਲ ਲੱਭ ਜਾਵੇ ਸਹੀ, ਅਸੀਂ ਫਿਰ ਕਰੋੜ ਕੇ ਉਹਦਾ ਬੜਾ ਮਜ਼ਾ ਲੈਂਦੇ ਹਾਂ, ਚਸਕੇ ਲੈਂਦੇ ਹਾਂ। ਸੋ ਉਸ ਦੇ ਵਿੱਚ ਦੁਆਬੀਆ ਜਿਹੜਾ ਉਹ ਦਬੜੂ ਘੁਸੜੂ ਹੈ, ਅਤੇ ਜਿਹੜਾ ਮਲਵਈ ਹੈ ਉਹ ਫੁੰਡੀ ਹੈ, ਬਰੇਤੇ ਦਾ ਵਾਰਸ ਹੈ। ਉਹਨਾਂ ਦੇ ਕੋਲ ਕੁਝ ਹੁੰਦਾ ਨਹੀਂ, ਜਾਂ ਆਪਣਾ ਬੋਤਾ ਚਲਾ ਤੂੰ, ਘਾਗਰੇ ਪਾਓ ਤੁਸੀਂ ਆਪਣੇ, ਇਹੋ ਜਿਹੀਆਂ ਗੱਲਾਂ। ਸੋ ਪੰਜਾਬ ਜਿਹੜਾ ਹੈ ਉਹ, ਜੇ ਅਸੀਂ ਇੱਕ ਅਨਕੌਂਸ਼ੀਅਸ ਪੰਜਾਬੀਅਤ ਦੇ ਵੱਲ ਵਧੀਏ, ਜਾਂ ਅਸੀਂ ਉਹਨਾਂ ਲੋਕਾਂ ਦੀ ਸੋਚ ਨੂੰ ਵੇਖੀਏ, ਤਾਂ ਉਸ ਦੇ ਵਿੱਚ ਉਹਦਾ ਤਸੱਵਰ ਉਹ ਨਹੀਂ ਹੈ ਜਿਹੜਾ ਅੱਜ ਤੁਹਾਡਾ ਮੇਰਾ
ਯੂਨੀਵਰਸਿਟੀ ਦਾ ਘੜਿਆ ਜਾਂ ਕਿਤਾਬਾਂ ਦਾ ਘੜਿਆ। ਉਹਨਾਂ ਦੀ ਪੰਜਾਬੀਅਤ ਦਾ ਤਸੱਵਰ ਔਰ ਅੱਜ ਪੰਜਾਬੀ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਤੁਹਾਡੇ ਮੇਰੇ ਵਰਗੇ ਗ੍ਰੈਜੂਏਟਸ ਦਾ ਪੰਜਾਬੀਅਤ ਦਾ ਤਸੱਵਰ ਬੜਾ ਫਰਕ ਹੈ। ਉਹਨਾਂ ਦਾ ਤਸੱਵਰ ਮੈਨੂੰ ਇਉਂ ਲੱਗਦਾ ਜਿਵੇਂ ਵਰਟੀਕਲ ਹੈ ਔਰ ਸਾਡਾ ਹੌਰੀਜ਼ੋਂਟਲ ਹੈ। ਉਹਨਾਂ ਦਾ ਜ਼ਮੀਨ ਦੇ ਵਿੱਚ ਜੁੜਿਆ ਔਰ ਫਿਰ ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਇੱਕ ਦੂਜੇ ਦੇ ਨਾਲ ਜੁੜੀਆਂ ਨੇ ਉਹ ਧਰਤ ਦੇ ਥੱਲੇ ਜੁੜੀਆਂ ਨੇ। ਅਸੀਂ ਇਸ ਨੂੰ ਹੁਣ ਬਹੁਤ ਇੱਕ ਸਰਸਰੀ ਤੌਰ ਦੇ ਉੱਤੇ ਅਸੀਂ ਆਪਸ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਬੜਾ ਇੱਕ ਕੌਨਸ਼ੀਅਸ ਤਰੀਕੇ ਦੇ ਨਾਲ। ਉਹਨਾਂ ਦੀ ਅਗਰ ਜੇ ਇੱਕ ਖਿੱਤੇ ਦਾ ਦੂਜੇ ਖਿੱਤੇ ਦੇ ਨਾਲ ਜੋ ਕੋਈ ਜੋੜ ਹੈ ਵੇ ਤੇ ਉਹ ਸਬ ਟਰੇਨੀਅਨ ਹੈ, ਸਾਡਾ ਓਵਰ ਦ ਟਰੇਨ ਹੈ। ਅਤੇ ਇੱਕ ਬਹੁਤ ਵੱਡਾ ਫਰਕ ਹੈ ਔਰ ਉਹ ਫਰਕ ਇਹ ਵੇ ਕਿ ਉਹਨਾਂ ਦਾ ਤਸੱਵਰ ਭਾਵੇਂ ਵੇਖਣ ਨੂੰ ਉਹਦੇ 'ਚ ਬਹੁਤਾ ਪਸਾਰਾ ਨਾ ਹੋਵੇ, ਬਹੁਤੀ ਇਮੈਜੀਨੇਸ਼ਨ ਨਾ ਹੋਵੇ, ਪਰ ਉਹ ਡੀਪ ਬੜਾ ਹੈ। ਉਹ ਡੀਪ ਸਭ ਤੋਂ ਪਹਿਲਾਂ ਹੈ ਆਪਣੀ ਜ਼ਬਾਨ ਦੇ ਵਿੱਚ। ਉਹਨਾਂ ਦੀ ਜ਼ਬਾਨ ਦੇ ਵਿੱਚ ਜਿਵੇਂ ਮੈਂ ਆਪਣੀ ਦਾਦੀ ਨੂੰ ਮੈਂ ਆਪਣੀ ਗਰੋਇੰਗ ਅਪ ਈਅਰਸ ਮੈਂ ਆਪਣੀ ਦਾਦੀ ਦੇ ਨਾਲ ਹੀ ਮੈਂ ਰਿਹਾ, ਇੱਕ ਕਮਰੇ 'ਚ ਰਿਹਾ। ਮੈਂ ਸਾਰੀ ਪੰਜਾਬੀ ਆਪਣੀ ਭਾਬੋ ਕੋਲੋਂ ਸਿੱਖੀ ਆ, ਦਾਰ ਕੋਲੋਂ ਵੀ ਸਿੱਖੀ ਆ। ਮੇਰੇ ਮੰਮੀ ਜਿਹੜੇ ਨੇ ਉਹ ਇੱਕ ਮੁਲਤਾਨੀ ਪਰਿਵਾਰ ਤੋਂ ਉਹਨਾਂ ਦਾ ਰਾਬਤਾ, ਜਿਹੜਾ ਕਿ ਮੁਲਤਾਨ ਤੋਂ ਹਿਜਰਤ ਕਰਕੇ ਇੱਥੇ ਆਇਆ। ਮੇਰੀ ਮਾਂ ਨੇ ਸਾਰੀ ਉਮਰ ਕਦੇ ਮੁਲਤਾਨੀ ਨਹੀਂ ਬੋਲੀ ਔਰ ਮੇਰੀ ਮਾਂ ਦੀ ਜਿਹੜੀ ਪੰਜਾਬੀ ਸੀ ਬੜੀ ਚੰਗੀ ਸੀ, ਕਵੀ ਹੈ, ਪਰ ਉਸ ਦੇ ਵਿੱਚ ਇੱਕ ਬਹੁਤ ਪੋਲਿਸ਼ ਦਿਸਦੀ ਹੈ, ਇੱਕ ਬੜਾ ਉਸ ਦੇ ਵਿੱਚ ਲਿਸ਼ਕ ਹੈ, ਇੱਕ ਅਕਾਦਮਿਕ ਟਕਸਾਲੀ ਕਿਸਮ ਮਾਂਜੀ ਹੋਈ ਹੈ। ਹਾਂ, ਅਤੇ ਮੇਰੇ ਜਿਹੜੇ ਪਿਓ ਦੀ ਜਿਹੜੀ ਜ਼ਬਾਨ ਹੈ, ਜਿਹੜੀ ਮੇਰੀ ਭਾਬੋ ਦੀ ਜ਼ਬਾਨ ਹੈ, ਉਹ ਕੋਈ ਉਹਦੇ ਵਿੱਚ ਕੋਈ ਅਜ਼ਲਾਂ ਦਾ ਧੁੰਦੂਕਾਰਾ ਹੈ, ਖਾਸ ਕਰਕੇ ਮੇਰੀ ਦਾਦੀ ਦੀ ਜ਼ੁਬਾਨ ਦੇ ਵਿੱਚ ਨਿਰੀ ਅਨਪੜ੍ਹ ਜੱਟੀ ਔਰ ਸਾਰੀ ਉਮਰ ਜਿਹੜੀ ਅਣਖ ਦੇ ਨਾਲ ਉਸਨੇ ਜ਼ਿੰਦਗੀ ਜੀਵੀ, ਇਕੱਲੀ ਸੀ। ਮੇਰਾ ਦਾਦਾ ਸੀ, ਉਹ ਮੇਰੇ ਜੰਮਣ ਤੋਂ ਹੀ ਕੋਈ ਕਹਿੰਦੇ ਆ ਕੋਈ 15 ਕੁ ਵਰੇ ਪਹਿਲਾਂ ਚਲਾਣਾ ਕਰ ਗਏ ਸੀ। ਅਤੇ ਮੇਰੀ ਦਾਦੀ ਨੇ ਸਾਰੀ ਉਮਰ ਇੱਕ ਬੜੀ ਸ਼ਾਇਸਤਗੀ ਦੇ ਨਾਲ ਪਿੰਡ ਦੇ ਵਿੱਚ ਆਪਣੀ ਜ਼ਿੰਦਗੀ ਜੀਵੀ। ਮੇਰੇ ਕੋਲ ਉਸ ਦੀ ਜਿਹੜੀ ਮਿਸਾਲ ਹੈ ਉਹ ਮੇਰੇ ਮਨ ਮਸਤਿਸ਼ਕ ਦੇ ਵਿੱਚ ਉਸ ਦਾ ਬੜਾ ਇੱਕ ਡੂੰਘੀ ਛਾਪ ਹੈ। ਮੈਂ ਉਸ ਦੀ ਜ਼ਬਾਨ ਦੀ ਜੇ ਮੈਂ ਉਹਦੀ ਤੁਲਨਾ ਕਰਾਂ ਹੋਰ ਜਿਹੜੇ ਮੈਂ ਲੋਕਾਂ ਦੀ ਜ਼ਬਾਨਾਂ ਸੁਣਦਾ, ਤਾਂ ਉਹ ਇੱਕ ਕੋਈ ਅਸੀਂ ਕਹਿ ਲਈਏ ਕੋਈ 1000 ਵਰ੍ਹਾ ਪੁਰਾਣਾ ਬੋੜ ਦਾ ਦਰਖਤ ਸੀ। ਅਤੇ ਹੁਣ ਜਿਹੜੇ ਸਾਡੇ ਕੋਲ ਹੈ ਵੇ, ਸਾਡੇ ਕੋਲ ਬਹੁਤ ਪਸਰੀ ਜੀ ਵੇਲ ਹੈ ਵੇ। ਅਤੇ ਉਹੀਓ ਗੱਲ ਮੈਂ ਪੰਜਾਬੀਅਤ ਦੇ ਤਸੱਵਰ ਦੀ ਆਖਾਂਗਾ। ਪੰਜਾਬੀਅਤ ਦਾ ਤਸੱਵਰ ਸਾਡਾ ਫੈਲ ਤਾਂ ਬੜਾ ਗਿਆ, ਘਾਹ ਵਾਂਗੂ ਕਹਿ ਲਈਏ, ਵੇਲ ਵਾਂਗੂ ਕਹਿ ਲਈਏ, ਪਰ ਉਸ ਦੇ ਵਿੱਚ ਕਿਤੇ ਨਾ ਕਿਤੇ ਉਹ ਉਸ ਤਰ੍ਹਾਂ ਪਸਰਨ ਦੇ ਵਿੱਚ ਕਿਤੇ ਨਾ ਕਿਤੇ ਉਹਦੀਆਂ ਜਿਹੜੀਆਂ ਜੜ੍ਹਾਂ ਉਹ ਜਿਹੜੀਆਂ ਡੂੰਘਾਈ ਤੱਕ ਪਹਿਲਾਂ ਸੀਗੀਆਂ ਉਹ ਹੁਣ ਨਹੀਂ ਹਨ। ਔਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਨੂੰ ਸਮਝਣ ਦਾ ਯਤਨ ਵੀ ਕੀਤਾ ਹੈ। ਔਰ ਜਿਹੜੇ ਬੰਦੇ ਇਹਦੇ ਵੱਲ ਇਸ਼ਾਰਾ ਕਰਦੇ ਸੀ ਉਹਨਾਂ ਨੂੰ ਅਸੀਂ ਕੋਈ ਐਸੀ ਤਵੱਜੋ ਦਿੱਤੀ ਹੋਵੇ, ਕਿਉਂਕਿ ਇਤਿਹਾਸ ਦਾ ਕੰਮ ਹੈ, ਇੱਕ ਸੱਭਿਆਚਾਰ ਦਾ ਕੰਮ ਹੈ। ਜਿਹੜੇ ਉਹਦੇ ਇਸ ਤਰ੍ਹਾਂ ਦੇ ਜਿਹੜੇ ਨਗੀਨੇ ਨੇ, ਇਸ ਤਰ੍ਹਾਂ ਦੇ ਜਿਹੜੇ ਸੋਚ ਰੱਖਣ ਵਾਲੇ ਲੋਕ ਆ, ਕਿਉਂਕਿ ਅਖੀਰਲਾ ਜਿਹੜਾ ਇੱਕ ਵੱਡਾ ਇਹੋ ਜਿਹਾ ਮੈਂ ਵਿਸ਼ਾਲ ਕੋਈ ਕਵੀ ਵੇਖਦਾ ਅਤੇ ਉਹ ਮੈਨੂੰ ਸ਼ਿਵ ਦਿਸਦਾ। ਸ਼ਿਵ ਤੋਂ ਬਾਅਦ ਜ਼ਬਾਨ ਜਿਹੜੀ ਹੈ ਉਹ ਥੋੜ੍ਹੀ ਡਾਇਲੂਟ ਹੋਈ ਹੈ, ਥੋੜ੍ਹੀ ਜਿਹੀ ਲੱਸੀ ਹੋਈ ਹੈ, ਔਰ ਉਹ ਕਵਿਤਾ ਦੀ ਵੀ ਹੋਈ ਹੈ, ਉਹ ਸਾਹਿਤ ਦੀ ਵੀ ਹੋਈ ਹੈ। ਹੁਣ ਮਾਮਲਾ ਇਹੋ ਜਿਹਾ ਕਿ ਉਹ ਜ਼ਬਾਨ ਜਿਹੜੀ ਹੈ ਉਹ ਹੁਣ ਨਿਰੀਪੁਰੀ ਆਪਾਂ ਇੱਕ ਹਿੰਦੀ ਦੀ ਛੋਟੀ ਭੈਣ ਬਣਾ ਦਿੱਤੀ ਹੈ। ਜਿਵੇਂ ਮੈਂ ਅਖਬਾਰਾਂ ਵੇਖਦਾ, ਜਿਵੇਂ ਮੈਂ ਸਾਹਿਤ ਪੜ੍ਹਦਾ, ਇਸ ਦੇ ਵਿੱਚ ਇਹਦੇ ਵਿੱਚ ਮੈਂ ਆਪਣੀ ਭਾਬੋ ਦੀ ਛੱਬ ਨਹੀਂ ਵੇਖਦਾ ਜੀ। ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਨੇ ਉਹ ਕਾਫੀ ਉਕਸਾਉਣ ਵਾਲੀਆਂ ਨੇ,
ਕੀ ਕਹਿੰਦੇ ਨੇ ਮਝੈਲੀ ਦੇ ਤੌਰ ਦੇ ਉੱਤੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਜਾਂ ਹੋਰ ਜਿਹੜੀਆਂ ਗੱਲਾਂ ਕੀਤੀਆਂ ਨੇ, ਪਰ ਮੈਂ ਉਹ ਸਾਰੇ ਅਕਸਾਵੇ ਦੇ ਲਾਲਚ ਨੂੰ ਛੱਡ ਕੇ ਜਿਹੜੀ ਗੱਲ ਦੇ ਉੱਤੇ ਆਵਾਂਗਾ ਕਿ ਤੁਸੀਂ ਕਿਹਾ ਕਿ ਦੋ ਕਿਸਮ ਦਾ ਜਿਹੜਾ ਬੰਦੇ ਦਾ ਉਹ ਬਣਦਾ ਰਾਬਤਾ ਆਪਣੀ ਕਲਾ ਦੇ ਨਾਲ ਤੇ ਆਪਣੇ ਸੰਗੀਤ ਦੇ ਨਾਲ। ਇੱਕ ਜਿਹੜਾ ਹੈਗਾ ਤੁਹਾਡੇ ਪਿਛੋਕੜ ਜੋ ਤੁਸੀਂ ਸਿੱਖ ਰਹੇ ਹੋ, ਜਿਵੇਂ ਤੁਸੀਂ ਆਪਣੀ ਭਾਬੋ ਦੀ ਗੱਲ ਕਰਦੇ ਹੋ। ਦੂਜਾ ਜਿਹੜਾ ਇਹ ਗੱਲ ਹੈ ਕਿ ਜਿਸ ਦੌਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੁਸੀਂ ਇਹ ਕਿਹਾ ਕਿ ਜਿਹੜਾ ਪੰਜਾਬੀ ਦਾ ਪਸਾਰਾ ਹੈਗਾ ਉਹਨੂੰ ਤੁਸੀਂ ਜੜ੍ਹਾਂ ਦੇ ਨਾਲ ਦੇਖਦੇ ਹੋ, ਦੂਜਾ ਘਾਹ ਨਾਲ ਜੋੜ ਕੇ ਦੇਖਦੇ ਹੋ ਨਾ। ਇੱਕ ਹੋਰ ਵੀ ਹੁੰਦਾ ਕਿ ਜੇ ਤੁਸੀਂ ਉਹਨੂੰ ਹਵਾ ਨਾਲ ਜੋੜ ਕੇ ਦੇਖੋ ਤਾਂ ਉਹ ਥੋੜ੍ਹਾ ਜਿਹਾ ਭੰਗੋਲ ਤੋਂ ਜਲਦੀ ਮੁਕਤ ਹੋ ਜਾਂਦਾ ਨਾ। ਮੈਂ ਤੁਹਾਡੀ ਇਸ ਬਹਿਸ 'ਚ ਨਹੀਂ ਪਵਾਂਗਾ ਕਿ ਹਵਾ ਕਿਉਂ ਮਾਇਨੇ ਰੱਖਦੀ ਹੈ ਨਾ। ਨਹੀਂ ਰੱਖਦੀ ਹਾਂਜੀ। ਬਿਲਕੁਲ। ਸੋ ਪਰ ਮੈਂ ਸਵਾਲ ਤੁਹਾਨੂੰ ਇਹ ਪੁੱਛਾਂਗਾ ਕਿ ਇਹ ਦੋ ਜਿਹੜੀਆਂ ਤੁਹਾਡੀ ਸਿਖਲਾਈ ਜਿਹੜੀ ਹੁੰਦੀ ਹੈ 24 ਘੰਟੇ ਹੁੰਦੀ ਆ, ਆਪਣੇ ਪਿਛੋਕੜ ਨਾਲ ਜੁੜ ਕੇ ਕਿੱਥੋਂ ਤੁਸੀਂ ਆਏ ਹੋ ਤੇ ਜਿਸ ਦੌਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਇਹ ਦੋ ਚੀਜ਼ਾਂ ਮੰਜੂ ਨਾਥ ਦੇ ਨਾਲ ਜਿਹੜਾ ਤੁਹਾਡਾ ਭਾਬੋ ਦਾ ਜਿਹੜਾ ਰਿਸ਼ਤਾ ਬਣਦਾ ਹੈ ਉਹ ਕਿਵੇਂ ਬਣਦਾ ਹੈ? ਭਾਜੀ ਮੰਜੂ ਨਾਥ ਜਿਹੜਾ ਉਹ ਇੱਕ ਹੱਕ ਸੱਚ ਦੀ ਗੱਲ ਕਰ ਰਿਹਾ, ਔਰ ਅਸੀਂ ਜਿਹੜੇ ਪੰਜਾਬੀ ਹਾਂ, ਅਸੀਂ ਸਾਨੂੰ ਇਸ ਦਾ ਜਿਹੜਾ ਆਕਰਸ਼ਣ ਹੈ ਉਹ ਬੜਾ ਟੁੰਬਦਾ ਹੈ ਸਾਨੂੰ। ਮਤਲਬ ਪੈਂਦੀ ਸੱਟੇ ਸਾਨੂੰ ਕੋਈ ਵੀ ਹੱਕ ਸੱਚ ਵਾਲਾ ਬੰਦਾ, ਭਾਵੇਂ ਕਿਸੇ ਸੂਬੇ 'ਚ ਹੋਵੇ, ਭਾਵੇਂ ਸਾਥੋਂ ਕਿੰਨੀ ਦੂਰ ਹੋਵੇ, ਸਾਡੇ ਮਨਾਂ ਦੇ ਵਿੱਚ ਉਹਦੇ ਪ੍ਰਤੀ ਇੱਕ ਖਿੱਚ ਸਹਿਜ ਉਗ ਪੈਂਦੀ ਹੈ। ਤੁਸੀਂ ਦੇਖ ਲਓ ਭਗਤ ਸਿੰਘ ਜਿਹੜਾ, ਉਹ ਵੀ ਆਪਣੇ ਆਸ-ਪਾਸ ਕੋਈ ਆਇਆ ਨਹੀਂ ਕਿ ਉਹਨੇ ਕੋਈ ਫਿਲਟਰ ਲਾਇਆ ਕਿ ਸਾਰੇ ਪੰਜਾਬੀ ਇਹ ਮੇਰੇ ਯਾਰ ਬਣਨਗੇ। ਰਾਜਗੁਰੂ ਸੁਖਦੇਵ ਜਾਂ ਹੋਰ ਵੀ ਜਿਹੜੇ ਲੋਕ ਆ, ਉਹ ਤਮਾਮ ਤਰ੍ਹਾਂ ਦੇ ਲੋਕਾਂ ਦੇ ਨਾਲ ਇੱਕ ਉਹਨਾਂ ਦੇ ਸੰਪਰਕ 'ਚ ਹੈ। ਉਹ ਕਿਤੇ ਬਾਕੂਨਿਨ ਦੀ ਗੱਲ ਕਰਦਾ ਹੈ, ਕਿਤੇ ਮਾਰਕਸ ਦੀ ਗੱਲ ਕਰਦਾ ਹੈ। ਉਹ ਆਪਣੀ ਜੜ੍ਹਾਂ ਦੇ ਵਿੱਚ ਤਾਂ ਪੂਰੀ ਤਰ੍ਹਾਂ ਸਥਾਪਿਤ ਹੈ, ਪਰ ਨਾਲ ਦੇ ਨਾਲ ਉਹ ਇੰਨਾ ਕੁ ਸਥਾਪਿਤ ਹੈ ਵੀ ਇੰਨਾ ਕੁ ਡੂੰਘਾ ਉਹ ਲੱਗਾ ਹੋਇਆ ਕਿ ਉਹਨੂੰ ਹੁਣ ਕੋਈ ਸਿਕਿਉਰਿਟੀ ਦਾ ਕੋਈ ਇਸ਼ੂ ਨਹੀਂ ਹੁੰਦਾ, ਇਨਸਿਕਿਉਰ ਨਹੀਂ ਹੈ। ਉਹ ਹਰ ਪਾਸੇ ਵੇਖ ਸਕਦਾ। ਸੋ ਕੁਝ ਇਸ ਤਰ੍ਹਾਂ ਨਹੀਂ ਕਿ ਮੈਂ ਉਹਦੀ ਕੋਈ ਰੀਸ ਕਰਨੀ ਚਾਹੁੰਦਾ ਸੀ, ਪਰ ਮੈਨੂੰ ਇਉਂ ਲੱਗਦਾ ਕਿ ਜਿਹੜੀ ਮੇਰੀ ਕੋਈ ਜ਼ਹਿਨੀ ਕੋਈ ਪ੍ਰਕਿਰਿਆ ਹੋਣੀ ਹੈ, ਉਹ ਜਿਹੜੇ ਮੈਥੋਂ ਪਹਿਲਾਂ ਆਏ ਹੈ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਮੈਂ ਆਪਣੀ ਪ੍ਰਕਿਰਿਆ ਦਾ ਅਕਸ ਜ਼ਰੂਰ ਵੇਖਦਾ। ਜਾਂ ਭਾਵੇਂ ਜ਼ਾਹਰਾ ਤੌਰ ਤੇ ਨਾ ਸਹੀ, ਭਾਵੇਂ ਗੁਪਤ ਤੌਰ 'ਤੇ ਸਹੀ, ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੀ ਰੀਸ ਕਰਨੀ ਚਾਹੁੰਦਾ ਹੋਵਾਂਗਾ। ਸੋ ਮੈਂ ਬੰਬੇ 'ਚ ਬੈਠਾ 2000 ਦਾ ਹੋਣਾ ਜਦੋਂ ਇਹ ਵਾਕਿਆ ਹੋਇਆ। ਮੈਂ ਮੇਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਆਪਾਂ ਯਾਦ ਕਰਵਾਉਣ ਲਈ ਦੱਸ ਦਈਏ ਕਿ ਵੀ ਕੀ ਵਾਕਿਆ ਮੈਂ ਦੱਸ ਦਿੰਦਾ ਕਿ ਜਿਸ ਵੇਲੇ ਗੁਜਰਾਤ ਦਾ ਕਾਂਡ ਹੋਇਆ ਅਤੇ ਉਹਨਾਂ ਦਿਨਾਂ ਦੀ ਗੱਲ ਹੈ। ਉਸ ਤੋਂ ਬਾਅਦ ਦੇ 3-4 ਜਿਹੜੇ ਸਾਲ ਸੀ, ਉਹਨਾਂ ਦੇ ਵਿੱਚ ਜਿਹੜੇ ਵੀ ਮੈਂ ਜਿਨ੍ਹਾਂ ਦਾ ਵੀ ਮੈਂ ਹਵਾਲਾ ਦਿੱਤਾ ਇਸ ਗੀਤ ਦੇ ਵਿੱਚ, ਉਹ ਸਾਰੇ ਕਾਰੇ ਇਹਨਾਂ 3-4 ਵਰਿਆਂ 'ਚ ਹੋਇਆ। ਅਤੇ ਮੈਂ ਜਿਹੜਾ ਮੰਜੂ ਨਾਥ ਹੈ, ਬਿਲਕਿਸ ਹੈ ਵੇ, ਸਤਿੰਦਰ ਦੂਬੇ ਹੈ ਵੇ, ਅਤੇ ਨਵਲੀਨ ਇਹ ਉਹ ਬੰਦੇ ਨੇ ਜਿਹੜੇ ਕਿਸੇ ਨਾ ਤਰੀਕੇ ਨਾਲ ਹੱਕ ਸੱਚ ਦੀ ਗੱਲ ਕਰਦੇ ਨੇ, ਤੇ ਇਹਨਾਂ ਦਾ ਕਤਲ ਜਿਹੜਾ ਹੈਗਾ ਉਹ ਰਿਆਸਤ ਦੀ ਸ਼ਹਿ ਦੇ ਉੱਤੇ ਸ਼ਹਿ ਤੇ ਹੋਇਆ। ਦੇਖੋ ਬਿਲਕਿਸ ਤਾਂ ਇੱਕ ਮਜ਼ਲੂਮ ਹੈ, ਉਹਨੇ ਕੋਈ ਹੱਕ ਸੱਚ ਦਾ ਨਾਰਾ ਵੀ ਨਹੀਂ ਲਾਇਆ, ਉਹ ਤਾਂ ਵਿਚਾਰੀ ਵੈਸੇ ਹੀ ਰਗੜੀ ਗਈ। ਤੇ ਪਰ ਬਿਲਕਿਸ ਦੇ ਨਾਲ ਜੋ ਹੋਇਆ ਉਹ ਐਸਾ ਦਰਦਨਾਕ ਸੀ, ਉਹ ਐਸਾ ਮੇਰੇ ਆਪਣੇ ਤਜਰਬੇ ਦੇ ਨਾਲ ਜੁੜਿਆ ਸੀ, ਜਿਹੜਾ 84 ਦਾ ਤਜਰਬਾ ਅਸੀਂ ਸਾਰਾ ਆਪਣੇ ਪਿੰਡੀ ਹੰਢਾਇਆ। ਅਤੇ ਮੈਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਮੈਨੂੰ ਆਪਣੇ ਵੱਲ ਵੈਸੀ ਸਹਿਜ ਸੁਭਾਅ ਖਿੱਚਦੀ ਸੀ ਸਾਰੇ ਬੰਦੇ। ਅਤੇ ਔਰ ਮੈਂ ਇਕੱਲਾ ਸੀ, ਔਰ ਮੈਨੂੰ ਆਖਿਆ ਗਿਆ ਕਿ ਹੋਰ ਗਾਣੇ ਚਾਹੀਦੇ, ਹੋਰ ਗਾਣੇ ਚਾਹੀਦੇ। ਅਸੀਂ ਪਹਿਲੀ ਐਲਬਮ ਕਰ ਰਹੇ ਸਾਂ, ਮੈਂ ਔਰ KJ, ਅਤੇ ਮੈਂ 20 ਗਾਣੇ ਲਿਖ ਚੁੱਕਿਆ ਸੀ, ਔਰ ਮੇਰੇ ਹਿਸਾਬ ਨਾਲ ਸਾਰੇ ਚੰਗੇ ਸੀ। ਅਤੇ ਉਹ ਕਹਿੰਦੇ ਨਹੀਂ, ਇਹਦੇ ਵਿੱਚ ਆਹ ਕਮੀ, ਇਹਦੇ 'ਚ ਉਹ ਕਮੀ ਹੈ। ਸੋ ਮੈਂ ਲਗਾਤਾਰ ਸੋਚ ਰਿਹਾ ਸੀ ਕਿ ਕਿਹੜੀ ਚੀਜ਼ ਹੈ ਜਿਸ ਦੇ ਬਾਰੇ ਮੈਂ ਬਗੈਰ ਕਿਸੇ ਆਰਟੀਫਿਸ ਦੇ, ਬਗੈਰ ਕਿਸੇ ਕੰਟਰਾਈਵੈਂਸ ਦੇ, ਕਿਉਂਕਿ ਹਰ ਗੱਲ ਜਿਹੜੀ ਸੀ ਮੈਂ ਆਪਣੇ ਨਿੱਜੀ ਤਜਰਬੇ 'ਚੋਂ ਕਰ ਰਿਹਾ ਸੀ। ਉਸ ਐਲਬਮ ਦੇ ਵਿੱਚ ਬੜੇ ਸਾਰੇ ਗੀਤ ਹੈ ਜਿਹੜੇ ਮੈਂ ਆਪਣੇ ਨਿੱਜੀ ਹੀਰ ਵਾਰਿਸ ਸ਼ਾਹ ਦੀ ਗੱਲ ਕਰਨੀ ਚਾਹੁੰਦਾ, ਉਹ ਕਿਉਂਕਿ ਮੈਂ ਆਪ ਕਰਨੀ ਚਾਹੁੰਦਾ ਸੀ।
ਔਰ ਜਿਹੜੇ ਉਹਦੇ ਵਿੱਚ ਕੋਈ 6-7 ਗੀਤ ਮੈਂ ਲਿਖ ਚੁੱਕਿਆ ਸੀ, ਜਿਹੜੇ ਸਾਰੇ ਮੈਂ ਮੇਰੇ ਆਪਣੇ ਨਿੱਜੀ ਆਪਣੀ ਜ਼ਿੰਦਗੀ ਬਾਰੇ ਸੀ, ਮੇਰੇ ਆਪਣੇ ਤਜਰਬੇ ਬਾਰੇ ਸੀ। ਸੋ ਆਹ ਜਿਹੜਾ ਸੀ ਮੈਂ ਸਾਰਿਆਂ ਬਾਰੇ ਗੱਲ ਕਰਨੀ ਚਾਹੁੰਦਾ ਸੀ। ਸੋ ਇਹ ਉਹਨਾਂ ਦਿਨਾਂ 'ਚ ਮੈਂ ਗੀਤ ਲਿਖਿਆ, ਔਰ ਇਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਟ੍ਰਿਗਰ ਬਣਿਆ ਉਹ ਨਵਲੀਨ ਕੁਮਾਰ ਦੀ ਸ਼ਹਾਦਤ ਬਣਿਆ। ਕਿ ਬਈ ਕਿਸੇ ਨੂੰ ਮਾਰਨਾ ਹੋਵੇ ਤਾਂ ਇਹ ਛੁਰੇ ਦੇ ਨਾਲ ਕੋਈ ਬੰਦਾ ਕਿਸੇ ਦੀ ਕੋਈ ਗਲਾ ਹੀ ਵੱਢ ਦੇ ਤਾਂ ਬੰਦਾ ਮਰ ਜਾਂਦਾ, ਪਰ ਜਿਹੜਾ 19 ਵੇਰਾਂ ਉਸ ਨੂੰ ਕੋਹਿਆ ਗਿਆ ਸੀ, ਉਹ ਮੇਰੇ ਵਾਸਤੇ ਇੱਕ ਕਿਸਮ ਦਾ ਇੱਕ ਅਸਹਿ ਦਰਦਨਾਕ ਇੱਕ ਨਿਜ਼ਾਮ ਦੀ, ਹਕੂਮਤ ਦੀ, ਰਿਆਸਤ ਦੀ ਇੱਕ ਬੇਦਲੀ, ਇੱਕ ਜਿਹੜਾ ਜ਼ੁਲਮ ਕਹਿ ਲਓ, ਜੁਰਮ ਕਹਿ ਲਓ, ਇਸ ਦੀ ਇੱਕ ਇਹਦਾ ਇੱਕ ਮੁਜੱਸਮਾ ਬਣ ਗਿਆ ਸੀ, ਇਹਦਾ ਇੱਕ ਮਿਸਾਲ ਬਣ ਗਿਆ ਸੀ। ਸੋ ਔਰ ਦੂਜੀ ਗੱਲ ਹੈ ਕਿ ਜਦੋਂ ਬੰਦਾ ਇਕੱਲਾ ਹੁੰਦਾ, ਉਹ ਸ਼ਾਇਦ ਇਹੋ ਜਿਹੀਆਂ ਗੱਲਾਂ ਉਸ ਨੂੰ ਜ਼ਿਆਦਾ ਸਹਿਜ ਸੁਭਾਏ ਆਪਣੇ ਵੱਲ ਖਿੱਚਦੀਆਂ ਨੇ, ਬਜਾਏ ਇਫ ਯੂ ਆਰ ਅ ਰਾਈਟਰ ਔਰ ਸਿੰਗਰ ਤੇ ਤੁਹਾਨੂੰ ਯੂ ਆਰ ਲੁਕਿੰਗ ਫॉर ਪੇਨ, ਯੂ ਨੋ। ਤੇ ਔਰ ਬੰਬੇ ਬੜਾ ਔਖਾ ਸ਼ਹਿਰ ਹੈ। ਬੰਬੇ ਜੇ ਤੁਹਾਡੀ ਜ਼ਮੀਰ ਹੈ ਜੇ ਪੂਰੀ ਤਰ੍ਹਾਂ ਸੁੱਤੀ ਨਹੀਂ ਹੈ, ਜੇ ਤੁਸੀਂ ਬੈਂਡਰਾ 'ਚੋਂ ਨਿਕਲੋਗੇ ਤਾਂ ਤੁਸੀਂ ਵੇਖੋਗੇ ਕਿ ਅਰਬਪਤੀ ਵੀ ਉੱਥੇ ਰਹਿੰਦੇ ਨੇ, ਨਾ ਬਰਾਬਰੀ ਤੁਹਾਨੂੰ ਉੱਥੇ ਦਿਖਾਈ ਦਿੰਦੀ ਹੈ। ਤੇ ਥੱਲੇ ਹੀ ਤੁਹਾਨੂੰ ਸਲਮਾਨ ਖਾਨ ਔਰ ਸ਼ਾਹਰੁਖ ਖਾਨ ਨੂੰ ਵੀ ਸੁੱਕਦੀਆਂ ਮੱਛੀਆਂ ਦੀ ਵਾਸ਼ਨਾ ਜਿਹੜੀ ਹੈ ਰੋਜ਼ ਸੁੰਘਣੀ ਪੈਂਦੀ ਹੈ। ਸੋ ਬੰਬੇ ਜਿਹੜਾ ਉਹ ਇਸ ਮਾਮਲੇ 'ਚ ਬੜਾ ਇੱਕ ਇੰਡੀਆ ਦਾ ਬੜਾ ਸੋਹਣਾ ਇੱਕ ਮੈਟਾਫਰ ਹੈ। ਉਹਦੇ ਵਿੱਚ ਹਰ ਚੀਜ਼ ਹੋ ਰਹੀ ਹੈ, ਹੁਣੇ ਹੀ ਹੋ ਰਹੀ ਹੈ, ਇਸੇ ਵੇਲੇ ਹੋ ਰਹੀ ਹੈ, ਔਰ ਯੂ ਹੈਵ ਟੂ ਡੀਲ ਵਿਦ ਇਟ, ਯੂ ਨੋ। ਸੋ ਜਿਵੇਂ ਦਿੱਲੀ ਦੇ ਵਿੱਚ ਅਸੀਂ ਕਿਸੇ ਸੋਹਣੇ ਇਲਾਕੇ ਜਾਈਏ, ਤੁਸੀਂ ਚਾਣਕਿਆਪੁਰੀ ਜਾਓ ਤਾਂ ਤੁਹਾਨੂੰ ਪਤਾ ਹੈ ਰਈਸਾਂ ਦਾ ਇਲਾਕਾ ਹੈ। ਬੰਬੇ ਵਿੱਚ ਪਤਾ ਨਹੀਂ ਲੱਗਦਾ ਕਿ ਰਈਸਾਂ ਦਾ ਇਲਾਕਾ ਹੈ ਕਿ ਨਹੀਂ ਹੈ, ਕੋਈ ਦੱਸਦਾ ਹੈ ਤੁਹਾਨੂੰ ਨਾ, ਕਿਉਂਕਿ ਸਲਮ ਵੀ ਉਸੇ ਤਰ੍ਹਾਂ ਔਰ ਸੋਹਣੀਆਂ ਇਮਾਰਤਾਂ ਵੀ ਉਸੇ ਤਰ੍ਹਾਂ। ਸੋ ਉਸ ਦੇ ਵਿੱਚ ਜਦੋਂ ਨਵਲੀਨ ਕੁਮਾਰ ਦੇ 19 ਵਾਰ ਕੌਣ ਦਾ ਮੈਂ ਰਿਪੋਰਟ ਪੜ੍ਹੀ, ਅਤੇ ਉਸ ਨੇ ਮੈਨੂੰ ਇਹ ਸੋਚਣ 'ਤੇ ਜ਼ਰੂਰ ਮਜਬੂਰ ਕੀਤਾ ਕਿ ਕੋਈ ਕਿਸੇ ਨੂੰ ਐਸੀ ਵਹਿਸ਼ਤ ਦੇ ਨਾਲ ਕਿਉਂ ਮਾਰੇਗਾ। ਵੀ ਇੱਕ ਵਾਰ ਮਾਰਨਾ, 2 ਵਾਰ ਮਾਰਨਾ, ਬੰਦਾ ਤਾਂ ਚਿੜੀਕ ਜਿੱਡੀ ਤਾਂ ਜਾਨ ਸੀ ਵਿਚਾਰੀ 'ਚ, ਅਤੇ ਉਹਨੂੰ ਇਸ ਤਰ੍ਹਾਂ ਕੋਹ ਕੇ ਮਾਰਨ ਦੀ ਕੀ ਲੋੜ ਸੀ। ਇਹਦੇ ਵਿੱਚ ਇੱਕ ਵਹਿਸ਼ੀਅਤ ਸੀ। ਉਹ ਵਹਿਸ਼ੀਅਤ ਜਿਹੜੀ ਸੀ ਉਸ ਨੇ ਮੈਨੂੰ ਮਜਬੂਰ ਕੀਤਾ ਇਸ ਨੂੰ ਫਰੋਲਣ ਲਈ। ਸੋ ਉਹਨੂੰ ਫਰੋਲਦਿਆਂ ਆਹ ਸਾਰੇ ਹੋਰ ਵੀ ਖੁੱਲ੍ਹ ਗਏ। ਮੰਜੂ ਨਾਥ ਹੈ, IIM ਦਾ ਪੜ੍ਹਿਆ, IT ਦਾ ਪੜ੍ਹਿਆ, ਇੱਕ ਸ਼ਾਨਦਾਰ ਕਰੀਅਰ ਉਹਦੇ ਸਾਹਮਣੇ, ਸਭ ਕੁਝ ਛੱਡ ਛਡਾ ਕੇ ਇੱਕ ਪਬਲਿਕ ਸੈਕਟਰ ਦੇ ਵਿੱਚ ਨੌਕਰੀ ਲੈਂਦਾ, ਪਬਲਿਕ ਸੈਕਟਰ ਨੌਕਰੀ ਕਰਦਾ ਹੈ, ਪੈਟਰੋਲ ਪੰਪਾਂ 'ਤੇ ਜਾ ਕੇ ਉਹਨਾਂ ਨੂੰ ਜਾਂਚਦਾ ਹੈ, ਉਹਨਾਂ ਦੀ ਮਿਲਾਵਟ ਚੈੱਕ ਕਰਦਾ ਹੈ। ਮਿਲਾਵਟ ਚੈੱਕ ਕਰਨ ਵਾਲੇ ਉਹ ਜਿਹੜਾ ਆ ਪੈਟਰੋਲ ਪੰਪ ਹੈ, ਜਿਹੜਾ ਵਾਕਿਆ ਹੋਇਆ, ਇਹਦਾ ਉਹਨੇ ਪੈਟਰੋਲ ਪੰਪ ਸੀਲ ਕਰਤਾ। ਸੀਲ ਕਰਨ ਵਾਲਾ ਕਹਿੰਦਾ ਮੈਂ ਤੈਨੂੰ ਗੋਲੀ ਮਾਰ ਦਾਂਗਾ ਜੇ ਤੂੰ ਆ ਨਹੀਂ ਕੀਤਾ। ਕਹਿੰਦਾ ਗੋਲੀ ਮਾਰਨੀ, ਗੋਲੀ ਮਾਰ ਦੇ, ਸੀਲ ਨਹੀਂ ਮੈਂ ਤੇਰੀ ਤੋੜਨੀ। ਉਹਨੇ ਆ ਕੇ ਗੋਲੀ ਮਾਰਤੀ। ਫਿਰ ਉਹਨੂੰ ਜਿਸ ਤਰ੍ਹਾਂ ਉਹਦੀ ਲਾਸ਼ ਨੂੰ ਚੁੱਕ ਕੇ ਪਾਇਆ ਗਿਆ, ਡਿਸਪੋਜ਼ ਆਫ ਕੀਤਾ ਗਿਆ। ਉਹ ਜਿਹੜੀਆਂ ਗੱਲਾਂ ਇਹਦੇ ਵਿੱਚ ਸੋਚਣ 'ਤੇ ਤਾਂ ਜ਼ਰੂਰ ਮਜਬੂਰ ਕੀਤਾ ਉਸਨੇ ਮੈਨੂੰ ਕਿ ਅਸੀਂ ਜਿਹੜੀਆਂ ਵੱਡੀਆਂ ਗੱਲਾਂ ਕਰਦੇ ਸੀ ਜਾਂ ਜਿਹੜੀਆਂ ਹੁੰਦੀਆਂ ਨੇ ਨਿਜ਼ਾਮ ਬਣਨ ਬਾਰੇ, ਜਾਂ ਜਿਹੜੀਆਂ ਅਸੀਂ ਜਿਹੜਾ ਘੋਲ ਲੜਿਆ ਜਿਹਦੇ ਵਿੱਚ ਅਸੀਂ ਸਾਰੇ ਜਿਹੜੇ ਪੰਜਾਬੀਆਂ ਦੀਆਂ, ਸਰਦਾਰਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ, ਜਿਹੜਾ ਕੁਝ ਅਸੀਂ ਆਪਣੇ ਤਨ 'ਤੇ ਹੰਢਾਇਆ, ਉਹਦਾ ਅਖੀਰ ਸਿੱਟਾ ਕੀ ਨਿਕਲਿਆ। ਜੇ ਤੁਸੀਂ ਬੰਬੇ 'ਚ ਰਹਿੰਦੇ ਹੋ ਔਰ ਜੇ ਤੁਸੀਂ ਆਪਣਾ ਨਿੱਜੀ ਕਰੀਅਰ ਅਚੀਵਮੈਂਟ ਚੇਜ਼ ਨਹੀਂ ਕਰ ਰਹੇ, ਤਾਂ ਫਿਰ ਤੁਹਾਡੇ ਵਾਸਤੇ ਬੰਬੇ 'ਚ ਰਹਿਣਾ ਬੜਾ ਔਖਾ, ਕਿਉਂਕਿ ਬੰਬੇ ਦੀ, ਜਾਂ ਮੈਂ ਆਖਾਂਗਾ ਹਿੰਦੁਸਤਾਨ ਦੀ ਜਿਹੜੀ ਤਰਾਸਦੀ ਹੈ, ਉਸ ਨੂੰ ਨਜ਼ਰੋਂ ਓਹਲੇ ਕਰਨਾ ਬਹੁਤ ਔਖਾ। ਰੱਬੀ, ਤੁਸੀਂ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਜਿਹੜੇ ਇਸ ਦੌਰ ਦੇ ਕਾਰਕੁਨ ਨੇ ਉਹਨਾਂ ਦੇ ਕਤਲ ਕੀਤੇ ਗਏ। ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਗੱਲ ਕਰਦੇ ਹੋ ਜਿਹੜਾ ਮੁੰਬਈ ਦੇ ਵਿੱਚ ਕਤਲ ਹੋਇਆ, ਉਹ ਕਤਲ ਉਸ ਐਕਟਿਵਿਸਟ ਦਾ ਹੋਇਆ ਜਿਹੜੇ ਉੱਥੋਂ ਜਿਹੜੇ ਸਲਮ ਦੇ ਇਲਾਕੇ ਦੇ ਵਿੱਚੋਂ ਲੋਕਾਂ ਨੂੰ ਡਿਸਪਲੇਸ ਕੀਤਾ ਜਾ ਰਿਹਾ ਸੀ, ਲੋਕਾਂ ਨੂੰ ਉਜਾੜਿਆ ਜਾ ਰਿਹਾ ਸੀ, ਉਹਨਾਂ ਦੇ ਘਰ ਤੋੜੇ ਜਾ ਰਹੇ ਸੀ। ਉਹ ਉਸ ਮਾਮਲੇ ਦੇ ਉੱਤੇ ਉਹ ਸਰਗਰਮ ਸਨ, ਅਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ,
ਪੰਜਾਬੀ ਦੇ ਵਿੱਚ ਸਾਡੇ ਕੋਲ ਇੱਕੋ ਹੀ ਸ਼ਬਦ ਜਿਹੜਾ ਹੈਗਾ ਉਹ ਹੈ ਅਕਹਿ। ਜਦੋਂ ਅਕਹਿ ਨੂੰ ਕਹਿਣ ਦੀ ਜਿਹੜੀ ਲੋੜ ਪੈਂਦੀ ਹੈ ਤੇ ਬੋਲੀ ਤੁਹਾਡੇ ਕੋਲ ਉਹੀ ਆਪਣੀ ਭਾਬੋ ਵਾਲੀ ਹੈ, ਤੇ ਫਿਰ ਉਸ ਬੋਲੀ ਦਾ ਕੀ ਇਸਤੇਮਾਲ? ਭਾਜੀ ਇਸਤੇਮਾਲ ਬੋਲੀ ਦਾ ਹੈ ਹੀ ਐਵੇਂ। ਦਰਅਸਲ ਬੋਲੀ ਜਿਹੜੀ ਹੈ, ਬੋਲੀ ਉਹ ਸਫਲ ਹੈ ਜਿਹੜੀ ਕਿ ਤੁਹਾਡੀ ਆਪਣੀਆਂ ਅਕਹਿ ਗੱਲਾਂ ਨੂੰ ਕਹਿ ਸਕੇ। ਔਰ ਇੱਕ ਆਰਟਿਸਟ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਕਿ ਮੇਰੇ ਮਾਸ਼ਰੇ ਦੀਆਂ ਜਿਹੜੀਆਂ ਅਕਹਿ ਗੱਲਾਂ ਨੇ, ਜਿਹੜੀਆਂ ਕਿ ਜ਼ਮੀਨ ਤੋਂ ਥੱਲੇ ਕੁਰਬੁਲ ਕਰ ਰਹੀਆਂ, ਉਹਨਾਂ ਨੂੰ ਸਤਹ 'ਤੇ ਲਿਆਉਣਾ ਮੇਰਾ ਕੰਮ ਹੈ। ਸੋ ਇਸ ਦੇ ਵਿੱਚ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ, ਮੈਂ ਕਿਉਂਕਿ ਦਿੱਲੀ ਦਾ ਜੰਮਪਲ ਹਾਂ ਅਤੇ ਦਿੱਲੀ ਦੇ ਵਿੱਚ ਅਸੀਂ ਹਿੰਦੀ ਵੀ ਬੋਲਦੇ ਹਾਂ, ਮੈਂ ਹਿੰਦੀ ਵੀ ਬੋਲ ਸਕਦਾ ਔਰ ਅੰਗਰੇਜ਼ੀ ਵੀ ਬੋਲ ਸਕਦਾ। ਪਰ ਮੈਨੂੰ ਇਉਂ ਲੱਗਾ ਕਿ ਜਿਸ ਕਿਸਮ ਦੀ ਇੱਕ ਸੂਖਮ ਬਿਰਤੀ ਚਾਹੀਦੀ ਹੈ, ਜਿਸ ਤਰ੍ਹਾਂ ਦਾ ਪੈਣਾ ਹਥਿਆਰ ਚਾਹੀਦਾ, ਉਹ ਮੇਰੇ ਕੋਲ ਇਹਨਾਂ ਬੋਲੀਆਂ ਦੇ ਵਿੱਚ ਇਸਤੇਮਾਲ ਨਹੀਂ ਕਰਿਆ ਜਾਣਾ। ਉਹਦੇ ਵਾਸਤੇ ਮੈਨੂੰ ਆਪਣੀ ਮਾਂ ਬੋਲੀ ਦੇ ਵਿੱਚ, ਮੇਰੀ ਮਾਂ ਬੋਲੀ ਵੀ ਨਹੀਂ ਹੈ, ਮੇਰੀ ਭਾਬੋ ਬੋਲੀ ਆ, ਮੇਰੀ ਪਿਓ ਬੋਲੀ ਆ। ਮੇਰੀ ਮਾਂ ਦੀ ਆਪਣੀ ਜਿਹੜੀ ਬੋਲੀ ਹੈ ਮੁਲਤਾਨੀ, ਮੈਨੂੰ ਕਦੇ ਮੰਮੀ ਨੇ ਦਿੱਤੀ ਨਹੀਂ। ਸੋ ਮੈਨੂੰ ਇਹ ਮੈਨੂੰ ਤੁਹਾਡੀ ਗੱਲ ਚੰਗੀ ਇਸ ਕਰਕੇ ਲੱਗੀ ਕਿ ਵੀ ਜਿਹੜੀ ਮਾਂ ਦੀ ਕੈਦ ਦੇ ਵਿੱਚ ਬੋਲੀ ਹੈ ਨਾ, ਉਹਨੂੰ ਵੀ ਆਜ਼ਾਦ ਹੋਣਾ ਚਾਹੀਦਾ। ਉਹਨੂੰ ਵੀ ਮਾਸੀਆਂ, ਮਾਮੀਆਂ, ਤਾਈਆਂ, ਭਾਬੂਆਂ ਕੋਲ, ਬਾਪੂਆਂ ਕੋਲ ਜਾਣਾ ਚਾਹੀਦਾ। ਮੈਨੂੰ ਪਰ ਆਪਣੀ ਮਾਂ ਦੀ ਜਿਹੜੀ ਬੋਲੀ ਹੈ ਉਹਦਾ ਫਾਇਦਾ ਮੈਨੂੰ ਉਦੋਂ ਹੋਇਆ ਜਦੋਂ ਮੈਂ ਪੰਜਾਬੀ ਦਾ ਸਭ ਤੋਂ ਪੁਰਾਣਾ ਜਿਹੜਾ ਕਵੀ ਹੈ ਜਾਂ ਇੱਕ ਵੱਡੀ ਇੱਕ ਥੰਮ ਹੈ ਪੰਜਾਬੀਅਤ ਦਾ, ਬਾਬਾ ਫਰੀਦ, ਜਦੋਂ ਮੈਂ ਉਸ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਮੇਰੀ ਮਾਂ ਬੋਲੀ ਨੇ ਮੈਨੂੰ ਜਿਹੜਾ ਐਕਸੈਸ ਦਿੱਤਾ, ਜਿਹੜੀ ਮੇਰੀ ਮਾਂ ਬੋਲੀ ਨੇ ਮੇਰੇ ਹੱਥ ਕੁੰਜੀ ਫੜਾਈ ਪੰਜਾਬੀਅਤ ਖੋਲ੍ਹਣ ਵਾਸਤੇ ਜਾਂ ਬਾਬਾ ਫਰੀਦ ਨੂੰ ਸਮਝਣ ਵਾਸਤੇ, ਉਸ ਦਾ ਮੈਨੂੰ ਮੁੱਲ ਉਸ ਵੇਲੇ ਸਮਝ ਆਇਆ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਚੜੇ ਚੜ ਪਾਏ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਊ ਨਾ। ਆਹ ਜਿਹੜਾ ਮੇਰੇ ਵਾਸਤੇ ਇੱਕ ਪੰਜਾਬੀਅਤ ਦਾ ਇੱਕ ਲਾਸਾਨੀ ਇੱਕ ਕਵਿਤਾ ਹੈ। ਮੈਂ ਹੋ ਸਕਦਾ ਮੈਂ ਹਿਸਟੋਰੀਅਨਸ ਜਾਂ ਜਿਹੜੇ ਤਵਾਰੀਖਕਾਰ ਨੇ ਉਹਨਾਂ ਨੂੰ ਉਹ ਇਸ ਦੇ ਨਾਲ ਰਾਜ਼ੀ ਨਾਲ ਹੋਣ, ਪਰ ਮੈਨੂੰ ਇਉਂ ਲੱਗਦਾ ਕਿ ਆਹ ਸਭ ਤੋਂ ਪੁਰਾਣਾ ਹੈ। ਮਤਲਬ ਹਿੰਦੀ ਦੇ ਵਿੱਚ ਤਾਂ ਮੈਨੂੰ ਕੋਈ ਲੱਗਦਾ ਨਹੀਂ ਕਿ ਬਾਬੇ ਫਰੀਦ ਤੋਂ ਪੁਰਾਣੀ ਕੋਈ ਚੀਜ਼ ਹੋਵੇ। ਔਰ ਬਾਬੇ ਫਰੀਦ ਦੀ ਜਿਹੜੀ ਜ਼ਬਾਨ ਹੈ, ਉਹ ਜਿਸ ਤਰ੍ਹਾਂ ਜਿਹੜੇ ਮਿਆਰ ਦੀ ਜ਼ਬਾਨ ਹੈ ਔਰ ਜਿਹੜੀ ਤਫਸੀਲ ਦੇ ਨਾਲ, ਜਿਹੜੀ ਸਹਿਜਤਾ ਦੇ ਨਾਲ ਉਹ ਪੋਇਟਰੀ ਘੜਦੀ ਹੈ, ਉਹ ਜ਼ਬਾਨ, ਉਹ ਮੈਨੂੰ ਨਹੀਂ ਲੱਗਦਾ ਕਿ ਉਹ ਸਿਰਫ ਫਰੀਦ ਦੀ ਜ਼ਬਾਨ ਸੀ। ਮੈਨੂੰ ਇਉਂ ਲੱਗਦਾ ਉਸ ਤੋਂ ਪਿਛਲੇ 1000 ਵਰ੍ਹਿਆਂ ਦੀ ਜ਼ਬਾਨ ਸੀ, ਉਸ ਤੋਂ 2000 ਵਰ੍ਹਿਆਂ ਦੀ ਜ਼ਬਾਨ ਸੀ। ਸੋ ਜੇ ਅਸੀਂ ਪੰਜਾਬੀਅਤ ਨੂੰ ਜਾਂ ਪੰਜਾਬ ਨੂੰ, ਪੰਜਾਬੀ ਨੂੰ ਜੇ ਬਾਬੇ ਫਰੀਦ ਦੇ ਨਾਲ ਅਸੀਂ ਉਸ ਦੀ ਡੇਟਿੰਗ ਕਰਦੇ ਹਾਂ, ਉਹਦੀ ਤਾਰੀਖ ਬਾਬੇ ਫਰੀਦ ਦੀ ਹੋਂਦ ਤੋਂ ਮੰਨਦੇ ਹਾਂ, ਤਾਂ ਮੈਨੂੰ ਇਉਂ ਮਹਿਸੂਸ ਹੁੰਦਾ ਉਹ ਵੀ ਐਕੂਰੇਟ ਨਹੀਂ ਹੈ, ਉਹ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੈ, ਉਸ ਤੋਂ ਪੁਰਾਣੀ ਹੈ ਪੰਜਾਬੀ। ਕੁਛ ਤਾਂ ਖਜ਼ਾਨਾ ਬਾਬੇ ਕੋਲ ਆਇਆ ਹੋਣਾ ਜੀ, ਠੀਕ ਹੈ। ਔਰ ਉਹ ਜਿਹੜੀ ਜ਼ਬਾਨ ਹੈ ਉਹ ਹੁਣ ਅਸੀਂ ਸਮਝਦੇ ਨਹੀਂ ਇੱਥੇ। ਔਰ ਇਸ ਤਰ੍ਹਾਂ ਦੀਆਂ ਅਨੰਤ ਜ਼ਬਾਨਾਂ ਦੇ ਨਾਲ ਹੋਇਆ, ਔਰ ਇਸ ਖਿੱਤੇ ਦੀਆਂ ਅਨੰਤ, ਅਸੀਂ ਆਪਣੇ ਜਿਹੜੀ ਦੇਸੀ ਬੋਲੀਆਂ ਇਹਨਾਂ ਨੂੰ ਅਸੀਂ ਕਦੇ ਹਾਈ ਕਲਚਰ ਦੇ ਨਾਲ ਜੋੜਨ ਦਾ ਕੰਮ ਨਹੀਂ ਕੀਤਾ, ਜਾਂ ਇਸ ਨੂੰ ਕੋਈ ਐਸਾ ਕੋਈ ਵੈਲਿਊਏਬਲ ਜਾਂ ਮੁੱਲਵਾਨ ਉਦਮ ਸਮਝਿਆ ਵੀ ਨਹੀਂ ਜੀ। ਔਰ ਇਹਦੇ ਕਰਕੇ ਮੈਂ ਵੇਖਦਾ ਕਿ ਮੇਰੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਇਹਨਾਂ ਨੂੰ ਸ਼ਿਵ ਬਟਾਲਵੀ ਵੀ ਸਮਝ ਆ ਜਾਵੇ ਤਾਂ ਬਹੁਤ ਹੈ ਜੀ। ਪਰ ਮੈਂ ਬਾਬੇ ਫਰੀਦ ਤੱਕ ਸ਼ਿਵ ਬਟਾਲਵੀ ਰਾਹੀਂ ਪਹੁੰਚਿਆ ਜੀ। ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਬਿਨ ਬਿਰਹਾ ਥਿੰਦੀ ਠੀਕਰੀ ਕਿਸੇ ਉਜੜੇ ਕਬਰਿਸਤਾਨ, ਆਹ ਬੋਲਦਾ ਸ਼ਿਵ ਬਟਾਲਵੀ। ਅਤੇ ਜਦੋਂ ਇਸ ਨੂੰ ਸਮਝਣ ਦਾ ਯਤਨ ਕੀਤਾ ਤਾਂ ਸਮਝ ਲੱਗੀ ਕਿ ਆਹ ਜਿਹੜੀ ਹੈ ਇਹਦਾ ਜਿਹੜਾ ਹਵਾਲਾ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ, ਉਹ ਬਾਬੇ ਫਰੀਦ ਦੀ ਬਾਣੀ 'ਚ ਹੈ। ਸੋ ਜਿਹੜਾ ਇਹ ਨਿਜ਼ਾਮੇ ਬਿਰਹਾ ਹੈ
ਉਹਦੇ ਤੁਸੀਂ ਦੋ ਸਿਰਿਆਂ ਦੀ ਗੱਲ ਕਰ ਰਹੇ ਹੋ, ਇੱਕ ਪਾਸੇ ਸ਼ਿਵ ਤੇ ਦੂਜੇ ਪਾਸੇ ਬਾਬਾ ਫਰੀਦ। ਮੈਂ ਤੁਹਾਨੂੰ ਨਾ ਥੋੜਾ ਜਿਹਾ ਵਾਪਸ ਬਿਲਕੁਲ ਮੱਲੀਓਂ ਲੈ ਕੇ ਆਵਾਂਗਾ ਭਾਜੀ। ਉਹ ਇਹ ਸੀਗਾ ਕਿ ਜਿਹੜਾ ਅਕਹਿ ਨੂੰ ਕਹਿਣ ਦੀ ਜਿਹੜੀ ਜਦੋਂ ਵਾਰੀ ਆਉਂਦੀ ਹੈ, ਤੁਸੀਂ ਇੱਕ ਵਾਰ ਉਹ ਦੱਸੇਂਗੇ, ਉੱਤੇ ਗਾ ਕੇ ਦੱਸੇਂਗੇ ਕਿ ਕਿਵੇਂ ਉਹ ਫਿਰ ਦੇਖੋ ਭਾਈ ਜਿਹੜਾ ਬਿਲਕਿਸ ਹੈ ਉਹ ਤਾਂ ਹੈ ਉਹ ਹਿੰਦੀ ਦੇ ਵਿੱਚ ਹੈ, ਕਿਉਂਕਿ ਉਸ ਦੇ ਵਿੱਚ ਮੈਂ ਬੰਬੇ 'ਚ ਬੈਠਾ, ਮੈਂ ਆਪਣੇ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲ ਕਰਨੀ ਚਾਹੁੰਦਾ, ਅਤੇ ਉਸ ਦੇ ਵਿੱਚ ਜਿਹੜੀ ਬੋਲੀ ਸਹਿਜ ਸੁਭਾਅ ਹੈ। ਕਈ ਵਾਰ ਵਿਵੇਕਾਨੰਦ ਕਹਿੰਦਾ ਕਿ ਬੋਲੀ ਜਿਹੜੀ ਹੈ ਉਹ ਇੱਕ ਸੰਸਕਾਰਾਂ ਵਾਂਗੂ ਆ, ਵੀ ਹੁਣ ਅਸੀਂ ਇੱਥੇ ਆਪਾਂ ਪੰਜਾਬੀ 'ਚ ਗੱਲ ਕਰਨ ਰਹੇ ਹਾਂ, ਅਤੇ ਇਸ ਦੇ ਵਿੱਚ ਪੰਜਾਬੀ ਦਾ ਸੰਸਕਾਰ ਪ੍ਰਫੁੱਲਤ ਹੁੰਦਾ, ਅਤੇ ਇਹੀਓ ਤੁਸੀਂ ਕਮਰਾ ਬਦਲ ਦਿਓ, ਇਹੀਓ ਤੁਸੀਂ ਇਹਦਾ ਸੰਦਰਭ ਬਦਲ ਦਿਓ, ਕਿਸੇ ਹੋਰ ਥਾਂ ਬੈਠੇ ਹੋ ਤੁਸੀਂ, ਉੱਥੇ ਦੂਸਰੀ ਜ਼ਬਾਨ ਜਿਹੜੀ ਪ੍ਰਫੁੱਲਤ ਹੁੰਦੀ ਹੈ। ਸੋ ਉਸ ਗੀਤ ਵਾਸਤੇ ਜਿਹੜੀ ਜ਼ਬਾਨ ਮੈਨੂੰ ਲੱਗਿਆ ਸਭ ਤੋਂ ਸੌਖਾ ਹਥਿਆਰ ਹੈ, ਰੈਡੀ ਐਟ ਹੈਂਡ ਹੈ, ਉਹ ਹਿੰਦੀ ਸੀ। ਤੁਸੀਂ ਕਹਿੰਦੇ ਮੈਂ ਸੁਣਾ ਦੇਣਾ। मेरा नाम बिल्किस याकूब रसूल, मुझसे हुई बस एक ही भूल कि जब ढूंढते थे वो राम को तो मैं खड़ी थी राह में। पहले एक से पूछा ना मुझे कुछ पता था, दूजे को मेरा यही जवाब था। इतनों ने पूछा कि मेरा अब सवाल है, जिन्हें नाज है हिंद पर वो कहाँ है, जिन्हें नाज है वो कहाँ है। ਤੇ ਜਿਹੜੀ ਅਕਹਿ ਵਾਲਾ ਜਿਹੜਾ ਸਵਾਲ ਸੀਗਾ ਉਹ ਲਵਲੀਨ ਕੁਮਾਰ ਦੇ ਹਵਾਲੇ ਨਾਲ ਆਇਆ ਹੈ ਨਾ। ਇਹਦੀ ਜਿਹੜੀ ਪਹਿਲੀ ਸਤਰ ਹੈ ਉਹ ਮਰਾਠੀ ਦੀ ਹੈ। ਮਾਜ਼ਾ ਨਾਮ ਆਹੇ ਨਵਲੀਨ ਕੁਮਾਰ। ਅਸੀਂ ਬੰਬੇ ਦੇ ਵਿੱਚ ਮਰਾਠੀ ਥੋੜ੍ਹੀ ਐ ਸਿੱਖਣੀ ਪੈ ਜਾਂਦੀ ਹੈ ਉੱਥੇ, ਕਾਇਜ਼ਾਲਾ ਅਤੇ ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਛੋਟੇ ਫਿਕਰੇ ਅਤੇ ਐਂ ਛੋਟੀ ਕੰਮ ਚਲਾਊ ਜੀ ਮਰਾਠੀ ਦੇ ਫਿਕਰੇ ਮੈਂ ਗੰਢ ਮਾਰ ਕੇ ਕੋਲ ਰੱਖੇ ਹੋਏ ਸੀ। ਅਤੇ ਉਹਨਾਂ 'ਚੋਂ ਇੱਕ ਹੈ ਮਾਜ਼ਾ ਨਾਮ ਆਹੇ ਨਵਲੀਨ ਕੁਮਾਰ 19 ਜੂਨ 19 ਵਾਰ। ਅਤੇ ਮੈਂ ਜਦੋਂ ਲਿਖ ਰਿਹਾ ਸੀ ਤਾਂ ਮੈਂ ਸੋਚਿਆ ਇਹਦੇ ਬਾਰੇ ਹੋਰ ਅਗਲੀ ਪੰਕਤੀ ਕੀ ਹੋਵੇ, ਪਰ ਅਖੀਰ ਕੋਈ ਪੰਕਤੀ ਮੈਨੂੰ ਔੜੀ ਨਹੀਂ। ਫਿਰ ਉਹ ਜਿਹੜੇ 19 ਜਿਹੜੇ ਵਾਰ ਨੇ ਉਸਦੇ ਪਿੰਡੇ 'ਤੇ, ਅਖੀਰ ਮੈਨੂੰ ਲੱਗਿਆ ਕਿ ਇਹਨਾਂ ਤੋਂ ਵਧੀਆ ਹੋਰ ਕੋਈ ਲਫ਼ਜ਼ ਨਹੀਂ ਹੋ ਸਕਦਾ, ਕੋਈ ਹੋਰ ਹਰਫ ਨਹੀਂ ਮੈਨੂੰ ਸੁਝਿਆ। ਸੋ ਉਹ ਹੈ, ਮੈਂ ਸੁਣਾ ਦੇਣਾ। माझा नाव आहे नवलीन कुमार 19 जून 19 वार। माझा नाव आहे नवलीन कुमार 19 जून 19 वार। 19 19 19 19 19 वार। 19 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 वार। लूटो देहात खोलो बाजार, नल्ला सोपारा और विराट छीनो जमीन हमसे, हमें भेजो पाताल। जिन्हें नाज है हिंद पर वो कहाँ है, जिन्हें नाज है वो कहाँ है, जिन्हें नाज है हिंद पर वो कहाँ है, जिन्हें नाज है वो कहाँ है। ਇੱਕ ਭਾਬੋ ਦੀ ਬੋਲੀ ਜਿਹੜੀ ਇੱਕ ਪਾਸੇ ਬਿਆਸ ਤੇ ਦੂਜੇ ਪਾਸੇ ਰਾਵੀ ਹੈ ਨਾ। ਰਾਵੀ ਤੋਂ ਪਾਰ ਵੀ ਜਿਹੜਾ ਹੈਗਾ ਉਹ ਕੋਈ ਹੋਰ ਮੁਲਕ ਹੈ, ਪੰਜਾਬ ਨਹੀਂ ਗਾ, ਅਤੇ ਬਿਆਸ ਤੋਂ ਦੂਜੇ ਪਾਸੇ ਵੀ ਕੋਈ ਹੋਰ ਮੁਲਕ ਹੈ ਨਾ। ਉਹ ਤੋਂ ਬਾਅਦ ਉਹੀ ਬੋਲੀ ਵਾਲਾ ਬੰਦਾ ਬੰਬੇ ਜਾ ਕੇ ਬੈਠ ਕੇ ਆਪਣੇ ਦੌਰ ਦਾ ਜਿਹੜਾ ਦਰਦ ਹੈ ਉਹਨੂੰ ਹਿੰਦੀ ਦੇ ਵਿੱਚ ਅਤੇ ਮਰਾਠੀ ਦੇ ਵਿੱਚੋਂ ਸ਼ਬਦ ਲੈ ਕੇ ਅਤੇ ਅਕਹਿ ਨੂੰ ਇੱਕੋ ਸ਼ਬਦ ਨੂੰ 19 ਵਾਰ ਦੁਹਰਾ ਕੇ ਬਿਆਨ ਕਰਦਾ। ਅਤੇ ਇਹ ਜਿਹੜਾ ਬੰਦਾ ਹੈਗਾ ਇਹਦੇ ਪੰਜਾਬੀ ਹੋਣ ਦੇ ਵਿੱਚ ਕਦੇ ਤੁਹਾਨੂੰ ਸ਼ੱਕ ਹੁੰਦਾ? ਹਾਂ ਭਾਈ, ਪੰਜਾਬੀਅਤ ਜਾਂ ਪੰਜਾਬੀ ਦੀ ਇੱਕ ਜਿਹੜੀ ਇੱਕ ਖਾਸ ਇਹਦਾ ਕੁਆਲਿਟੀ ਜਿਹੜੀ ਮੈਂ ਸਮਝਦਾ ਉਹ ਹੈ ਕਿ ਜਾਂ
ਹੋ ਸਕਦਾ ਪੰਜਾਬੀਅਤ ਦੇ ਬੜੇ ਵਲਵਲੇ ਵੀ ਹੋਣ, ਵਲਵਲਾ ਵੀ ਲੋਕ ਰੱਖਦੇ ਆ, ਕਈ ਲੋਕ ਬੜੇ ਜਲੇਬੀ ਵਾਂਗੂ ਗੱਲ ਨੂੰ ਘੁਮਾ ਵੀ ਸਕਦੇ ਨੇ, ਪਰ ਜਿਹੜੀ ਪੰਜਾਬੀ ਮੈਨੂੰ ਮਿਲੀ ਇਸ ਦੇ ਵਿੱਚ ਇੱਕ ਇਕੋਨਮੀ ਆਫ ਐਕਸਪ੍ਰੈਸ਼ਨ ਸੀ ਕਿ ਮੇਰੇ ਪਿਤਾ ਜੀ ਦਾ ਇੱਕ ਬੜਾ ਤਕੀਆ ਕਲਾਮ ਵਰਗਾ ਫਿਕਰਾ ਸੀ, ਦੋ ਟੁਕ ਗੱਲ ਕਰਨੀ। ਉਹ ਗੱਲ ਸਿੱਧੀ ਸਪਸ਼ਟ ਕਰਨ ਦੇ ਵਿੱਚ ਉਹਨਾਂ ਦਾ ਬੜਾ ਵਿਸ਼ਵਾਸ ਸੀ। ਸੋ ਮੈਨੂੰ ਇਉਂ ਲੱਗਿਆ ਕਿ ਮੇਰੀ ਬੋਲੀ ਨੇ ਮੈਨੂੰ ਜਿਵੇਂ ਇੱਕ ਸੈਂਟ ਕੀਤੀ ਹੋਵੇ ਕਿ ਇਸ ਮਾਹੌਲ ਦੇ ਵਿੱਚ, ਇਸ ਸੰਦਰਭ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਉਸ ਦੇ ਵਿੱਚ ਸਾਫ਼ ਗੋਈ, ਸਪਸ਼ਟਤਾ ਔਰ ਨਾਲ ਦੇ ਨੂੰ ਸਮਝ ਆਵੇ। ਆ ਜਿਹੜੇ ਪੰਜਾਬੀਅਤ ਦੇ ਜਿਹੜੇ ਗੁਣ ਮੈਂ ਸਮਝਦਾ ਸੀ, ਉਹ ਇੱਕ ਹੋਰ ਰੂਪ ਦੇ ਵਿੱਚ ਉਸਨੇ ਉਸੀ ਦੀ ਸੈਂਟ ਸੀ ਕਿ ਇਸ ਦੇ ਵਾਸਤੇ ਜਿਹੜੀ ਇਹ ਮਰਾਠੀ ਹੈ, ਆ ਮਾਜ਼ਾ ਨਾ ਆਹੇ ਨਵਲੀਨ ਕੁਮਾਰ, ਆ ਇੱਥੋਂ ਦੀ ਪੰਜਾਬੀ ਹੈ ਕਾਕਾ, ਆ ਵਰਤ। ਸੋ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਉੱਥੇ ਪੰਜਾਬੀ ਵਰਤੀ ਹੈ, ਪਰ ਉੱਥੇ ਮੈਂ ਇੱਕ ਪੰਜਾਬੀਅਤ ਤੋਂ ਉਧਾਰੀ ਇੱਕ ਦੋ ਟੁਕ ਗੱਲ ਕਰਨ ਦੀ ਇੱਕ ਰੁੱਖ, ਇੱਕ ਅਦਾ ਜਿਹੜੀ ਹੈ, ਉਹ ਮੈਨੂੰ ਅੰਦਰੋਂ ਇੱਕ ਪ੍ਰੇਰਣਾ ਮਿਲੀ ਕਿ ਮੈਂ ਉਹ ਇੱਥੇ ਵਰਤ। ਜਦੋਂ ਤੁਸੀਂ ਹਿੰਦੀ ਬੋਲਦੇ ਹੋ ਜਾਂ ਮਰਾਠੀ ਬੋਲਦੇ ਹੋ, ਉਹਦੇ ਵਿੱਚ ਜਿਹੜਾ ਪੰਜਾਬੀ ਵਾਲਾ ਜਜ਼ਬਾ ਜਿਹੜਾ ਹੈਗਾ ਉਹ ਕਾਇਮ ਰਹਿੰਦਾ, ਇਹ ਤੁਸੀਂ ਕਹਿ ਰਹੇ ਹੋ? ਹਾਂਜੀ, ਹੋ ਸਕਦਾ ਰਹਿੰਦਾ ਹੋਵੇ, ਹੋ ਸਕਦਾ। ਜਿਹੜੀ ਅਸੀਂ ਦਿੱਲੀ 'ਚ ਹਿੰਦੀ ਬੋਲਦੇ ਹਾਂ, ਉਹ ਹਿੰਦੀ ਨਹੀਂ ਗੀ, ਦਰਅਸਲ ਉਹ ਹਿੰਦੁਸਤਾਨੀ ਹੈ। ਔਰ ਹੁਣ ਉਹ ਹਿੰਦੁਸਤਾਨੀ ਵੀ ਨਹੀਂ, ਜਿਹੜੀ ਜਮਾ ਮਸਜਿਦ ਬੋਲਦੇ ਆ, ਉਸ ਜਿੱਥੇ ਮੈਂ ਰਹਿਣਾ ਉੱਥੇ ਨਹੀਂ ਉਹ ਜੀ ਬੋਲਦੇ। ਦਿੱਲੀ ਦੇ ਵਿੱਚ ਜਿਹੜੀ ਹਿੰਦੀ ਬੋਲੀ ਜਾਂਦੀ ਦਰਅਸਲ ਪੰਜਾਬੀ ਹੋਈ ਹੈ ਜੀ। ਸੋ ਕੁੱਲ ਮਿਲਾ ਕੇ ਮੈਂ ਇਹ ਗੱਲ ਕਹਿਣ ਦੀ ਚਾਹ ਰਿਹਾ ਸੀਗਾ ਕਿ ਵੀ ਜਿਹੜਾ ਤੁਸੀਂ ਬੋਲੀ ਤੋਂ ਸਿੱਖਦੇ ਹੋ, ਇੱਕ ਬੋਲਣਾ ਸਿੱਖਦੇ ਹੋ, ਅਤੇ ਦੂਜਾ ਇੱਕ ਮਨੁੱਖ ਦੇ ਤੌਰ ਦੇ ਉੱਤੇ ਜਿਹੜਾ ਤੁਸੀਂ ਆਪਣੇ ਆਪ ਨੂੰ ਵਧਣਾ ਫੁੱਲਣਾ ਸਿੱਖਦੇ ਹੋ, ਤੁਸੀਂ ਪੰਜਾਬੀ ਮਨੁੱਖ ਦੇ ਤੌਰ ਦੇ ਉੱਤੇ ਦੂਜੀਆਂ ਬੋਲੀਆਂ ਦੇ ਵਿੱਚ ਵੀ ਸਿੱਖਦੇ ਹੋ, ਉਹਨਾਂ ਦੇ ਵਿੱਚ ਵੀ ਆਪਣਾ ਜਿਹੜਾ ਕਾਰਜ ਨਿਭਾਉਂਦੇ ਹੋ। ਉਹਦੇ ਵਿੱਚ ਸਾਨੂੰ ਆਹ ਜਿਹੜੀਆਂ ਬੋਲੀਆਂ ਨੇ, ਇੱਕ ਤਾਂ ਭਾਜੀ ਦੇਖੋ ਜਿਹੜੀ ਆਪਣੀਆਂ ਨਾਰਥ ਇੰਡੀਆ ਜਿਹੜੀ ਬੋਲੀ ਜਾਂਦੀਆਂ, ਇਹਨਾਂ ਦੇ ਵਿੱਚ ਕੋਈ ਇੱਕ ਦੂਸਰੇ ਦੀ ਇੱਕ ਗੂੰਜ ਹੈ ਵੇ। ਮੈਨੂੰ ਅਮਰਜੀਤ ਚੰਦਨ ਹੋਰਾਂ ਦੀ ਇੱਕ ਗੱਲ ਚੰਗੀ ਲੱਗਦੀ ਹੈ, ਉਹ ਕਹਿੰਦੇ ਨੇ ਕਿ ਜਿਹੜਾ ਵੀ ਸਾਹਿਤ ਪਹਿਲੀ ਪੀੜ੍ਹੀ ਜਾਂ ਦੂਜੀ ਪੀੜ੍ਹੀ ਪੰਜਾਬੀ ਨੇ ਘੜਿਆ, ਉਹ ਪੰਜਾਬੀ ਹੈ। ਕ੍ਰਿਸ਼ਨਾ ਸੋਪਤੀ ਵੀ ਪੰਜਾਬੀ ਹੈ, ਔਰ ਜੇ ਕੋਈ ਪੰਜਾਬੀ ਅੰਗਰੇਜ਼ੀ 'ਚ ਕੈਨੇਡਾ 'ਚ ਲਿਖ ਰਿਹਾ, ਭਾਵੇਂ ਦੂਜੀ ਜਾਂ ਤੀਜੀ ਪੀੜ੍ਹੀ ਹੋਵੇ, ਉਹ ਵੀ ਪੰਜਾਬੀ ਹੈ। ਉਸ ਦੀਆਂ ਉਹਦੇ ਵਿੱਚ ਜਿਹੜਾ ਮੈਂਟਲ ਪ੍ਰੋਸੈਸ ਹੈ, ਉਹ ਪੰਜਾਬੀਅਤ ਤੋਂ ਹੀ ਨਿਕਲਿਆ ਹੈ। ਉਹਦਾ ਜਿਹੜਾ ਮੁੱਢ ਹੈ, ਉਹ ਕਿਤੇ ਨਾ ਕਿਤੇ ਤੁਸੀਂ ਟਰੇਸ ਕਰ ਸਕਦੇ ਹੋ ਪੰਜਾਬ ਦੇ ਵਿੱਚ। ਆਹ ਗੱਲ ਮੈਨੂੰ ਕੁਝ ਠੀਕ ਮਹਿਸੂਸ ਹੁੰਦੀ ਹੈ, ਕਿਉਂਕਿ ਮੇਰੀ ਆਪਣੀ ਭੈਣ ਹੈ ਜਿਹੜੀ ਉਹ ਹਿੰਦੀ 'ਚ ਲਿਖਦੀ ਹੈ। ਔਰ ਜਦੋਂ ਮੈਂ ਇਹ ਸਵਾਲ ਉਹਨਾਂ ਨੂੰ ਕੀਤਾ ਵੀ ਤੁਸੀਂ ਪੰਜਾਬੀ ਹੋ ਕੇ ਕਿਉਂ, ਉੱਥੇ ਮੈਨੂੰ ਸਮਝ ਆਇਆ ਕਿ ਉਹ ਸਵਾਲ ਦਰਅਸਲ ਗਲਤ ਹੈ। ਸਵਾਲ ਇਹ ਵੀ ਕਿ ਮੈਂ ਦਿੱਲੀ ਦੇ ਵਿੱਚ ਅੰਮ੍ਰਿਤਸਰ ਵਾਲੀ ਜਾਂ ਆਪਣੇ ਪਿੰਡ ਵਾਲੀ ਪੰਜਾਬੀ ਦਾ ਇਸਤੇਮਾਲ ਕਿਉਂ ਕਰਦਾ, ਕਿਹੜੀ ਜ਼ਬਾਨ ਤੁਹਾਨੂੰ ਕਿਉਂ ਚੁਣਦੀ ਹੈ, ਉਹ ਮੇਰੇ ਉਹ ਇੱਕ ਰਹੱਸ ਹੈ, ਉਹਨੂੰ ਰਹੱਸ ਹੀ ਰਹਿਣ ਦੇਣਾ ਚਾਹੀਦਾ। ਉਸ ਨੂੰ ਜੋ ਲੱਭਣ ਜਾਵਾਂਗੇ, ਉਹ ਫਿਰ ਉਹ ਜਿਹੜੀ ਭਾਫ ਹੈ, ਉਹ ਉਸ 'ਚੋਂ ਵਾਸ਼ਨਾ ਨਿਕਲ ਜਾਣੀ ਹੈ ਅਤੇ ਹੱਥ ਤੁਹਾਡੇ ਕੁਝ ਨਹੀਂ ਆਉਣਾ। ਜੀ, ਇਹ ਰਹੱਸ ਵਾਲੀ ਗੱਲ ਖੂਬਸੂਰਤ ਹੈ। ਸੋ ਇਸ ਕਰਕੇ ਇਹਨੂੰ ਮੈਂ ਇੱਥੇ ਹੀ ਛੱਡਦਾ। ਵਾਪਸ ਹੁਣ ਆਪਾਂ ਆਉਂਦੇ ਹਾਂ ਕਿ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਸਾਡੇ ਦੌਰ ਦਾ ਜਿਹੜਾ ਪੰਜਾਬੀ ਪੌਪ ਸੰਗੀਤ ਹੈ, ਉਹਦੇ ਬਾਰੇ ਤੁਸੀਂ ਟਿੱਪਣੀ ਕਰ ਰਹੇ ਸੀ। ਮੈਂ ਚਾਹਾਂਗਾ ਕਿ ਤੁਸੀਂ ਹੀ ਆਪਣੀ ਉਹ ਗੱਲ ਨੂੰ ਅੱਗੇ ਵਧਾਓ। ਸਾਡੇ ਇੱਕ ਤਾਂ ਸਾਡੇ ਪੌਪ ਦੇ ਵਿੱਚ ਜਿਹੜਾ ਪੁਰਾਣਾ ਪੌਪ ਅਸੀਂ ਕਦੇ ਲਈਏ, ਜਿਵੇਂ ਮੈਂ ਗਾਣਾ ਲਿਖਿਆ ਜੁਗਨੀ, ਉਹਦੇ ਵਾਸਤੇ ਮੈਂ ਪੁਰਾਣੀ ਜੁਗਨੀਆਂ ਸੁਣੀਆਂ। ਮੈਂ ਵਣਜਾਰਾ ਸਿੰਘ ਬੇਦੀ ਦਾ ਲੋਕਧਾਰਾ ਵਿਸ਼ਵਕੋਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਔਰ ਸਮਝਣ ਦੀ ਕੋਸ਼ਿਸ਼ ਕੀਤੀ। ਉਹ ਸਮਝ ਲੱਗੀ ਮੈਨੂੰ ਕਿ ਉਹ ਜਿਹੜੀਆਂ ਲੋਕ ਫਾਰਮਸ ਸੀਗੀਆਂ, ਜਿਹੜੀਆਂ ਸਾਡੀਆਂ ਲੋਕ ਵੰਨਗੀਆਂ ਸੀ, ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਸੁਗੰਧੀ ਸੀ ਜਿਹੜੀ ਕਿ ਹਰ ਕਿਸੇ ਨੂੰ ਖਿੱਚਣ ਦਾ ਕੋਈ ਉਹਦੇ ਵਿੱਚ ਮਾਦਾ ਸੀ। ਹੁਣ ਜਿਹੜਾ ਸਾਡਾ ਸੰਗੀਤ ਹੈ, ਉਸ ਦੇ ਵਿੱਚ ਮੈਨੂੰ ਲੱਗਦਾ ਉਹ ਜਿਹੀ
ਖਿੱਚਣ ਦੀ ਸ਼ਕਤੀ ਛਮਤਾ ਬੜੀ ਸੁੰਗੜ ਗਈ ਹੈ, ਬੜੀ ਘਟ ਗਈ ਹੈ। ਸਾਡਾ ਜਿਹੜਾ ਪੰਜਾਬੀ ਪੌਪ ਮਿਊਜ਼ਿਕ ਹੈ, ਜੇ ਤੁਸੀਂ ਇਸ ਨੂੰ ਪੁਰਾਣੇ ਪੌਪ ਮਿਊਜ਼ਿਕ, ਲਾਹੌਰ ਦਾ ਜਿਹੜਾ ਫਿਲਮ ਮਿਊਜ਼ਿਕ ਸੀ 1940 ਦਾ, ਜੇ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ, ਜਾਂ ਸੁਰਿੰਦਰ ਕੌਰ ਜਾਂ ਆਸਾ ਸਿੰਘ ਮਸਤਾਨਾ ਦਾ ਵੀ ਸੁਣਨ ਦੀ ਕੋਸ਼ਿਸ਼ ਕਰੋ, ਉਸ ਦੇ ਵਿੱਚ ਮਾਲਵੇ 'ਚ ਬੈਠਾ ਬੰਦਾ ਵੀ ਉਸ ਨੂੰ ਉਸੇ ਤਰ੍ਹਾਂ ਮਾਣ ਸਕਦਾ, ਚੰਬੇ 'ਚ ਬੈਠਾ ਵੀ ਉਸ ਤਰ੍ਹਾਂ ਮਾਣ ਸਕਦਾ ਜਾਂ ਹੋਰ। ਹੁਣ ਜਿਹੜਾ ਪੌਪ ਹੈ ਉਹ ਹਰ ਕਿਸੇ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਇੱਕ ਹੋਮੋਜਨਾਈਜ਼ਿੰਗ ਫੋਰਸ ਬਣ ਗਿਆ, ਬਜਾਏ ਇਸ ਦੀ ਕਿ ਇੱਕ ਡੈਮੋਕ੍ਰੈਟਿਕ ਲੋਕ ਵੰਨਗੀ ਹੋਵੇ ਜਿਹੜਾ ਇਸ ਨੂੰ ਜਿਹੜੇ ਤਰੀਕੇ ਦੇ ਨਾਲ ਸਮਝਣਾ ਚਾਹਵੇ ਉਹ ਸਮਝ ਸਕਦਾ। ਸਾਡੇ ਅਜੋਕੇ ਪੌਪ ਮਿਊਜ਼ਿਕ ਦੇ ਵਿੱਚ ਮਾਲਵੇ ਦਾ ਜਿਹੜੀ ਚੌਧਰ ਹੈ ਉਹ ਲੋੜੋਂ ਵੱਧ ਹੈ, ਜੱਟਾਂ ਦਾ ਰੋਲ ਲੋੜੋਂ ਵੱਧ ਹੈ। ਇੱਕ ਵੈਲੀ ਜੱਟ ਦਾ ਜਿਹੜੀ ਚੌਧਰ ਹੈ, ਇੱਕ ਜਿਹੜਾ ਉਹਦੀ ਪ੍ਰਭਤਾ ਹੈ, ਉਹ ਇਸ ਦੇ ਵਿੱਚ ਲੋੜੋਂ ਵੱਧ ਹੈ। ਇੱਕ ਕਿਸਮ ਦਾ ਅਸੀਂ ਇਸ ਨੂੰ ਆਵਾਰਾ ਮਿਊਜ਼ਿਕ ਬਣਾਤਾ ਔਰ ਜ਼ਿਆਦਾਤਰ। ਪਰ ਇਹ ਪੰਜਾਬ ਦੇ ਵਿੱਚ ਜ਼ਮੀਨ ਦੇ ਮਾਲਕਾਂ ਦੇ ਸੰਗੀਤ ਨੂੰ ਇਹ ਕਹਿ ਰਹੇ ਹੋ ਕਿ ਇਹ ਆਵਾਰਾ ਮਿਊਜ਼ਿਕ ਹੋ ਗਿਆ? ਬੜਾ ਆਵਾਰਾ ਮਿਊਜ਼ਿਕ ਹੈ। ਮੈਂ ਇੱਕ ਵਾਰ ਨਹੀਂ ਆਖਿਆ ਭਾਜੀ, ਮੈਂ ਬੜੀ ਵਾਰ ਕਹਿ ਚੁੱਕਿਆ। ਔਰ ਬੜਾ ਉਜੜ ਮਿਊਜ਼ਿਕ ਹੈ। ਔਰ ਵੀ ਜਿੱਥੇ ਤੁਸੀਂ ਗੱਲਾਂ ਹੀ ਹੈ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਨਹੀਂ ਬਲੀ ਮੈਂ ਉਸ ਪਿੰਡ ਦਾ, ਜਿੱਥੇ ਇਹੋ ਜਿਹੀਆਂ ਗੱਲਾਂ ਹੋਣ। ਮੈਨੂੰ ਨਹੀਂ ਪਤਾ, ਸ਼ਾਇਦ ਤੁਸੀਂ ਵੀ ਜ਼ਿਮੀਂਦਾਰ ਪਰਿਵਾਰ ਤੋਂ ਹੋ। ਮੈਂ ਆਪਣੇ ਪਰਿਵਾਰ ਦੇ ਵਿੱਚ ਕਬਜ਼ੇ ਦੇ ਵਿੱਚ ਆਨੰਦ ਲੈਣ ਵਾਲਿਆਂ ਨੂੰ ਬਹੁਤ ਘੱਟ ਜਾਣਦਾ। ਮੈਂ ਮੇਰੀ ਜਿਹੜੀ ਵੀ ਗੁੜਤੀ ਹੈ ਉਹ ਇੱਕ ਚੰਗਾ, ਇੱਕ ਘਰ ਦੇ ਵਿੱਚ ਮਹੱਲੇ ਦੇ ਵਿੱਚ ਚੰਗਾ ਇੱਕ ਪ੍ਰੈਜ਼ੈਂਸ ਰੱਖਣ ਵਾਲਾ ਬੰਦਾ ਬਣਾਉਣ ਦੇ ਵਿੱਚ ਉਸ ਦਾ ਰੋਲ ਹੈ ਵੇ। ਮੈਨੂੰ ਇਸ ਤਰ੍ਹਾਂ ਕਿਸੇ ਨੇ ਨਹੀਂ ਪ੍ਰੇਰਿਆ ਜੀ। ਮੈਂ ਤੁਹਾਡੀ ਗੱਲ ਨਾਲ ਇਸ ਗੱਲ ਨਾਲ ਸਹਿਮਤ ਹਾਂ, ਕਿਉਂਕਿ ਮੈਂ ਵੀ ਇਹ ਗੱਲ ਕਹਿ ਸਕਦਾ ਕਿ ਵੀ ਮੇਰੇ ਨਾਨਕੇ ਦਾਦਕੇ, ਮੇਰੇ ਭੂਆ ਫੁੱਫੜ ਮਾਸੀਆਂ ਸਾਰਿਆਂ ਦੇ ਜੇ ਪਿੰਡਾਂ ਨੂੰ ਵੀ ਰਲਾ ਕੇ ਦੇਖਿਆ ਜਾਵੇ ਤਾਂ ਮੈਨੂੰ ਵੀ ਇਦਾਂ ਦਾ ਬੰਦਾ ਕਦੇ ਨਹੀਂ ਜ਼ਿੰਦਗੀ ਦੇ ਵਿੱਚ ਮਿਲਿਆ। ਮੇਰਾ ਫੁੱਫੜ ਸੀ, 6 ਫੁੱਟਾ ਫੁੱਫੜ ਸੀ ਮੇਰਾ, ਬੜਾ ਜੁੱਸਾ ਔਰ ਬੜੀ ਚੰਗੀ ਉਹਦੀ ਦੇਖ, ਅਫਸਰ ਬੰਦਾ ਸੀ। ਉਸ ਨੂੰ ਮੈਂ, ਜੇ ਉਹ ਬੰਦੇ ਨੂੰ ਉਹਦਾ ਹੱਥ ਹੀ 3 ਕਿਲੋ ਦਾ ਹੱਥ ਹੋਣਾ, ਜੀ ਉਹ ਸਨੀ ਦਿਓਲ ਦਾ 2.5 ਹੈ ਤਾਂ ਮੇਰੇ ਫੁੱਫੜ ਦਾ ਘੱਟੋ ਘੱਟ 3 ਕਿਲੋ ਹੋਣਾ। ਉਹਨੂੰ ਮੈਂ ਆਂਬੇ ਲਾਂਬੇ ਸੱਜੇ ਖੱਬੇ ਲੋਕਾਂ ਦੇ ਨਿਤਾਰਿਆਂ ਕਰਾਉਂਦਿਆਂ ਵੇਖਿਆ। ਉਸ ਨੂੰ ਮੈਂ ਹਰ ਕਿਸੇ ਦੇ ਨਾਲ ਖਲੋਂਦਿਆਂ ਵੇਖਿਆ। ਮੇਰੇ ਪਿਤਾ ਜੀ ਚਲੇ ਗਏ, ਮੇਰੇ ਨਾਲ ਪਿੰਡ ਜਾ ਕੇ ਪਟਵਾਰੀ ਕੋਲ ਜਾਣਾ, ਤਹਿਸੀਲੇ ਜਾਣਾ, ਸਾਰੇ ਕੰਮ ਇਹੋ ਜਿਹੇ ਕਰਦੇ ਮੈਂ ਵੇਖਿਆ। ਔਰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਜਦੋਂ ਆਪਣੀ ਪਰਿਵਾਰਕ ਵੰਡ ਦੇ ਵਿੱਚ ਦੇਖਿਆ ਕਿ ਚੰਗਾ ਖੁਰਾ ਕਿਸੇ ਹੋਰ ਵੱਲ ਜਾ ਰਿਹਾ, ਉੱਥੇ ਵੀ ਮੈਂ ਉਹਨਾਂ ਨੂੰ ਪੈਰ ਪਿਛਾਂ ਪੁੱਟਦਿਆਂ ਵੇਖਿਆ। ਇੱਕ ਦਾਨਾ ਸ਼ਖਸੀਅਤ ਦੇਖੀ ਮੈਂ, ਔਰ ਇਕੱਲੇ ਆਪਣੇ ਫੁੱਫੜ 'ਚ ਨਹੀਂ ਦੇਖੀ, ਇਹੋ ਜਿਹੀਆਂ ਸ਼ਖਸੀਅਤਾਂ ਜ਼ਿਆਦਾ ਸੀ। ਮਤਲਬ ਜਿਹੜੇ ਭਾਰੀ ਹੱਥ ਨੇ ਉਹ ਲੋਕਾਂ ਨੂੰ ਕੁੱਟਣ ਲਈ ਨਹੀਂ ਹੁੰਦੇ, ਉਹ ਨਫਾਸਤ ਲਈ ਵੀ ਹੁੰਦੇ ਨੇ, ਖੂਬਸੂਰਤ ਜ਼ਿੰਦਗੀ ਲਈ ਵੀ। ਸੋ ਮੈਂ ਇਹੋ ਜਿਹਾ, ਔਰ ਮੇਰੀ ਦਾਦੀ ਜਿਹੜੀ ਸੀ ਬਿਲਕੁਲ ਹੀ ਫੁੱਲ ਭਾਰੀ ਜਨਾਨੀ ਸੀ, ਪਰ ਉਸ ਦੇ ਵਿੱਚ ਦਬਕਾ, ਉਸਦੀ ਆਵਾਜ਼ ਦੇ ਵਿੱਚ ਖੜਕਾ, ਉਹ ਬਿਲਕੁਲ ਉਹ ਪਿੰਡ 'ਚ ਰਹਿੰਦੀ ਸੀ, ਪਰ ਪਿੰਡ ਦੇ ਵਿੱਚ ਅੰਗਰੇਜ਼ੀ ਅਸੀਂ ਕਹਿੰਦੇ ਸ਼ੀ ਕੁਡ ਹੈਂਡਲ ਹਰਸੈਲਫ। ਜੇ ਅਸੀਂ ਉਹਦੀ ਬੜੀਆਂ ਗੱਲਾਂ ਸੁਣਦੇ ਰਹੇ ਹਾਂ ਕਿ ਖਾੜਕੂ ਆਏ ਉਹਦੇ ਕੋਲ, ਔਰ ਫਿਰ ਪਿੱਛੇ ਪਿੱਛੇ ਪੁਲਿਸ ਆਈ ਅਤੇ ਉਹ ਕੰਬਦੀ ਹੁੰਦੀ ਸੀ, ਅਤੇ ਪੁਲਿਸ ਵਾਲਾ ਆਇਆ, ਕਹਿੰਦਾ ਮਾਤਾ ਸੁਣਿਆ ਤੇਰੇ ਕੋਲ ਖਾੜਕੂ ਆਉਂਦੇ, ਅਤੇ ਉਹਨੂੰ ਹੋਰ ਕੁਝ ਨਹੀਂ ਸੁਝਿਆ। ਉਹਨੇ ਇੱਕ ਕੋਲੋਂ ਮਾਚਿਸ ਫੜ ਕੇ ਤੀਲੀਆਂ ਜਗਾ ਕੇ ਉਹਦੇ ਬੂਟਾਂ ਉੱਤੇ ਸੁੱਟਣ ਲੱਗ ਗਈ। ਸਿਪਾਹੀ ਨੂੰ ਸਮਝ ਨਹੀਂ ਆਇਆ ਕਿ ਗੱਲ ਕੀ ਕਰ, ਕਹਿੰਦੀ ਬੀਬੀ ਆਹ ਕੀ ਕਰਦੀ? ਕਹਿੰਦੀ ਮੈਂ ਤੈਨੂੰ ਫੂਕਦੀ ਹਾਂ, ਤੂੰ ਸਾਡੇ ਮੁੰਡਿਆਂ ਦੀ ਤੂੰ ਬਿੜਕਾ ਲੈਂਦਾ ਫਿਰਦਾ, ਮੈਂ ਤੈਨੂੰ ਫੂਕਦੀ ਹਾਂ। ਸੋ ਇਹੋ ਜਿਹਾ ਇੱਕ ਦਬਕਾ ਰੱਖਣ ਵਾਲੀ, ਇਹੋ ਜਿਹਾ ਇੱਕ ਜਜ਼ਬਾ ਰੱਖਣ ਵਾਲੀ, ਇਹੋ ਜਿਹੇ ਮੈਂ ਆਪਣੇ ਪਰਿਵਾਰ ਦੇ 'ਚ ਆਪਣੀ ਵੱਡੀ ਭੈਣ ਨੂੰ ਵੀ ਇਸ ਤਰ੍ਹਾਂ ਦਾ ਜਜ਼ਬਾ ਇਹਦੇ ਨਾਲ ਜ਼ਿੰਦਗੀ ਜੀਂਦਿਆਂ ਵੇਖਿਆ, ਆਪਣੀ ਮਾਂ ਨੂੰ ਵੇਖਿਆ।
ਸੋ ਮੇਰੇ ਵਾਸਤੇ ਜਿਹੜਾ ਪੰਜਾਬੀਅਤ ਦਾ ਕੋਈ ਕਨਫਰੰਟੇਸ਼ਨਲ ਐਸਪੈਕਟ ਹੈ ਉਹ ਕਿਸੇ ਉੱਤੇ ਹਮਲਾਵਰ ਹੋਣਾ ਨਹੀਂ ਹੈ। ਕਿਸੇ ਹੱਕ ਸੱਚ ਵਾਸਤੇ ਖਲੋਣਾ ਮੈਂ ਉਹ ਇਸ ਦਾ ਸੂਚਕ ਹੈ। ਔਰ ਜਿਹੜਾ ਪੌਪ ਮਿਊਜ਼ਿਕ ਹੈ ਉਹ ਹੁਣ ਇਸ ਨੂੰ ਪੰਜਾਬੀਅਤ ਦੀ ਜਿਹੜਾ ਬੈਲੈਂਸ ਹੈ ਇਸ ਨੂੰ ਬਿਲਕੁਲ ਤਾਂਠਾਂ ਕਰ ਰਿਹਾ। ਔਰ ਸਾਨੂੰ ਇਸ ਨੇ ਥੋੜ੍ਹੀ ਦੇਰ ਬਾਅਦ ਜਿਹੜੇ ਬਦਨਾਮ ਸੂਬੇ ਨੇ ਹਿੰਦੁਸਤਾਨ ਦੇ ਇਹਨਾਂ ਦੇ ਵਿੱਚ ਸਾਨੂੰ ਇਹਨੇ ਲਿਆ ਖੜਾ ਕਰਨਾ। ਪੰਜਾਬੀਅਤ ਜਿਹੜਾ ਹੈ ਉਹ ਪ੍ਰਿਆ ਬਣ ਜਾਣਾ ਹੈ ਬਦਮਾਸ਼ ਹੋਣ ਦਾ, ਲੰਡੂ ਹੋਣ ਦਾ, ਉਜੱਡ ਹੋਣ ਦਾ, ਖੌਰੂ ਪਾਉਣ ਵਾਲਿਆਂ ਦਾ। ਸੋ ਮੈਨੂੰ ਇਸ ਤੋਂ ਤਕਲੀਫ ਹੁੰਦੀ ਹੈ। ਮੈਂ ਨਹੀਂ ਸਮਝਦਾ ਕਿ ਪੰਜਾਬੀਆਂ ਨੂੰ ਅੱਖਾਂ ਚੱਖਾਂ ਪਾ ਕੇ ਵੇਖਣਾ ਨਹੀਂ ਆਉਣਾ ਚਾਹੀਦਾ, ਪਰ ਅਸੀਂ ਜਿੰਨੀ ਸਾਨੂੰ ਇੱਥੇ ਤੱਕ ਖੜਾ ਕਰਨ ਵਾਸਤੇ ਜਿੰਨੀ ਮਿਹਨਤ ਮਸ਼ੱਕਤ ਜਿਹੜੀ ਪਿਛਲੀ ਪੀੜ੍ਹੀਆਂ ਨੇ ਕੀਤੀ ਹੈ ਮੈਂ ਉਸ ਨੂੰ ਹੁਣ ਪੌਪ ਮਿਊਜ਼ਿਕ ਰਾਹੀਂ ਖੁਰਦ-ਬੁਰਦ ਹੁੰਦਿਆਂ ਵੇਖਦਾ। ਪੌਪ ਮਿਊਜ਼ਿਕ ਕੋਲ ਬਹੁਤ ਤਾਕਤ ਹੈ। ਪੌਪ ਮਿਊਜ਼ਿਕ ਇੱਕ ਕਿਸਮ ਦਾ ਤੁਹਾਡੇ ਦਿਮਾਗ ਦਾ ਸੌਫਟਵੇਅਰ ਹੈ, ਆਰਟ ਸੌਫਟਵੇਅਰ ਹੈ ਦਿਮਾਗ ਦਾ। ਹੋਰ ਇਹਦੀ ਵਿਆਖਿਆ ਬੜੀਆਂ ਨੇ, ਪਰ ਇੱਕ ਇਹਦੀ ਆਪਾਂ ਕਹਿ ਲਈ ਹੱਦਬੰਦੀ ਆ ਵੀ ਹੈ। ਆ ਬੰਦੇ ਦਾ ਸੌਫਟਵੇਅਰ, ਇਸ ਨੂੰ ਸੋਚਣ ਦਾ ਇੱਕ ਤਰੀਕਾ ਜ਼ਰੀਆ ਬਣਦੀ ਹੈ। ਸੋ ਉਹ ਹੁਣ ਦਿਸਦਾ ਨਹੀਂ ਭਾਜੀ ਜੀ। ਅੱਛਾ, ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਚੱਲੀ ਕਿ ਵੀ ਜਿਹੜੇ ਪੰਜਾਬੀ ਦੇ ਜਿਹੜੇ ਮਸ਼ਹੂਰ ਮਕਬੂਲ ਗਾਇਕ ਨੇ, ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਕਿਸਾਨ ਮੋਰਚਾ ਸ਼ੁਰੂ ਹੋਇਆ ਕੇਂਦਰ ਵੱਲੋਂ ਪਾਸ ਕੀਤੇ ਹੋਏ 3 ਖੇਤੀ ਕਾਨੂੰਨਾਂ ਦੇ ਖਿਲਾਫ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਗਾਇਕ ਨੇ ਉਹਨਾਂ ਨੇ ਆ ਕੇ ਗੀਤ ਗਾਏ ਅਤੇ ਇਹ ਦਲੀਲ ਬਾਰ-ਬਾਰ ਦਿੱਤੀ ਗਈ ਕਿ ਦੇਖੋ ਜੀ ਇਹ ਜਿਹੜੇ ਗਾਇਕ ਨੇ ਹੁਣ ਇਹ ਲੋਕਾਂ ਦੇ ਪੱਖ ਦੇ ਵਿੱਚ ਆ ਗਏ ਨੇ, ਲੋਕਾਂ ਦੇ ਸਰੋਕਾਰਾਂ ਦੀ ਗੱਲ ਕਰਦੇ ਨੇ। ਤੁਸੀਂ ਉਸ ਜਿਹੜੀ ਗਾਇਕੀ ਬਾਰੇ ਕੀ ਕਹੇਂਗੇ? ਇੱਕ ਮੇਰੀ ਜਾਚੇ ਇੱਕ ਖੁਸ਼ਨੁਮਾ ਐਪੀਸੋਡ ਹੈ ਪੰਜਾਬੀ ਸੰਗੀਤ ਦਾ। ਕੰਵਰ ਗਰੇਵਾਲ ਨੇ ਇੱਕ ਚੰਗੀ ਇੱਕ ਭੂਮਿਕਾ ਨਿਭਾਈ ਹੈ, ਪਰ ਮੈਨੂੰ ਉਹਦੇ ਕੁਝ ਗੀਤਾਂ ਦੇ ਬੋਲ ਜਿਹੜੇ ਹੈ ਮੈਨੂੰ ਬੜੇ ਅਜੀਬ ਲੱਗੇ। ਜਿਵੇਂ ਕਿਹੜਾ ਗੀਤ ਸੀ, ਕੋਈ ਖੰਡੇ ਤਿੱਖੇ ਕੋਈ ਕਿਰਪਾਨ ਕਰੂਗਾ, ਤੈਨੂੰ ਦਿੱਲੀਏ ਇਕੱਠ ਬੜਾ ਪਰੇਸ਼ਾਨ ਕਰੂਗਾ। ਬਈ ਮੈਂ ਦਿੱਲੀ ਦਾ ਰਹਿਣ ਵਾਲਾ, 10,000 ਬੰਦੇ ਜਿਸ ਸ਼ਹਿਰ ਦੇ ਵਿੱਚ ਆਪੋ ਆਪਣੇ ਘਰਾਂ 'ਚੋਂ ਫੜ ਕੇ ਬਾਹਰ ਪੁਰਜੇ ਟੋਟੇ ਜ਼ਲੀਲ ਕਰਕੇ ਮਾਰ ਦਿੱਤੇ ਗਏ ਹੋਣ, ਮੈਂ ਉਸ ਸ਼ਹਿਰ ਤੋਂ ਹਾਂ। ਔਰ ਮੇਰਾ ਫਿਕਰ ਹਰ ਉਸ ਲਿਰਿਕ ਉੱਤੇ ਜਾਗ ਜਾਂਦਾ ਜਿਹੜੀ ਕਿ ਇਉਂ ਲੱਗਦਾ ਕਿ ਆ ਫਿਰ ਇੱਕ ਵੇਰਾ ਸਾਡੀ ਸਾਈ ਫੜਾਉਣ ਵਾਲੀ ਗੱਲ ਹੋ ਰਹੀ ਹੈ। ਪੰਜਾਬ ਨੂੰ ਇੱਕ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਕੋਈ ਵੀ ਸਟੇਟ ਜਿਹੜੀ ਹੈ ਤੁਸੀਂ ਉਸ ਦੇ ਨਾਲ ਹਥਿਆਰਬੰਦ ਲੜਾਈ ਨਹੀਂ ਲੜ ਸਕਦੇ। ਗੱਲ ਖਤਮ ਹੈ। ਮੈਂ ਦਿੱਲੀ ਤੋਂ ਵੀ ਹਾਂ ਜਿੱਥੇ 10,000 ਬੰਦੇ ਮਰੇ, ਔਰ ਮੈਂ ਮਾਝੇ ਤੋਂ ਵੀ ਹਾਂ ਜਿੱਥੇ 3 ਪੀੜ੍ਹੀਆਂ ਗਰਕ ਹੋ ਗਈਆਂ। ਇੱਕ ਖੜਕੂਵਾ 'ਚ ਗਰਕ ਹੋ ਗਈ, ਇੱਕ ਜਤੀਮੀ 'ਚ ਗਰਕ ਹੋ ਗਈ, ਅਤੇ ਹੁਣ ਤੀਜੀ ਜਿਹੜੀ ਉਹ ਚਿੱਟੇ 'ਚ ਗਰਕ ਹੋ ਗਈ। ਹੁਣ ਜਦੋਂ ਤੁਸੀਂ ਇਹ ਗੱਲ ਕਰਦੇ ਹੋ, ਇਤਰਾਜ਼ ਕਰਦੇ ਹੋ ਇਸ ਗੀਤ ਦੇ ਉੱਤੇ, ਅਤੇ ਇਹਨੂੰ ਮੈਂ ਮਝੈਲ ਦਾ ਇਤਰਾਜ਼ ਸਮਝਾਂ ਜਾਂ ਦਿੱਲੀ ਵਾਲੇ ਦਾ ਇਤਰਾਜ਼ ਸਮਝਾਂ ਜਾਂ ਦੋਨਾਂ ਦਾ ਹੀ? ਦੋਵਾਂ ਦਾ ਇਤਰਾਜ਼ ਹੈ ਜੀ। ਔਰ ਪੰਜਾਬ ਨੂੰ ਜਾਂ ਤਾਂ ਵੀ ਕਹਿ ਦਿਓ ਕਿ ਜਿਹੜੇ ਦਿੱਲੀ ਵਾਲੇ ਉਹ ਸਿੱਖ ਨਹੀਂ, ਔਰ ਸਾਡਾ ਇਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਜਿਹੜੀ ਪਾਰ ਖੱਤੀ ਦੇਣੀ ਹੈ ਜਾਂ ਤਾਂ ਪਾਰ ਖੱਤੀ ਦੇ ਦਿਓ। ਔਰ ਜਿੰਨੇ ਪੰਜਾਬ ਦੇ ਵਿੱਚ ਸ਼ਾਇਦ ਤੁਹਾਡੇ 3.25 ਕਰੋੜ ਹੈ, ਜਿਹੜਾ ਸਾਡੀ 2011 ਦੀ ਮਰਦਮਸ਼ੁਮਾਰੀ ਹੈ ਉਹਦੇ ਮੁਤਾਬਕ ਇੰਨਾ ਕੁ ਹੈ ਵੇ, ਔਰ ਤਕਰੀਬਨ ਇੰਨੇ ਕੀ ਬਾਹਰ ਹੈ ਸ਼ਾਇਦ। ਜੇ ਅਸੀਂ ਸਾਰੇ ਜਾਂ ਤਾਂ ਸਾਰਿਆਂ ਨੂੰ ਤੁਸੀਂ ਪਾਰ ਖੱਤੀ ਦੇ ਦਿਓ ਹੈ, ਔਰ ਪਾਰ ਖੱਤੀ ਜਿਹੜੀ ਜਾਂ ਤਾਂ ਦੂਜੇ ਵੀ ਜਿਹੜੇ ਮੰਨਦੇ ਵੀ ਹੋਣ, ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਉਹਦਾ ਰਿਐਕਸ਼ਨ ਰੱਦੇ ਅਮਲ ਹਿੰਦੁਸਤਾਨ ਦੇ ਵਿੱਚ ਜਿਹੋ ਜਿਹਾ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ। ਲਖੀਮਪੁਰ ਖੇੜੀ ਦੇ ਵਿੱਚ ਜਿਸ ਤਰ੍ਹਾਂ ਸਰਦਾਰ ਨੂੰ ਸ਼ਰੇਆਮ ਜ਼ਲੀਲ ਕਰ ਕਰਕੇ ਕੁੱਟਿਆ ਗਿਆ ਹੈ, ਉਹਦੀ ਗੁਦਾ ਦੇ ਵਿੱਚ ਜਿਸ ਤਰ੍ਹਾਂ ਡੰਡੇ ਵਾੜੇ ਗਏ ਹੈ, ਇਹ ਤਾਂ ਹੁਣੇ ਹੋ ਕੇ ਹਟਿਆ। ਅਤੇ ਅਜੇ ਵੀ ਜੇ ਸਾਨੂੰ ਇਹ ਸਮਝ ਨਹੀਂ ਆ ਰਹੀ, ਜੇ ਅਜੇ ਵੀ ਅਸੀਂ ਕੋਈ ਪੈਂਤੜਾ ਉਹ ਵਰਤਣਾ ਹੈ ਜਿਸ ਦਾ ਸਿੱਧਾ ਅਸਰ ਇਹੋ ਹੈ ਕਿ ਜਿਹੜਾ ਬਾਹਰ ਬੈਠਾ ਪੰਜਾਬੀ ਹੈ ਉਸਨੇ ਦੜਿਆ ਜਾਣਾ। ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਵੀ ਜਿਹੜਾ ਇਸ ਮੋਰਚੇ ਨਾਲ ਜੁੜੇ ਹੋਏ ਗੀਤ ਨੇ ਉਹਨਾਂ ਦੇ ਵਿੱਚੋਂ 1-2 ਗੀਤਾਂ ਦੇ ਵਿੱਚ ਕੁਝ ਬੋਲਾਂ ਤੋਂ ਛੱਡ ਕੇ ਬਾਕੀ ਜਿਹੜਾ ਸਾਰਾ ਹੈ ਉਹ ਵਧੀਆ ਰੁਝਾਨ ਹੈ?
ਮੈਨੂੰ ਇਉਂ ਲੱਗਦਾ, ਮੈਨੂੰ ਇਸ ਤਰ੍ਹਾਂ ਮੈਨੂੰ ਜ਼ਰੂਰ ਲੱਗਦਾ ਕਿ ਹੁਣ ਇਹਦੇ ਵਿੱਚ ਆਈ ਹੋਪ ਕਿ ਮੈਂ ਆਈ ਡੋਂਟ ਕਮ ਅਕ੍ਰੋਸ ਐਜ਼ ਵੈਰੀ ਕਾਸਟ ਕੌਨਸ਼ੀਅਸ, ਪਰ ਮੈਨੂੰ ਜੱਟਾਂ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ ਕਿ ਯੂ ਕਾਂਟ ਟੇਕ ਅ ਜੱਟ ਆਊਟ ਆਫ ਇੱਕ ਕੋਈ ਗੱਲ ਹੈ ਵੀ ਇਹਨਾਂ ਦੇ ਵਿੱਚ, ਭਾਵੇਂ ਇੱਥੇ ਹੋਵੇ, ਭਾਵੇਂ ਵੈਸਟਰਨ ਯੂਪੀ ਹੋਵੇ, ਭਾਵੇਂ ਹਿਮਾਚਲ ਹੋਵੇ, ਜਿੱਥੇ ਜਿਹੜਾ ਬੈਠਾ ਉਹ ਜੱਟਪੁਣਾ ਇੱਕ ਕਾਸਟ ਕੌਨਸ਼ੀਅਸ ਨਾਲੋਂ ਜ਼ਿਆਦਾ ਇੱਕ ਧਰਤੀ ਪ੍ਰੇਮ ਵਾਂਗੂ ਇੱਕ ਉਹ ਵੀ ਰੋਲ ਹੈ, ਇੱਕ ਉਹ ਵੀ ਇਸ ਦਾ ਇੱਕ ਪੱਖ ਹੈ, ਉਹ ਰੂਪ ਹੈ। ਉਹ ਜਿਹੜਾ ਧਰਤੀ ਪ੍ਰੇਮ ਹੈ ਨਾ, ਮੈਂ ਦੇਖਿਆ ਕਿ ਜਿਹੜੇ IT ਦੇ ਵਿੱਚ ਲੱਗੇ ਹੋਏ ਆ, ਜਿਨ੍ਹਾਂ ਦੇ ਜ਼ਮੀਨ ਦੇ ਨਾਲ ਜਿਨ੍ਹਾਂ ਨੇ ਕਦੇ ਗੋਡੀ ਨਹੀਂ ਕੀਤੀ ਹੋਣੀ ਹੈ, ਜਿਹੜੇ ਮੇਰੇ ਵਰਗੇ ਬਿਲਕੁਲ ਹੀ ਜਿਹੜੇ ਸ਼ਹਿਰੀ ਹੈ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਆਂਦਰਾਂ ਨੂੰ ਵੀ ਖਿੱਚ ਪੈਣ ਲੱਗ ਪੈਂਦੀ ਹੈ। ਇਹਦਾ ਅਰਥ ਇਹ ਨਹੀਂ ਕਿ ਅਸੀਂ ਦੂਜਿਆਂ ਦੇ ਉੱਤੇ ਡੋਮੀਨੇਟ ਕਰੀਏ। ਜੇ ਜਿਹਦਾ ਮਤਲਬ ਆਹ ਬਣਦਾ ਤਾਂ ਮੈਂ ਉਹਦਾ ਵਿਰੋਧੀ ਹਾਂ। ਪਰ ਜੱਟਾਂ ਦਾ ਜਿਹੜਾ ਇੱਕ ਧਰਤ ਪ੍ਰੇਮ ਹੈ ਨਾ, ਔਰ ਜਿਹੜੀ ਇੱਕ ਕੌਮੀਅਤ ਦਾ ਇੱਕ ਤਸੱਵਰ ਇਹਨਾਂ ਦੇ ਵਿੱਚ ਪਤਾ ਨਹੀਂ ਕਿਵੇਂ ਵੜਿਆ ਪਿਆ, ਕਿਉਂਕਿ ਮੈਂ ਨਹੀਂ ਦੇਖਦਾ ਕਿ ਹੋਰ ਜਿਹੜੀਆਂ ਕੌਮਾਂ ਨੇ, ਇੰਡੀਆ ਇਜ਼ ਮੈਨੀ ਨੇਸ਼ਨਸ, ਇੱਕ ਕੌਮ ਨਹੀਂ ਗੀ ਇਹਦੇ ਵਿੱਚ ਜਿਹੜੀ ਜੱਟ। ਤੁਸੀਂ ਜੱਟ ਕੌਮ ਦੀ ਗੱਲ ਕਰ ਰਹੇ ਹੋ? ਮੈਂ ਜੱਟ ਕੌਮ ਦੀ ਗੱਲ, ਅਲਮੋੜਾ ਤੋਂ ਲੈ ਕੇ ਅਟਕ ਤੱਕ। ਹਾਂ, ਮੈਂ ਇਹਨਾਂ ਦੇ ਵਿੱਚ ਇੱਕ ਆਪਸ ਦੇ ਵਿੱਚ ਇੱਕ ਜਿਹੜਾ ਬੜਾ ਸੁੱਤਾ ਪਿਆ ਇੱਕ ਤਾਣਾ ਬਾਣਾ ਸੀ ਨਾ, ਉਹਨੂੰ ਫਿਰ ਮੈਂ ਦੇਖਦਾ ਅਚਾਨਕ ਕੋਈ ਮਾੜਾ ਜਾਂ ਕੋਈ ਉਹਨੂੰ ਝਟਕਾ ਵੱਜੇ ਨਾ, ਉਹ ਪੂਰਾ ਫਿਰ ਜਾਗ ਪੈਂਦਾ। ਠੀਕ ਹੈ, ਮੈਨੂੰ ਉਸ ਦੀ ਗੱਲ ਬੜੀ ਚੰਗੀ ਲੱਗਦੀ ਹੈ। ਜੀ, ਤੁਹਾਡੇ ਜਿਹੜੇ ਚਿਹਰੇ ਦੇ ਉੱਤੇ ਜਿਹੜੀ ਖੁਸ਼ੀ ਹੈ ਇਹ ਗੱਲ ਕਰਦੇ ਆ, ਉਹ ਦੇਖੀ ਜਾ ਸਕਦੀ ਹੈ। ਮੈਨੂੰ ਵਾਪਸ ਇੱਕ ਜਿਹੜੀ ਗੱਲ ਤੇ ਤੁਹਾਨੂੰ ਲੈ ਕੇ ਜਾਣਾ, ਤੁਸੀਂ ਇਹੀ ਕਿਹਾ ਸੀਗਾ ਕਿ ਵੀ ਜਿਹੜਾ ਪੰਜਾਬ ਦਾ ਜਿਹੜਾ ਪੌਪ ਸੰਗੀਤ ਹੈ, ਉਹਦੇ ਵਿੱਚੋਂ ਜਿਹੜਾ ਜੱਟ ਪੇਸ਼ ਹੁੰਦਾ ਹੈ ਉਹ ਅਵਾਰਾ ਹੈ। ਮੈਨੂੰ ਅਵਾਰਾ ਹੋਣ 'ਤੇ ਕੋਈ ਇਤਰਾਜ਼ ਨਹੀਂ ਹੈਗਾ। ਤੇ ਦੂਜਾ ਤੁਸੀਂ ਕਿਹਾ ਕਿ ਜੱਟ ਹੈ, ਇਤਰਾਜ਼ ਤਾਂ ਇਹ ਵੀ ਨਹੀਂ ਮੈਂ ਕਰ ਸਕਦਾ, ਪਰ ਮੈਨੂੰ ਥੋੜਾ ਮੈਨੂੰ ਉਹਦੀ ਅਵਾਰਗੀ 'ਤੇ ਵੀ ਨਹੀਂ। ਇਨਫੈਕਟ ਜਦੋਂ ਤੱਕ ਤੁਸੀਂ ਕਹਿ ਲਓ ਮੈਂ ਕਿਤੇ ਬੁਲੰਦੀ ਤੇ ਸੀਗਾ, ਉਹ ਅਵਾਰਾ ਤੇ ਉਹ ਜੱਡ ਜਦੋਂ ਇਸ ਮੋਰਚੇ ਦੇ ਸੰਗੀਤ ਦੇ ਵਿੱਚ ਆਉਂਦਾ ਹੈ, ਉਹ ਕਿਤੇ ਸੀਲ ਹੋ ਜਾਂਦਾ, ਕੋਈ ਨਫਾਸਤ ਨਾਲ ਉਹ ਵੱਜ ਜਾਂਦਾ, ਜਾਂ ਜਿਹੜਾ ਉਹਦਾ ਜੱਡਪਣਾ ਉਹ ਕਿਸੇ ਲੇਖੇ ਲੱਗ ਜਾਂਦਾ? ਦੋਵੇਂ ਗੱਲਾਂ ਨੇ ਭਾਜੀ। ਇੱਕ ਤਾਂ ਜਿਹੜੀ ਨਫਾਸਤ ਹੈ, ਨਫਾਸਤ ਮੈਂ ਐਂ ਸਮਝਦਾ ਕਿ ਜਿਹੜਾ ਬੰਦਾ ਪੰਜਾਬੀ ਬੋਲੀ ਦੇ ਨਾਲ ਜੁੜਿਆ, ਜਿਹਨੇ ਆਪਣੇ ਬੇਲੀਆਂ ਤੋਂ ਪੰਜਾਬੀ ਨਹੀਂ ਸਿੱਖੀ, ਜਿਸ ਨੇ ਆਪਣੀ ਭਾਬੋ ਤੋਂ ਪੰਜਾਬੀ ਸਿੱਖੀ ਹੈ, ਆਪਣੇ ਦਾਦੇ ਤੋਂ ਪੰਜਾਬੀ ਸਿੱਖੀ ਹੈ, ਆਪਣੇ ਪਿੰਡ ਦੇ ਬਜ਼ੁਰਗਾਂ ਤੋਂ ਪੰਜਾਬੀ ਸਿੱਖੀ ਹੈ, ਉਹਦੇ ਵਿੱਚ ਨਫਾਸਤ ਆਉਣੀ ਸਹਿਜ ਹੈ। ਮੇਰੀ ਭਾਬੋ ਜਿਹੜੀ ਹੈ, ਉਹਦੀਆਂ ਅਸੀਂ ਜਾਣਾ, ਸਾਰੇ ਕਜ਼ਨਸ ਨੇ ਬੈਠਣਾ ਰਾਤ ਨੂੰ, ਸੌਣ ਤੋਂ ਪਹਿਲਾਂ ਉਸਨੇ ਸਾਨੂੰ ਸਾਰਿਆਂ ਨੂੰ ਦੁੱਧ ਪਿਆਉਣਾ, ਕੜਿਆ ਦੁੱਧ, ਅਤੇ ਨਾਲ ਉਸਨੇ ਗੱਲਾਂ ਸੁਣਾਉਣੀਆਂ, ਬਾਤਾਂ ਸੁਣਾਉਣੀਆਂ ਸੀ, ਕਹਿਣਾ ਭਾਬੀ ਕੋਈ ਬਾਤ ਪਾ। ਉਹਦੀਆਂ ਜਿਹੜੀਆਂ ਉਹ ਬਾਤਾਂ ਨੇ, ਉਸ ਦੇ ਵਿੱਚ ਬੜੀ ਇੱਕ ਰੂਹਾਨੀਅਤ ਹੈ, ਖੂਬਸੂਰਤੀ ਹੈ, ਆਰਟ ਹੈ, ਸਭ ਕੁਝ ਹੈ। ਜਿਸ ਨੇ ਉਹ ਚੰਗੀ ਤਰ੍ਹਾਂ ਸੁਣਿਆ, ਮੈਨੂੰ ਲੱਗਦਾ ਉਹ ਬੰਦਾ ਉਹ ਕਦੇ ਵੀ ਭਟਕ ਨਹੀਂ ਸਕਦਾ। ਇਹ ਦੋ ਹੀ ਗੱਲਾਂ ਜੁੜਦੀਆਂ ਨੇ ਕਿ ਇੱਕ ਪਾਸੇ ਕੜਿਆ ਦੁੱਧ ਪੀ ਰਹੇ ਹਾਂ ਤੇ ਦੂਜੇ ਪਾਸੇ ਕੜੀਆਂ ਹੋਈਆਂ ਗੱਲਾਂ, ਕੜੀਆਂ ਗੱਲਾਂ ਸੁਣ ਰਹੇ ਹਾਂ। ਸੋ ਮੈਨੂੰ ਇਉਂ ਲੱਗਦਾ ਕਿ ਕਿਤੇ ਨਾ ਕਿਤੇ ਨਾ ਸਾਡੇ ਕੋਲ ਇੱਕ ਅਕਾਦਮਿਕ ਨਫਾਸਤ ਆ ਗਈ ਹੋਵੇਗੀ। ਯੂਨੀਵਰਸਿਟੀਆਂ ਨੇ ਇੱਕ ਸਾਨੂੰ ਜਿਹੜੇ ਨਵੇਂ ਅਕੀਦੇ ਹੈ, ਟੀਚੇ, ਇਹਨਾਂ ਦੇ ਨਾਲ ਜਾਣੂ ਕਰਾਇਆ, ਪਰ ਕਿਤੇ ਨਾ ਸਾਡੀ ਜਿਹੜੀ ਜ਼ਬਾਨ ਦੀ ਇੱਕ ਪੁਖਤਗੀ ਹੈ, ਉਹ ਕਿਤੇ ਨਾ ਕਿਤੇ ਗਵਾਚੀ ਹੈ। ਕਿਤੇ ਨਾ ਕਿਤੇ ਉਸਨੂੰ ਹੋਰ ਪਿਉਂਦਾਂ ਚੜ੍ਹੀਆਂ ਨੇ, ਜਿਹੜੀ ਚੜ੍ਹਨੀਆਂ ਚਾਹੀਦੀਆਂ ਵੀ ਨੇ, ਨਹੀਂ ਚੜ੍ਹਨੀਆਂ ਚਾਹੀਦੀਆਂ ਮੈਂ ਨਹੀਂ ਕਹਿ ਸਕਦਾ, ਪਰ ਇਉਂ ਲੱਗਦਾ ਕਿ ਕਿਉਂਕਿ ਜ਼ਬਾਨ ਸਾਡੀ ਥੋੜ੍ਹੀ ਜਿਹੀ ਲੱਸੀ ਹੋਈ ਹੈ, ਇਸ ਦੇ ਨਾਲ ਸਾਡੀ ਨਫਾਸਤ ਵੀ ਘਟੀ ਹੈ। ਪਰ ਜਦੋਂ ਇਹੋ ਜਿਹਾ ਇੱਕ ਵੱਡਾ ਕੋਈ ਕੌਮੀ ਤਜਰਬਾ ਅਸੀਂ ਹੰਡਾਉਂਦੇ ਹਾਂ, ਅਤੇ ਫਿਰ ਉਹ ਸਾਰੀ ਜਿਹੜੀ ਪਾਸਟ ਸਾਡੀ ਕੋਈ ਤੱਤ ਮੀਮਾਂਸਾ ਨਾ, ਉਹ ਜਾਗ ਪੈਂਦੀ। ਮੈਨੂੰ ਇਉਂ ਜਾਪਦਾ ਕਿ ਕਿਤੇ ਨਾ ਕਿਤੇ ਸਿਕੰਦਰ ਦੇ ਨਾਲ ਲੋਹਾ ਲੈਣ ਵਾਲਾ ਜਿਹੜਾ ਕੋਈ ਕਬੀਲਾ, ਉਹ ਵੀ ਸ਼ਾਇਦ ਮੇਰੇ ਅੰਦਰ ਜਾਗ ਪੈਂਦਾ। ਕਿਤੇ ਨਾ ਕਿਤੇ ਸਿਰ ਤਲੀ 'ਤੇ ਲੈ ਕੇ ਖੰਡਾ ਵਾਹੁਣ ਵਾਲਾ, ਉਹ ਵੀ ਕਿਤੇ ਮੇਰੇ ਅੰਦਰ ਜਾਗ ਪੈਂਦਾ। ਸੋ ਇਹਨਾਂ ਸਾਰਿਆਂ ਦੀ ਲੋੜ ਹੁੰਦੀ ਹੈ।
ਕਿਤੇ ਉਹ ਫਕੀਰ ਨਹੀਂ ਜਾਗਦਾ ਜਿਹੜਾ ਸਿਕੰਦਰ ਨੂੰ ਇਹ ਕਹਿੰਦਾ ਕਿ ਇੱਕ ਪਾਸੇ ਹੋ ਜਰਾ ਛਾਂ ਪੈਣ ਦੇ, ਧੁੱਪ ਆਉਣ ਦੇ। ਮੈਗੈਸਥਨੀਜ਼ ਨੇ ਲਿਖਿਆ ਨਾ ਡੈਂਡਮਿਸ, ਸਵਾਮੀ ਦੰਡ ਪਾਣੀ ਹੋਣਾ, ਆਪਣੇ ਬੀਜੇਪੀ ਆਖਣ ਲੱਗ ਪਈ ਕਿ ਸਵਾਮੀ ਦੰਡ ਪਾਣੀ ਹੁੰਦਾ, ਮੈਗੈਸਥਨੀਜ਼ ਉਸ ਨੂੰ ਉਹ ਲਿਖਿਆ। ਮੇਰੇ ਵਾਸਤੇ ਉਹ ਮੇਰੇ ਖਿਆਲ ਨਾਲ ਸ਼ਾਇਦ ਸਭ ਤੋਂ ਹੀ ਜ਼ਿਆਦਾ ਖੂਬਸੂਰਤ ਇੱਕ ਸਾਹਿਤ ਦਾ ਇੱਕ ਟੋਟਾ ਹੈ, ਔਰ ਮੈਂ ਜਦੋਂ ਗਵਾਚ ਜਾਂਦਾ ਮੈਂ ਉਸ ਨੂੰ ਜ਼ਰੂਰ ਪੜ੍ਹਦਾ ਦੁਬਾਰਾ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਤੁਸੀਂ ਕਈ ਵਾਰ ਇਹ ਕਹੀ ਹੈ ਕਿ ਜਿਹੜਾ ਪੰਜਾਬੀ ਸੰਗੀਤ ਹੈ ਮੌਜੂਦਾ ਦੌਰ ਦੇ ਵਿੱਚ ਉਹ ਕਿਤੇ ਕਿਤੇ ਇਹ ਲੱਗਦਾ ਕਿ ਵੀ ਉਹ ਸਾਰੇ ਦਾ ਸਾਰਾ ਜਿਹੜਾ ਦਰਬਾਰੀ ਹੋ ਗਿਆ। ਇਹਦਾ ਕੀ ਮਾਇਨਾ ਹੈ? ਦਰਬਾਰੀ ਵੀ ਨਹੀਂ ਬਾਜੀ, ਬਾਜ਼ਾਰੀ ਹੋ ਗਿਆ। ਦਰਬਾਰ ਦੇ ਮੈਂ ਉਹਨੂੰ ਇਦਾਂ ਦੇਖਦਾ ਕਿ ਵੀ ਮੰਡੀ ਦਾ ਵੀ ਇੱਕ ਦਰਬਾਰ ਹੁੰਦਾ, ਮੰਡੀ ਦਾ ਦਰਬਾਰ ਹੀ। ਹਾਂ, ਜਿਹੜਾ ਸਰਮਾਏਦਾਰ ਹੈ ਉਹਦੇ ਦਰਬਾਰ ਦਾ ਇੱਕ ਪਾਲਤੂ ਕਤੂਰਾ ਕਹਿ ਲਓ। ਸਾਡੀ ਔਕਾਤ ਇੰਨੀ ਕੁ ਹੋ ਗਈ ਹੈ, ਸੱਚੀ ਗੱਲ ਤਾਂ ਹੈ। ਹੁਣ ਅਸੀਂ ਪੰਜਾਬੀਆਂ ਦੇ ਜਿਹੜੇ ਸਰੋਕਾਰ ਹੈ ਉਹ ਤਾਂ ਅਸੀਂ ਕਹਿਣੀ ਹੀ ਬੰਦ ਕਰਤੇ ਹੈ, ਜਾਂ ਬਿਲਕੁਲ ਸਿੱਧ ਪਿੱਧਰੀ ਜੀ ਗੱਲ ਕਹਿੰਦੇ ਆ ਕਿ ਵੀ ਮੀਂਹ ਨਹੀਂ ਪਿਆ ਤੇ ਔੜ ਲੱਗ ਗਈ ਆ, ਇਹੋ ਜਿਹੇ ਜੱਟਾਂ ਦੇ ਜਿਹੜੇ, ਜਾਂ ਮੇਰੀ ਖੜੀ ਫਸਲ ਤੇ ਆਪਣਾ ਗੜੇ ਪੈ ਗਏ ਆ, ਇਹੋ ਜਿਹੀਆਂ ਗੱਲਾਂ ਮੈਂ ਇੱਕ ਦੋ ਸੁਣੀਆਂ ਨੇ। ਪਰ ਜਿਹੜਾ ਆਮ ਪੰਜਾਬੀ ਹੈ, ਸ਼ਹਿਰ 'ਚ ਵਸਣ ਵਾਲਾ, ਸਲੰਮ ਦੇ ਵਿੱਚ ਰਹਿਣ ਵਾਲਾ, ਰਵਦਾਸੀਆ ਜਾਂ ਹੋਰ ਇਹ ਕੋਈ ਜਿਹੜੀ ਇਹਨਾਂ ਦੇ ਉੱਤੇ ਰੋਜ਼ਮर्रा ਦੀ ਤਸ਼ੱਦਦ ਹੈ, ਇਸ ਦੀ ਕਹਾਣੀ ਮੈਂ ਕਿਤੇ ਵੀ, ਇਸ ਦਾ ਅਕਸ ਮੈਂ ਕਿਤੇ ਨਹੀਂ ਵੇਖਦਾ, ਨਾ ਗੀਤਾਂ 'ਚ ਵੇਖਦਾ, ਨਾ ਸਾਹਿਤ 'ਚ ਵੇਖਦਾ, ਨਾ ਟੀਵੀ 'ਤੇ ਵੇਖਦਾ, ਨਾ ਕਿਤੇ ਵੇਖਦਾ। ਔਰ ਜਿਹੜੀ ਔਰਤ ਹੈ, ਪੰਜਾਬੀ ਔਰਤ ਹੈ, ਉਸਨੇ ਹੁਣ ਆਪਣੇ ਆਪ ਨੂੰ ਪੰਜਾਬੀ ਮਰਦ ਦੀ ਫੂਹੜ ਪਸੰਦ ਦੇ ਅਨੁਸਾਰ ਢਾਲ ਲਿਆ ਗੀਤਾਂ ਦੇ ਵਿੱਚ, ਜਾਂ ਜਿਹੜੀ ਵੀ ਸਾਡੇ ਕਲਚਰ ਦੇ ਵਿੱਚ ਜਿਹੜੀਆਂ ਵੀ ਫਾਰਮਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਮ ਕੰਜ਼ਿਊਮ ਕਰਦੇ ਹਾਂ ਕਲਚਰ, ਉਹਨਾਂ ਸਾਰੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਇਹਦਾ ਅਸਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹੋ। ਬਣ ਫੱਬ ਕੇ ਸੋਸ਼ਲ ਮੀਡੀਆ ਦੇ ਉੱਤੇ ਬਣਨਾ ਫੱਬਣਾ ਆਪਣੀ ਪ੍ਰਕਿਰਤੀ ਦੇ ਮੁਤਾਬਕ ਨਹੀਂ, ਆਪਣੀ ਖਸਲਤ ਦੇ ਮੁਤਾਬਕ ਨਹੀਂ, ਮੁੰਡਿਆਂ ਦੀ ਫੂਹੜ ਪਸੰਦ ਦੇ ਮੁਤਾਬਕ ਇਸ ਤਰ੍ਹਾਂ ਤਿਆਰ ਹੋ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਉੱਤੇ ਪੇਸ਼ ਕਰਨਾ, ਔਰ ਇਹਦੀ ਇੱਕ ਭਰਮਾਰ ਵੇਖਦੇ ਹਾਂ ਅਸੀਂ। ਅਤੇ ਇਹਦਾ ਜਿਹੜਾ ਇੱਕ ਸਾਡੇ ਸਾਰਿਆਂ ਉੱਤੇ ਇੱਕ ਕੁੱਲ ਅਸਰ ਜਿਹੜਾ ਹੈ ਨਾ, ਉਹ ਮੈਨੂੰ ਬੜਾ ਫਿਕਰਮੰਦ ਕਰਦਾ, ਕਿਉਂਕਿ ਮੇਰੀ ਆਪਣੀ ਬੇਟੀ ਹੈ, ਮੇਰਾ ਆਪਣਾ ਬੇਟਾ ਵੱਡਾ ਹੋ ਰਿਹਾ, ਮੈਂ ਇਹਨਾਂ ਦੇ ਉੱਤੇ ਇਸ ਕਿਸਮ ਦੀ ਫੂਹੜਤਾ ਦਾ ਅਸਰ ਜਿਹੜਾ ਇਹਦੇ ਬਾਰੇ ਮੈਂ ਜ਼ਰੂਰ ਸੋਚਦਾ ਜੀ। ਮੈਂ ਜਿਹੜਾ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਸੀਗਾ ਕਿ ਤੁਸੀਂ ਕਿਹਾ ਕਿ ਵੀ ਇਹ ਜਿਹੜਾ ਸੰਗੀਤ ਹੈ ਇਹ ਦਰਬਾਰੀ ਹੈ ਅਤੇ ਇਹ ਮੰਡੀ ਦਾ ਦਰਬਾਰੀ ਹੈਗਾ, ਅਤੇ ਇਹ ਜਿਹੜਾ ਮੰਡੀ ਦਾ ਦਰਬਾਰੀ ਹੈ ਉਹ ਮੋਰਚੇ ਦੇ ਨਾਲ ਇਹਦੇ ਉੱਤੇ ਰਾਤੋਂ ਰਾਤ ਕਿਸੇ ਕਿਸਮ ਦੀ ਅਕਲ ਦੀ ਬਾਰਿਸ਼ ਹੋ ਜਾਂਦੀ ਹੈ, ਜਾਂ ਇਹਨੂੰ ਕਿਸੇ ਕਿਸਮ ਦੀ ਲਗਾਤਾਰਤਾ ਦੇ ਵਿੱਚ ਵੀ ਵੇਖਿਆ ਜਾ ਸਕਦਾ? ਨਹੀਂ, ਦੇਖਿਆ ਜਾ ਸਕਦਾ, ਬਿਲਕੁਲ ਵੇਖਿਆ ਜਾ ਸਕਦਾ। ਸਾਰੀ ਗੱਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਔਰ ਜਿਹੜੇ ਆਏ ਨੇ ਬਾਹਰ, ਉਹਨਾਂ ਦੇ ਗਾਣਿਆਂ ਦੇ ਨਾਲ ਮੈਨੂੰ ਤਕਲੀਫ ਹੋ ਸਕਦੀ ਹੈ, ਪਰ ਉਹਨਾਂ ਦੀ ਇਸ ਤਹਿਰੀਕ ਦੇ ਵਿੱਚ ਜਿਹੜੀ ਉਹਨਾਂ ਦੀ ਨੇਕ ਨੀਅਤੀ ਹੈ, ਮੈਂ ਉਸ ਉੱਤੇ ਸ਼ੰਕਾ ਨਹੀਂ ਕਰ ਸਕਦਾ। ਔਰ ਬੰਦਾ ਨਾ ਪੂਰਾ ਚੰਗਾ ਹੁੰਦਾ ਨਾ ਪੂਰਾ ਮਾੜਾ ਹੁੰਦਾ। ਪਰ ਦੂਜਾ ਜਿਹੜਾ ਮੈਂ ਸਵਾਲ ਪੁੱਛ ਰਿਹਾ ਸੀ ਕਿ ਪੰਜਾਬੀ ਸੰਗੀਤ ਦੇ ਵਿੱਚ ਇਹਨੂੰ ਕੋਈ ਇਨਕਲਾਬੀ ਮੋੜ ਮੰਨਿਆ ਜਾ ਸਕਦਾ, ਜਾਂ ਇਹ ਵਕਤੀ ਹੈ ਮਾਮਲਾ? ਨਹੀਂ, ਐਸਾ ਇਨਕਲਾਬੀ ਗਾਣਾ ਮੈਂ ਤਾਂ ਦੇਖਿਆ ਨਹੀਂ। ਐਸਾ ਲੈ ਦੇ ਕੇ ਜੇ ਕਿਸੇ ਨੂੰ ਤੁਸੀਂ ਕੰਸਿਸਟੈਂਟ ਮੰਨੋਗੇ ਕਿ ਜਿਸ ਨੇ ਲਗਾਤਾਰ ਆਪਣੀ ਕਿਸੇ ਪੋਜੀਸ਼ਨ ਉੱਤੇ ਪਹਿਰਾ ਦਿੱਤਾ ਹੈ, ਜਾਂ ਕੁਝ ਸਮਝ ਕੇ ਗੱਲ ਥੋੜ੍ਹੀ ਜਿਹੀ ਬਦਲੀ ਵੀ ਹੈ, ਕਿਉਂਕਿ ਬਦਲਾਅ ਵੀ ਬੜਾ ਜ਼ਰੂਰੀ ਹੈ। ਕੋਈ ਇਹ ਜ਼ਰੂਰੀ ਨਿਗਾ ਕਿ ਤੁਸੀਂ ਜਿਹੜੇ ਪੁਆਇੰਟ ਤੋਂ ਗੱਲ ਸ਼ੁਰੂ ਕੀਤੀ ਸੀ ਤੁਸੀਂ ਉਸੇ ਪੁਆਇੰਟ ਉੱਤੇ ਖੜੇ ਰਹੋ ਜਾਂ ਅੜੇ ਰਹੋ, ਭਾਵੇਂ ਉਹ ਗਲਤ ਹੋਵੇ। ਆਪਣੇ ਅਕੀਦੇ ਦੇ ਵਿੱਚ, ਟੀਚੇ ਦੇ ਵਿੱਚ ਮਾੜਾ ਮੋਟਾ ਬਦਲਾਅ ਲਿਆਉਣਾ, ਆਹ ਵੀ ਇੱਕ ਮੈਚੋਰਿਟੀ ਦੀ ਨਿਸ਼ਾਨੀ ਹੈ। ਇਹੋ ਜਿਹੇ ਕੁਝ ਲੱਛਣ ਮੈਨੂੰ ਜ਼ਰੂਰ ਦਿਸੇ ਨੇ। ਉਹਨਾਂ 'ਚੋਂ ਇੱਕ ਨਾਂ ਜਿਹੜਾ ਮੈਂ ਲੈਣਾ ਜ਼ਰੂਰੀ ਸਮਝਦਾ, ਉਹ ਕੰਵਰ ਗਰੇਵਾਲ ਹੈ। ਉਸ ਦੀ ਪੋਜੀਸ਼ਨ ਜਿਹੜੀ ਹੈ ਉਹ ਬੜੀ ਇੱਕ ਕਹਿ ਲਓ ਫੂਹੜ ਕਹਿ ਲਓ ਕਿ ਖੰਡੇ ਤਿੱਖੇ ਕਰਾਂਗੇ ਔਰ ਅਸੀਂ ਇਹ ਦਿੱਲੀ ਤੇਰੀ ਇੱਥੇ ਅਸੀਂ ਕਰਾਂਗੇ, ਉੱਥੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਉਸ ਦੇ ਵਿੱਚ ਇੱਕ ਸੈਂਸਿਟਿਵਿਟੀ, ਇੱਕ ਸੰਜੀਦਗੀ
ਹੌਲੀ 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 ਉਹਦੇ ਗੀਤਾਂ ਦੇ ਵਿੱਚ ਦੇਖਣ ਨੂੰ ਮਿਲੀ, ਜਿਹਨੂੰ ਮੈਂ ਇੱਕ ਮੁਬਾਰਕ ਸੰਕੇਤ ਸਮਝਦਾ। ਤੁਸੀਂ ਇਹ ਕਹਿ ਰਹੇ ਸੀਗੇ ਕਿ ਕਮਰ ਗਰੇਵਾਲ ਹੋਣਾ ਦਾ ਜਿਹੜਾ ਇਹ ਲਾਈਨ ਹੈ, ਇਹ ਕਾਫੀ ਜਿਹੜੀ ਹੈਗੀ ਹੈ ਇਤਰਾਜ਼ ਗੋਚਰੀ ਲਾਈਨ ਹੈ। ਮੈਨੂੰ ਪ੍ਰੋਬਲਮੈਟਿਕ ਲੱਗਦੀ ਭਾਜੀ, ਖਾਸ ਕਰਕੇ ਕਿਉਂਕਿ ਮੈਂ ਦਿੱਲੀੋਂ ਵੀ ਹਾਂ ਔਰ ਮੈਂ ਮਾਝੇ ਤੋਂ ਵੀ ਹਾਂ, ਜਿੱਥੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਮੈਂ ਇੱਕ ਤਵਾਰੀਖੀ ਲਾਸਾਨੀ ਤਸ਼ੱਦਦ ਵੇਖੀ ਹੈ। ਔਰ ਤੁਸੀਂ ਕਿਹੜੀ ਰਾਏ ਕਿਸੇ ਤਹਿਰੀਕ ਨੂੰ ਤੋਰਨਾ ਹੈ, ਉਹ ਬੜਾ ਇੱਕ ਸੈਂਸਿਟਿਵ ਕੰਮ ਹੈ। ਔਰ ਜਿਹੜੇ ਵੀ ਆਰਟਿਸਟ ਉਹਨਾਂ ਹੈਗੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਦੇ ਬਾਰੇ ਬਹੁਤ ਸੋਚ ਸਮਝ ਕੇ ਗੱਲ ਕਰਨ। ਔਰ ਆਰਟ ਤੋਂ ਬਾਅਦ ਫਲਸਫਾ ਪੈਦਾ ਹੁੰਦਾ, ਫਲਸਫੇ ਤੋਂ ਬਾਅਦ ਤਹਿਰੀਕ ਪੈਦਾ ਹੁੰਦੀ ਹੈ। ਸੋ ਆਰਟ ਦਾ ਬੜਾ ਇੱਕ ਜ਼ਰੂਰੀ ਰੋਲ ਹੈ ਔਰ ਮੈਨੂੰ ਲੱਗਿਆ ਕਿ ਉਹ ਗੈਰ ਜ਼ਿੰਮੇਦਾਰਾਨਾ ਗੱਲ ਹੈ। ਪਰ ਮੈਂ ਉਸ ਤੋਂ ਬਾਅਦ ਮੈਂ ਟਿਕਰੀ ਬਾਰਡਰ ਗਿਆ। ਟਿਕਰੀ ਬਾਰਡਰ 'ਤੇ ਮੈਂ ਜਿਹੜਾ ਉਹਨੂੰ ਨੇੜਿਓਂ ਵੇਖਿਆ, ਉਸ ਦੇ ਵਿੱਚ ਮੈਨੂੰ ਉਸ ਦੇ ਹੋਰ ਧਰਮਾਂ ਪ੍ਰਤੀ ਇੱਕ ਇੱਜ਼ਤ ਕਰਨ ਵਾਲਾ ਔਰ ਇੱਕ ਕੋਸਮੋਪੋਲੀਟਨ, ਇੱਕ ਸਰਬਪੱਖੀ ਇੱਕ ਕਿਰਦਾਰ ਵੀ ਦੇਖਣ ਨੂੰ ਮਿਲਿਆ। ਧੁਨੀ ਲਾਉਂਦਾ ਉਹ ਵਿੱਚ, ਕਦੇ ਵਾਹਿਗੁਰੂ ਵਾਹਿਗੁਰੂ ਦੀ ਕਰਦਾ, ਵਿੱਚ ਰਾਮ ਰਾਮ ਦੀ ਵੀ ਕਰਦਾ, ਵਿੱਚ ਅੱਲਾ ਅੱਲਾ ਦੀ ਵੀ ਕਰਦਾ, ਵਿੱਚ ਅੱਲਾਹੂ ਅੱਲਾਹੂ ਵੀ ਕਰਦਾ। ਸੋ ਇਹ ਸਾਡੇ ਸਾਰਿਆਂ ਦੀ ਇੱਕ ਪ੍ਰੋਬਲਮ ਹੈ। ਅਸੀਂ ਸਾਡੀ ਪੰਜਾਬੀਅਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਛੱਲਾਂ ਨੇ ਔਰ ਕਦੇ ਉਹ ਇੱਕ ਬੜੀ ਮਜ਼ਹਬੀ ਛੱਲ ਹੈ, ਕਦੇ ਇੱਕ ਕੋਈ ਪੁਰਾਣੀ ਹਰ ਕਿਸੇ ਨਾਲ ਜੋੜਨ ਵਾਲੀ ਤੰਦ ਆਪਣੇ ਢਿੱਡ 'ਚ ਲੈ ਕੇ ਤੁਰਨ ਵਾਲੀ ਛੱਲ ਹੈ। ਬੁੱਲੇ ਸ਼ਾਹ ਦਾ ਕਲਾਮ ਹੈ, ਬਾਹੂ ਦਾ ਕਲਾਮ ਹੈ। ਸੋ ਮੈਨੂੰ ਇਉਂ ਲੱਗਦਾ ਕਿ ਜਿਹੜੇ ਪੰਜਾਬੀਅਤ ਦੇ ਕਲਾਸਿਕ ਸ਼ਾਇਰ ਨੇ, ਕਵੀ ਨੇ, ਅਸੀਂ ਪਹਿਲਾਂ ਇਹਨਾਂ ਨੂੰ ਜਿੰਨਾ ਘੋਖ ਸਕਦੇ ਹਾਂ, ਜਿੰਨਾ ਅਸੀਂ ਇਹਨਾਂ ਨੂੰ ਨਿਚੋੜ ਸਕਦੇ ਹਾਂ, ਪੀ ਸਕਦੇ ਹਾਂ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਮਕਬੂਲ ਹਰ ਪੱਖੋਂ ਜਿਹੜੇ ਥੰਮ ਸਰੂਪ ਜਿਹੜੇ ਸਾਹਿਤਕਾਰ ਨੇ, ਇਹਨਾਂ ਦੇ ਵਿੱਚ ਸਾਨੂੰ ਇੱਕ ਤਸਦੀਕਸ਼ੁਦਾ ਪੰਜਾਬੀਅਤ ਦੇ ਤਸੱਵਰ ਤੇ ਦਰਸ਼ਨ ਹੁੰਦੇ ਨੇ। ਔਰ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਮੈਂ ਸ਼ਾਹ ਹੁਸੈਨ ਨੂੰ ਗਿਣਾਂਗਾ, ਬਾਬੇ ਨਾਨਕ ਨੂੰ ਤਾਂ ਮੈਂ ਗਿਣਾਂਗਾ ਹੀ ਗਿਣਾਂਗਾ, ਬਾਬੇ ਫਰੀਦ ਨੂੰ ਵੀ ਗਿਣਾਂਗਾ, ਸ਼ਾਹ ਹੁਸੈਨ ਹੈ, ਬੁੱਲੇ ਸ਼ਾਹ ਹੈ, ਸੁਲਤਾਨ ਬਾਹੂ ਹੈ, ਸ਼ਿਵ ਬਟਾਲਵੀ ਹੈ, ਲਾਲ ਸਿੰਘ ਦਿਲ ਹੈ, ਹਰਭਜਨ ਸਿੰਘ ਹੈ। ਇਹ ਜਿਹੜੇ ਨੇ ਜਿਹੜੇ ਮਹਾਂਪੁਰਖ ਨੇ, ਇਹਨਾਂ ਤੋਂ ਮੇਰੇ ਖਿਆਲ ਨਾਲ ਇਹ ਆਪਣਾ ਕੁਝ ਰਚਣ ਤੋਂ ਪਹਿਲਾਂ ਇਹਨਾਂ ਦੀ ਰਚਨਾ 'ਚੋਂ ਲੰਘਣਾ ਜ਼ਰੂਰੀ ਹੈ। ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਫਾਈਨਲ ਪੰਜਾਬੀਅਤ ਹੈ, ਜਿਹੜੀ ਕਿ ਸਰਵਾਈਵਿੰਗ ਪੰਜਾਬੀਅਤ ਹੈ, ਜਿਹੜੀ ਅਡੈਪਟਿਵ ਪੰਜਾਬੀ ਹੈ, ਜਿਹੜੀ ਅਖੀਰ ਆਪਣੇ ਕਿਸੇ ਮੁਕਾਮ 'ਤੇ ਪਹੁੰਚੀ ਹੈ, ਉਹ ਇਹਨਾਂ ਥਾਣੀ ਲੰਘ ਕੇ ਪਹੁੰਚਦੀ ਹੈ। ਇਹ ਸਾਡੀ ਤਵਾਰੀਖ ਦੇ, ਸਾਡੀ ਯਾਤਰਾ ਦੇ ਮਟਰ ਦੇ ਦਾਣੇ ਹੈ, ਜਿਨ੍ਹਾਂ ਦੇ ਸਿਰ 'ਤੇ ਅਸੀਂ ਆਪਣੇ ਕਿਸੇ ਓਰੀਜਨ ਤੱਕ ਪਹੁੰਚ ਸਕਦੇ ਹਾਂ, ਆਪਣੇ ਮੁੱਢ ਤੱਕ ਪਹੁੰਚ ਸਕਦੇ ਹਾਂ, ਅਸੀਂ ਮੁੱਢ ਨੂੰ ਹੱਥ ਪਾ ਸਕਦੇ ਹਾਂ। ਜੀ, ਇੱਕ ਜਿਹੜਾ ਤੁਸੀਂ ਕਿਹਾ ਕਿ ਵੀ ਇਹ ਫਾਈਨਲ ਜਿਹੜੀ ਹੈਗੀ ਹੈ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਵੀ ਦੁਨੀਆ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਆਹ ਟਕਸਾਲੀ ਹੈ ਜਾਂ ਆਹ ਅੰਤਿਮ ਹੈ? ਨਹੀਂ, ਕਿਸੇ ਨੂੰ ਟਕਸਾਲੀ ਅੰਤਮ ਤਾਂ ਨਹੀਂ ਕਹਿ ਸਕਦੇ, ਪਰ ਕਿਸੇ ਨੂੰ ਆਥੈਂਟਿਕ ਜ਼ਰੂਰ ਕਹਿ ਸਕਦੇ ਹਾਂ। ਕਿਹੜੀ ਚੀਜ਼ ਸਾਡੀ, ਕਿਹੜਾ ਸਾਹਿਤ ਸਾਡੀ ਨੁਮਾਇੰਦਗੀ ਕਰਦਾ ਹੈ, ਤੇ ਉਸ ਜਿਹੜਾ ਸਾਹਿਤ ਜੋ ਨੁਮਾਇੰਦਗੀ ਕਰਦਾ ਹੈ, ਉਹਦੇ ਵਿੱਚ ਵੀ ਵੰਨ ਸਵੰਨਤਾ ਹੁੰਦੀ ਹੈ ਜਾਂ ਸਿਰਫ ਇੱਕ ਰੂਪਤਾ ਹੀ ਹੁੰਦੀ ਹੈ? ਨਹੀਂ, ਬਿਲਕੁਲ ਹੁੰਦੀ ਹੈ, ਵੰਨ ਸਵੰਨਤਾ ਹੁੰਦੀ ਹੈ। ਔਰ ਉਸ ਦੀ ਅਸੀਂ ਇੱਕ ਦੂਜੇ ਨਾਲ ਅਸਹਿਮਤ ਹੁੰਦੇ ਹੋਏ ਵੀ ਕਿਸੇ ਇੱਕ ਖਿੱਤੇ ਦੀ, ਕਿਸੇ ਇੱਕ ਬਰਾਦਰੀ ਦੀ, ਕਿਸੇ ਇੱਕ ਬੋਲੀ ਦੀ ਨੁਮਾਇੰਦਗੀ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ। ਮੈਂ ਕੱਲ੍ਹ ਰਾਤੀ YouTube 'ਤੇ ਕੁਝ ਵੇਖਣ ਡਿਆ ਸੀ, ਉਹਦੇ ਵਿੱਚ ਇੱਕ ਪੁਰਾਣਾ ਯੂਨਾਨੀ ਰਾਜਾ ਹੈ, ਮਿਨੈਂਡਰ I, ਉਸ ਨੇ
ਪੰਜਾਬ ਉੱਤੇ ਰਾਜ ਕੀਤਾ। 25 ਸਾਲ ਉਸਨੇ ਪੰਜਾਬ 'ਤੇ ਰਾਜ ਕੀਤਾ। ਕਹਿੰਦੇ ਬਹੁਤ ਜ਼ਬਰਦਸਤ ਰਾਜ ਸੀ, ਬਹੁਤ ਵਧੀਆ ਰਾਜ ਸੀ, ਬਹੁਤ ਵਧੀਆ ਇੰਤਜ਼ਾਮ ਸੀ। 3 ਵੱਡੇ ਸ਼ਹਿਰ ਬਣਾਏ ਉਸਨੇ। ਅਤੇ ਮੇਰੀ ਘਰ ਵਾਲੀ ਨਾਲ ਵੇਖਣ ਡਈ, ਕਹਿੰਦੀ ਉਹਨੇ ਜਿਵੇਂ ਮਨੈਂਡਰ ਦੀ ਤਸਵੀਰ ਦੇਖੀਆਂ, ਹੋਰ ਜਿਹੜੇ ਉਸ ਵੇਲੇ ਦੇ ਮੂਰਤਾਂ ਸੀਗੀਆਂ ਜਿਹੜੀਆਂ ਬਰਾਮਦ ਹੋਈਆਂ, ਉਹ ਵੇਖੀਆਂ। ਕਹਿੰਦੀ ਤੂੰ ਨਿਰਾਪੁਰਾ ਇਹਦੇ ਵਰਗਾ ਲੱਗਦਾ। ਕਿਸੇ ਹੋਰ ਨੂੰ ਮੇਰੇ ਵਿੱਚ ਯੂਨਾਨ ਵੀ ਮਹਿਸੂਸ ਹੋਇਆ, ਜਿਹੜਾ ਕਿ ਮੈਨੂੰ ਅੱਜ ਤੱਕ ਨਹੀਂ ਹੋਇਆ। ਤੁਹਾਡੇ ਮੇਰੇ ਅੰਦਰ ਪਤਾ ਨਹੀਂ ਕੀ ਕੁਝ ਬੈਠਾ, ਤੁਹਾਡੀ ਮੇਰੀ। ਸੋ ਜਦੋਂ ਤੁਸੀਂ ਆਥੈਂਟਿਕ ਪੰਜਾਬੀ ਹੋਣ ਦੀ ਦਾਅਵੇਦਾਰੀ ਕਰਦੇ ਹੋ ਤੇ ਤੁਹਾਡੇ ਦੇ ਵਿੱਚੋਂ ਜਦੋਂ ਕਿਸੇ ਨੂੰ ਨਜ਼ਰ ਆਉਂਦਾ ਯੂਨਾਨੀ, ਤੇ ਉਹ ਤੁਹਾਨੂੰ ਖੋਟ ਲੱਗਦੀ ਹੈ ਜਾਂ ਤੁਹਾਨੂੰ ਆਪਣਾ ਸਰਮਾਇਆ ਲੱਗਦਾ? ਅਸੀਂ ਪੰਜਾਬੀ ਆ ਤਾਂ ਭਾਜੀ ਇਹੋ ਜਿਹੀ ਮਤਲਬ ਮੈਨੂੰ ਹੋਰ ਪੰਜਾਬੀ ਨਾਰਾਜ਼ ਹੋ ਜਾਣ। ਅਸੀਂ ਖੋਟੇ ਸਿੱਕੇ ਹੀ ਹਾਂ, ਆਪਾਂ ਬੜੇ ਹਰ ਥਾਂ ਕੰਮ ਆਉਣ ਵਾਲੇ ਖੋਟੇ ਸਿੱਕੇ ਹਾਂ। ਨਹੀਂ, ਖੋਟ ਦਾ ਮੈਂ ਇਸ ਸੈਂਸ ਦੇ ਵਿੱਚ ਮੈਂ ਇਸ ਮਾਇਨੇ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਵੀ ਕੋਈ ਨਰੋਲ, ਕੋਈ ਪਕੀਜ਼ਾ, ਕੋਈ ਅੰਤਿਮ, ਕੋਈ ਟਕਸਾਲੀ ਨਾਮ ਦੀ ਚੀਜ਼ ਹੀ ਮਾਇਨੇ ਰੱਖਦੀ ਹੁੰਦੀ ਹੈ, ਜਾਂ ਜਿਹੜੇ ਖੋਟੇ ਹੁੰਦੇ ਨੇ ਕਿ ਵੀ ਇਹਦੇ 'ਚ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਰਲੀਆਂ ਹੁੰਦੀਆਂ ਨੇ? ਨਹੀਂ, ਰਲੀਆਂ ਹੁੰਦੀਆਂ ਔਰ ਸਦਾ ਰਲਦੀਆਂ ਰਹਿੰਦੀਆਂ। ਜਿਹੜੀ ਅਸੀਂ ਕੋਈ ਪੁਖਤਗੀ ਅਸੀਂ ਲੱਭਦੇ ਹਾਂ, ਮੇਰੇ ਖਿਆਲ ਨਾਲ ਉਹ ਯਾਤਰਾ 'ਚ ਹੀ ਹੈ ਜੀ। ਸਾਡੀ ਕੌਮ ਦੀ ਯਾਤਰਾ ਜਿਹੜੀ ਹੈ ਉਹ ਉਸ ਦੇ ਵਿੱਚ ਹੀ, ਉਸ ਦੀ ਆਥੈਂਟਿਸਿਟੀ ਦੇ ਵਿੱਚ ਹੀ ਤੁਸੀਂ ਆਪਣੀ ਆਥੈਂਟਿਸਿਟੀ ਫਰੋਲ ਸਕਦੇ ਹਾਂ, ਤਲਾਸ਼ ਸਕਦੇ ਹਾਂ। ਮੈਨੂੰ ਇਹ ਗੱਲ ਤੁਹਾਡੀ ਬਹੁਤ ਚੰਗੀ ਲੱਗੀ, ਕਿਉਂਕਿ ਜਦੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਦੋਂ ਇਹ ਗੱਲ ਇਹ ਸੀਗੀ ਕਿ ਕੌਮ ਜਿਹੜੀ ਹੈਗੀ ਉਹ ਜੜ੍ਹਾਂ ਦੇ ਵਿੱਚ ਤੇ ਘਾਹ ਦੇ ਜਿਹੜੀ ਅਸੀਂ ਤਸਵੀਰ ਨਾਲ ਸ਼ੁਰੂ ਕੀਤੀ ਸੀ, ਪਰ ਹੁਣ ਮੈਂ ਹਵਾ ਦੀ ਗੱਲ ਕੀਤੀ ਸੀ, ਪਰ ਜਦੋਂ ਹੁਣ ਅਸੀਂ ਯਾਤਰਾ ਤੱਕ ਆ ਗਏ ਹਾਂ ਤੇ ਆਉਣ ਵਾਲਾ ਯਾਤਰੀ ਵੀ ਸਾਡਾ ਆਪਣਾ ਹੁੰਦਾ ਹੈ, ਤੇ ਜਿੱਥੇ ਅਸੀਂ ਜਾਂਦੇ ਹਾਂ ਉਹ ਥਾਂ ਵੀ ਸਾਡੀ ਆਪਣੀ ਹੁੰਦੀ ਆ। ਮੈਂ ਇੱਕ ਗੱਲ ਆਖਾਂਗਾ, ਅਸੀਂ ਜਿੱਥੇ ਜਾਂਦੇ ਹਾਂ ਉਹ ਵੀ ਤੁਹਾਡੀ ਮੇਰੀ ਚੋਣ ਹੈ ਜੀ। ਔਰ ਜਿਹੜੀ ਜੇ ਕੋਈ ਸਾਡੇ ਨਾਲ ਕੋਈ ਮਿਲਾਵਟ ਹੋ ਰਹੀ ਹੈ, ਉਸ ਮਿਲਾਵਟ ਨੂੰ ਬਾਹਰ ਕੱਢਣਾ ਜਾਂ ਰੱਖਣਾ, ਆ ਵੀ ਚੋਣ ਹੈ, ਹਰ ਚੀਜ਼ ਚੋਣ। ਪਰ ਜਦੋਂ ਅਸੀਂ ਕਿਸੇ ਵੀ ਤਹਿਜ਼ੀਬ ਦੀ ਗੱਲ ਕਰਦੇ ਹਾਂ, ਉਹ ਤਾਂ ਸਦਾ ਜਿਹੜਾ ਇਹ ਝਰਨਾ ਲੱਗਿਆ ਹੀ ਰਹਿੰਦਾ ਨਾ ਕਿ ਤੁਹਾਡੇ ਕੋਲ ਕੀ ਆਇਆ, ਜੋ ਤੁਹਾਡੇ ਕੋਲ ਆਇਆ ਉਹਦੇ ਵਿੱਚੋਂ ਕਿਹੜੀ ਚੀਜ਼ ਤੁਸੀਂ ਅੱਗੇ ਲੈ ਕੇ ਜਾਣੀ ਹੈ, ਕਿਹੜੀ ਚੀਜ਼ ਨੂੰ ਰੱਦ ਕਰਨਾ, ਕਿਹੜੀ ਚੀਜ਼ ਨੂੰ ਸੁਧਾਰ ਕੇ ਅੱਗੇ ਲੈ ਕੇ ਜਾਣਾ। ਇਹ ਤਾਂ ਸਦੀਵੀ ਕੰਮ ਹੀ ਹੈ। ਇਹ ਤੁਹਾਡਾ ਕਹਿਣਾ ਸਹੀ ਹੈ, ਪਰ ਜਿਹੜੀ ਬਹੁਤ ਵੱਡੀ ਉਥਲ ਪੁਥਲ ਹੈ ਉਹਦੀ ਫਿਰ ਬੜੀ ਵੱਡੀ ਕੀਮਤ ਦੇਣੀ ਪੈਂਦੀ ਹੈ। ਸੋ ਜਿਵੇਂ ਆਸਟ੍ਰੇਲੀਆ ਦੇ ਵਿੱਚ ਤੁਸੀਂ ਹਿੰਦੁਸਤਾਨ ਦਾ ਬੂਟਾ ਨਹੀਂ ਲੈ ਕੇ ਜਾ ਸਕਦੇ। ਲੈ ਕੇ ਜਾ ਸਕਦੇ ਹੋ, ਲੈ ਕੇ ਗਏ ਨੇ। ਉੱਥੇ ਅੰਗਰੇਜ਼ਾਂ ਨੇ ਕੁੱਤਾ ਖੜਿਆ, ਡਿੰਕੋ ਕਹਿੰਦੇ ਉਸ ਨੂੰ ਅੱਜ। ਉਹ ਜਿਹੜਾ ਉੱਥੋਂ ਦੇ ਮਾਹੌਲ ਦੇ ਵਿੱਚ ਉਸਨੇ ਬੜਾ ਇੱਕ ਖਰੂ ਪਾਊ ਇੱਕ ਭੂਮਿਕਾ ਅਦਾ ਕੀਤੀ ਹੈ। ਬਹੁਤ ਉਸਨੇ ਹੋਰ ਜੀਵਾਂ ਦਾ ਘਾਣ ਕੀਤਾ, ਪਰ ਉਹ ਉੱਥੋਂ ਦਾ ਬਣ ਰਿਹਾ ਹੈ। ਪਤਾ ਨਹੀਂ ਖੋਰੇ ਕਿੰਨੀ ਦੇਰ 'ਚ ਬਣੇਗਾ, ਪਰ ਇੱਕ ਕੀਮਤ ਅਦਾ ਕਰਨੀ ਪੈ ਰਹੀ ਹੈ ਉਸ ਖਿੱਤੇ ਨੂੰ। ਸੋ ਮੈਂ ਇਹੋ ਜਿਹੇ ਜਿਹੜਾ ਸਾਡੇ ਵਿੱਚ ਕੋਈ ਮਿਲਾਵਟ ਪੈ ਰਹੀ ਹੈ ਜਾਂ ਖੋਟ ਪੈ ਰਹੀ ਹੈ, ਮੈਂ ਇਸ ਦੀ ਐਬਿਲਿਟੀ ਟੂ ਡਿਸਟਰੋਏ ਸਮ ਅਦਰ ਥਿੰਗਸ, ਮੈਂ ਇਸ ਦੇ ਬਾਰੇ ਫਿਕਰਮੰਦ ਜ਼ਰੂਰ ਹਾਂ। ਮੈਂ ਪੰਜਾਬੀਅਤ ਬਾਰੇ ਫਿਕਰਮੰਦ ਜ਼ਰੂਰ, ਪੰਜਾਬੀ ਜ਼ਬਾਨ ਬਾਰੇ ਫਿਕਰਮੰਦ ਜ਼ਰੂਰ ਹਾਂ। ਮੈਨੂੰ ਪੰਜਾਬੀ ਜ਼ਬਾਨ ਦਾ ਇੱਕ ਕਮਤਰ ਇੱਕ ਹੈਸੀਅਤ ਵੱਲ ਪੈਰੋ ਪੈਰ ਜਾਣਾ ਹਿੰਦੀ ਦੇ ਨਿਸਬਤ, ਉਹ ਮੈਨੂੰ ਜ਼ਰੂਰ ਫਿਕਰ 'ਚ ਪਾਉਂਦਾ। ਔਰ ਜਿਹੜੀ ਜ਼ਬਾਨ ਨੇ ਬਾਬਾ ਫਰੀਦ ਵਰਗਾ ਮੁਕੰਮਲ ਸ਼ਾਇਰ ਪ੍ਰੋਡਿਊਸ ਕੀਤਾ ਹੋਵੇ, ਉਸ ਦੇ ਨਾਲ ਇਸ ਤਰ੍ਹਾਂ ਦੀ ਤਰਾਸਦੀ ਹੋਵੇ, ਅਤੇ ਇਹ ਤਾਂ ਇਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਮੈਨੂੰ ਹੀ ਸਵਾਲਾਂ ਦੇ ਘੇਰੇ 'ਚ ਪਾਉਂਦੀ ਹੈ। ਪਰ ਮੈਂ ਜ਼ਰੂਰ ਕਹਿਣਾ ਕਿ ਤੁਹਾਨੂੰ, ਮੈਨੂੰ, ਹੋਰ ਪੰਜਾਬੀਆਂ ਨੂੰ ਆਪਣੀ ਯਾਤਰਾ ਚੁਣਨ ਦਾ, ਆਪਣੀ ਲੀਹ 'ਤੇ ਤੁਰਨ ਦਾ ਹੱਕ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਲੀਹੋਂ ਬੜੀ ਵਾਰ ਲੱਥਾਂ। ਜੇ ਤੁਸੀਂ ਮੇਰੇ ਪਿਤਾ ਜੀ ਨੂੰ ਪੁੱਛ ਕੇ ਵੇਖੋ, ਮੇਰੀ ਮਾਂ ਨੂੰ ਪੁੱਛ ਕੇ ਵੇਖੋ, ਤਾਂ ਹੋ ਸਕਦਾ ਉਹ ਮੇਰੀ ਜ਼ਿੰਦਗੀ ਦੀਆਂ ਹੋ ਸਕਦਾ ਅੱਧੀ ਤੋਂ ਜ਼ਿਆਦਾ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਨਾਲ ਰਜ਼ਾਮੰਦ ਨਾ ਹੋਣ, ਪਰ ਮੈਂ ਆਪਣੀ ਜ਼ਿੰਦਗੀ ਦੇ ਉੱਤੇ ਤੁਰਿਆ। ਔਰ ਇੱਕ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਈ ਵਾਰ ਲੀਹੋਂ ਲੱਥੇ ਹੋ, ਉਹ ਕਹਿਣ ਕਿ ਵੀ ਇਹ ਪੱਕਾ ਹੀ ਲੱਥਿਆ ਹੋਇਆ। ਹਾਂ, ਉਹ ਕਹਿਣ
ਸੋ ਉਸੇ ਤਰ੍ਹਾਂ ਮੈਂ ਨਹੀਂ ਕਹਿ ਸਕਦਾ ਕਿ ਕੌਣ ਕਿਹੜੀ ਲੀ ਕਿਹੜੀ ਹੈ ਔਰ ਉਸ ਤੇ ਕੀ ਤੁਰਨਾ, ਪਰ ਲੀਹਾਂ ਤਾਂ ਲੀਹੋਂ ਲੱਥ ਕੇ ਹੀ ਪੈਂਦੀਆਂ ਨੇ ਨਾ ਭਾਜੀ। ਇਸ਼ਕ ਹੈ ਨਾ ਜਿਹੜਾ ਇਸ਼ਕ, ਇਹ ਉਹ ਪੰਜਾਬੀਅਤ ਦੇ ਨਾਲ ਤੁਹਾਡਾ ਜਿਹੜਾ ਜੁੜਨਾ ਉਹ ਇਸ਼ਕ ਵਾਂਗੂ ਹੀ ਹੈ। ਜੇ ਮੈਂ ਤੁਹਾਨੂੰ ਪੁੱਛਾਂ ਤੁਹਾਨੂੰ ਕਿ ਇਸ਼ਕ ਹੋਇਆ ਜਦੋਂ, ਤੁਹਾਨੂੰ ਉਹਦਾ ਅਹਿਸਾਸ ਯਾਦ ਹੈ, ਤੇ ਮੈਂ ਉਮੀਦ ਰੱਖਦਾ ਕਿ ਜ਼ਿਆਦਾਤਰ ਲੋਕਾਂ ਨੂੰ ਉਹ ਅਹਿਸਾਸ ਯਾਦ ਹੋਵੇਗਾ। ਪਰ ਕੋਈ ਬਾਹਰੋਂ ਵੇਖ ਕੇ ਤੁਹਾਨੂੰ ਕਹਿ ਸਕਦਾ ਕਿ ਇਸ ਬੰਦੇ ਨੂੰ ਇਸ਼ਕ ਹੈ, ਔਰ ਜਿਹੜਾ ਬੰਦਾ, ਔਰ ਹੋ ਸਕਦਾ ਜੇ ਬਾਹਰਲਾ ਕੋਈ ਆ ਕੇ ਤੈਨੂੰ ਇਸ਼ਕ ਨਹੀਂ ਹੈ ਤੇ ਕੀ ਗੱਲ ਉਹ ਝੂਠ ਹੋ ਸਕਦੀ ਹੈ। ਇਸ਼ਕ ਜਿਹੜਾ ਹੈ, ਜੇ ਹੋਰ ਕੋਈ ਨਹੀਂ ਵੀ ਸਮਝ ਸਕ ਰਿਹਾ ਤੇ ਤੁਹਾਡੇ ਹੱਡ, ਤੁਹਾਡਾ ਲੂੰ, ਤੁਹਾਡਾ ਇੱਕ ਐਟਮ ਤੁਹਾਨੂੰ ਦੱਸ ਰਿਹਾ ਕਿ ਤੁਹਾਨੂੰ ਇਸ਼ਕ ਹੈ, ਤੁਹਾਡੇ ਅਹਿਸਾਸ ਦੇ ਵਿੱਚ ਵਸਿਆ ਹੋਇਆ, ਤੁਹਾਡੇ ਅਹਿਸਾਸ ਦੇ ਵਿੱਚ ਉਹ ਵਸਿਆ ਹੋਇਆ। ਸੋ ਪੰਜਾਬੀਅਤ ਮੈਂ ਇਸੇ ਤਰ੍ਹਾਂ ਵੇਖਦਾ ਕਿ ਜੇ ਤੁਹਾਡੇ ਨਾਲ ਕਦੇ ਕਿਸੇ ਨੇ ਇਸ਼ਕ ਕੀਤਾ, ਜੇ ਤੁਹਾਨੂੰ ਜਿਸ ਜ਼ਬਾਨ ਦੇ ਵਿੱਚ ਤੁਹਾਡੇ ਨਾਲ ਪ੍ਰੇਮ ਹੋਇਆ, ਕਿਉਂਕਿ ਮੇਰੇ ਨਾਲ ਜਿਹੜਾ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਮੈਨੂੰ ਜਿਹੜਾ ਪਿਆਰ ਹੈ ਉਹ ਪੰਜਾਬੀ ਵਿੱਚ ਮਿਲਿਆ। ਹੋ ਸਕਦਾ ਕਿਸੇ ਨੂੰ ਦੂਜੀ ਜ਼ਬਾਨ 'ਚ ਮਿਲਿਆ, ਕਿਸੇ ਹੋਰ ਤਰੀਕੇ ਨਾਲ ਮਿਲਿਆ ਹੋਵੇ, ਪਰ ਮੈਂ ਉਹਨਾਂ ਸਾਰਿਆਂ ਨੂੰ ਜ਼ਰੂਰ ਅਰਜ਼ੋਈ ਕਰਨਾ ਚਾਹਾਂਗਾ ਕਿ ਜਿਸ ਕਿਸੇ ਨੂੰ ਇਸ਼ਕ, ਮੁਹੱਬਤ, ਪਿਆਰ ਪੰਜਾਬੀਅਤ 'ਚ ਮਿਲਿਆ ਜਾਂ ਪੰਜਾਬੀ 'ਚ ਮਿਲਿਆ, ਉਹ ਉਸ ਨੂੰ ਤਸਦੀਕ ਜ਼ਰੂਰ ਕਰੇ, ਉਹਨੂੰ ਆਪਣੇ ਖਿਆਲਾਂ 'ਚ ਜ਼ਰੂਰ ਰੱਖੇ। ਔਰ ਸਿਰਫ ਇੰਨਾ ਹੀ, ਕਿਉਂਕਿ ਫਿਰ ਤੁਹਾਡਾ ਹਰ ਕਰਮ ਜਿਹੜਾ ਹੈ ਜੇ ਇਸ ਇਸ਼ਕ ਦੇ ਨਾਲ ਸਰਾਬੋਰ ਹੈ, ਤੇ ਮੈਂ ਉਮੀਦ ਕਰਦਾ ਕਿ ਪੰਜਾਬੀਅਤ ਆਪਣੇ ਆਪ ਆਪਣਾ ਵੈਣ ਲੱਭ ਲਵੇਗੀ। ਜੀ, ਇਹ ਤੁਸੀਂ ਬਹਿਣ ਦੀ ਗੱਲ ਕੀਤੀ, ਲੀਹ ਦੀ ਗੱਲ ਕੀਤੀ, ਜਦੋਂ ਤੁਸੀਂ ਗੀਤ ਲਿਖਦੇ ਹੋ, ਗਾਉਂਦੇ ਹੋ, ਤੇ ਇਸ ਵੇਲੇ ਵੀ ਤੇ ਜਿਹੜੇ ਗੀਤਾਂ ਦੇ ਗਾਇਕੀ ਦੇ ਆਪਣੇ ਬਹਿਣ ਨੇ, ਆਪਣੀਆਂ ਉਹਨਾਂ ਦੀਆਂ ਲੀਹਾਂ ਨੇ, ਤੇ ਉਹ ਲੀਹਾਂ ਜਿਹੜੀਆਂ ਮੰਡੀ ਨਾਲ ਜੁੜੀਆਂ ਹੋਈਆਂ ਨੇ। ਹਰੇਕ ਬੰਦਾ ਜਿਹੜਾ ਗਾਇਕ ਹੈ ਉਹ ਇਹ ਦਾਅਵਾ ਕਰਦਾ ਹੈ ਜਾਂ ਕਰਨਾ ਚਾਹੁੰਦਾ ਹੈ ਕਿ ਉਹਨੂੰ ਇੰਨੇ 10 ਲੱਖ ਲੋਕਾਂ ਨੇ YouTube ਤੇ ਦੇਖਿਆ, ਤੇ ਇਹ ਜਿਹੜੇ ਸਾਰੇ ਦੇ ਸਾਰੇ ਦੇਖਣ ਵਾਲੇ ਸੀ ਉਹ ਆਰਗੈਨਿਕ ਬਿਨਾਂ ਇਸ਼ਤਿਹਾਰ ਦੇ ਆਏ ਉਹਦੇ ਕੋਲ। ਤੁਸੀਂ ਭਾਜੀ ਕਈਆਂ ਦੇ ਜਿਹੜੇ ਵਿਊਜ਼ ਨੇ ਇੰਨੇ ਨੇ ਜਿੰਨੇ ਕਿ 10 ਪੰਜਾਬ ਜਿਹੜੇ ਹੋਣ, ਠੀਕ ਹੈ। ਮੈਂ ਉਹਦੇ 'ਚ ਲਹਿੰਦਾ ਪੰਜਾਬ ਵੀ ਗਿਣ ਰਿਹਾ। ਕਈ ਗੱਲਾਂ ਜਿਹੜੀਆਂ ਨੇ, ਕਿਉਂਕਿ ਮੈਂ ਇਸ ਦਾ ਭੇਤੀ ਹਾਂ, ਔਰ ਮੈਂ ਤੁਹਾਨੂੰ, ਜੇ ਤੁਸੀਂ ਆਪਣਾ ਆਹ ਵਾਲਾ ਵੀਡੀਓ ਮਿਲੀਅਨ ਹਿੱਟਸ ਕਰਾਉਣੀਆਂ ਹੋਣ ਤੇ ਇਹਦੀ ਇੱਕ ਕੀਮਤ ਹੈ। ਜੇ ਤੁਸੀਂ ਉਹ ਚੈੱਕ ਉਹ ਰਕਮ ਲਿਖਣੀ ਚਾਹੁੰਦੇ ਹੋ, ਤੁਹਾਡੇ ਇਸ ਵੀਡੀਓ ਨੂੰ ਅੱਜ ਮਿਲੀਅਨ ਹਿੱਟਸ ਹੋ ਜਾਣਗੀਆਂ। ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਚੁੱਕਿਆ, ਇੱਕ ਰਵਾਇਤ ਬਣ ਚੁੱਕੀ ਹੈ, ਔਰ ਸਾਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ। ਜੀ, ਤੁਸੀਂ ਜਾਣੂ ਹੋ, ਤੁਸੀਂ ਆਪ ਕਿਹਾ ਕਿ ਤੁਸੀਂ ਭੇਤੀ ਹੋ, ਤੇ ਤੁਹਾਨੂੰ ਪਤਾ ਕਿ ਕਿਸ ਤਰੀਕੇ ਨਾਲ ਜਿਹੜੇ ਗਾਇਕੀ ਦੇ ਵਿੱਚੋਂ ਤੇ ਗੀਤਾਂ ਦੇ ਵਿੱਚੋਂ ਪੈਸੇ ਕਮਾਏ ਜਾਂਦੇ ਨੇ ਜਾਂ ਕਿਸ ਤਰੀਕੇ ਨਾਲ ਮਕਬੂਲ ਹੋਇਆ ਜਾਂਦਾ। ਤੁਸੀਂ ਇੱਕ ਭੇਤੀ ਬੰਦਾ ਰਾਜ ਸਿੰਘ ਵਰਗਾ ਗੀਤ ਕਿਉਂ ਤੇ ਕਿਵੇਂ ਲਿਖ ਲੈਂਦਾ? ਕਿਉਂਕਿ ਭਾਜੀ ਮੈਨੂੰ ਬੇਇੰਤਹਾ ਪਿਆਰ ਮਿਲਿਆ। ਮੈਨੂੰ ਮੇਰੀ ਭਾਬੋ ਨੇ ਬੇਇੰਤਹਾ ਪਿਆਰ ਕੀਤਾ। ਮੈਨੂੰ ਦਿਨ ਦੇ ਵਿੱਚ 3 ਵਾਰਾਂ ਚੂਰੀ ਦੀਆਂ ਬੁਰਕੀਆਂ ਮੇਰੇ ਪਿਓ ਨੇ ਦਿੱਤੀਆਂ। ਮੈਨੂੰ ਪਿਆਰ ਹੈ। ਸੋ ਉਸ ਪਿਆਰ ਤੇ ਉਸ ਚੂਰੀ ਦਾ ਕਰਜ਼ਾ ਉਤਾਰ ਰਹੇ ਹੋ ਤੁਸੀਂ ਜਦੋਂ ਤੁਸੀਂ ਰਾਜ ਸਿੰਘ ਤੇ ਗੀਤ ਬਣਾਉਂਦੇ ਹੋ? ਮੈਂ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਕਿ ਅੱਜ ਖੇਤੀ ਸੰਕਟ 'ਚੋਂ ਜੂਝ ਰਹੇ ਨੇ, ਮੈਂ ਇਹਨਾਂ ਸਾਰਿਆਂ ਦੇ ਵਿੱਚ ਆਪਣੇ ਪਿਓ ਨੂੰ ਵੇਖਦਾ, ਆਪਣੇ ਦਾਦੇ ਨੂੰ ਵੇਖਦਾ, ਆਪਣੀ ਭਾਬੋ ਨੂੰ ਵੇਖਦਾ। ਔਰ ਮੈਨੂੰ ਨਹੀਂ ਪਤਾ, ਮੈਂ ਜਾਣ ਕੇ ਕੋਸ਼ਿਸ਼ ਨਹੀਂ ਕੀਤੀ। 20 ਸਾਲ ਹੋ ਗਏ ਸੀ ਮੈਨੂੰ ਇਹ ਗਾਣਾ ਆਪਣੇ ਕੋਲ ਰੱਖਿਆ। ਰਾਜ ਸਿੰਘ ਜਿਹੜਾ ਹੈ ਉਹ ਤੁਹਾਡੇ ਸੰਗਰੂਰ ਜ਼ਿਲ੍ਹੇ ਦਾ ਹੀ ਇੱਕ ਵਾਸੀ ਸੀ, ਔਰ ਬੜਾ ਚਿਰ ਹੋ ਗਿਆ ਸੀ। ਚੰਗਾਲੀ ਕਲਾਂ। ਹਾਂ, ਬੜੀ ਪੁਰਾਣੀ ਗੱਲ ਹੈ ਅਤੇ ਕੋਈ ਨਵੀਂ ਗੱਲ ਨਹੀਂ। ਮੈਂ ਇੰਨੇ ਸਾਲ ਨਹੀਂ ਗਾਇਆ, ਪਰ ਇੱਕ ਵੇਲਾ ਐਸਾ ਆਇਆ ਜਦੋਂ ਮੈਂ ਗਾਏ ਬਗੈਰ ਨਹੀਂ ਰਹਿ ਸਕਿਆ। ਔਰ ਮੈਂ ਜ਼ਿੰਦਗੀ ਪੰਜਾਬ 'ਚ ਨਹੀਂ ਜੀਂਦਾ। ਇਨਫੈਕਟ ਮੈਂ ਇੰਨਾ ਆਖਾਂਗਾ ਕਿ ਪੰਜਾਬ ਮੇਰੇ ਵਾਸਤੇ ਇੱਕ ਬੜਾ ਦਰਦ ਦਾ ਸਬੱਬ ਹੈ, ਕਿਉਂਕਿ ਮੇਰੇ ਚੇਤਿਆਂ ਦੇ ਵਿੱਚ ਜਿਹੋ ਜਿਹਾ ਪੰਜਾਬ ਵਸਦਾ, ਉਹ ਪੰਜਾਬ ਹੁਣ ਮੈਂ ਨਹੀਂ ਦੇਖਦਾ। ਮੇਰੇ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਬੈਠਾ, ਵੱਟ 'ਤੇ ਬੈਠਾ ਬੰਦਾ ਵੀ ਉਹ ਕੋਈ ਧੁਰ ਅਜ਼ਲਾਂ ਦੀ ਗੱਲ ਕਰ ਸਕਦਾ।
ਔਰ ਉਹਦੇ ਵਿੱਚ ਬੜੇ ਗੈਰ ਗੰਭੀਰ ਡੂੰਘੇ ਔਰ ਕਮਾਲ ਦੀ ਗੱਲ ਕਰਨ ਵਾਲੇ ਲੋਕ ਮੌਜੂਦ ਸਨ। ਹੁਣ ਜਿਹੜਾ ਮੈਂ ਦੇਖਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਸਾਡੀ ਜਿਹੜੀ ਆਹ ਵਾਲੀ ਪੀੜ੍ਹੀ ਹੈ ਬਹੁਤ ਵੈਲ ਲਿਟਰੇਟ ਐਂਡ ਇਲਿਟਰੇਟ। ਇਹਦਾ ਇੱਕ ਅਜੀਬ ਸੁਮੇਲ ਹੈ ਜਾਂ ਮੁਜੱਸਮਾ ਹੈ ਜਾਂ ਇੱਕ ਅਜੀਬ ਹੀ ਇੱਕ ਨਮੂਨਾ ਹੈ। ਆਹ ਵੇਖਦੇ ਹੋ ਕਿ ਇਹ ਵੀ ਅਕੈ ਹੀ ਹੋ ਗਈ ਹੈ ਗੱਲ। ਅਕੈ ਗੱਲ ਹੈ ਕਿ ਸਾਰੇ ਪੜ੍ਹੇ ਲਿਖੇ ਨੇ ਔਰ ਸਾਰੇ ਅਨਪੜ੍ਹ ਨੇ, ਜਾਂ ਜਹਾਲਤ ਜਿਹੜੀ ਹੈ ਉਹ ਇਸ ਕਿਸਮ ਦੀ ਹੈ ਕਿ ਕਈ ਗੱਲਾਂ ਹੋ ਹੀ ਨਹੀਂ ਸਕਦੀਆਂ। ਪੰਜਾਬ ਦੇ ਵਿੱਚ ਜਿਵੇਂ ਅੱਜ ਮੈਂ ਪੰਜਾਬ 'ਚ ਬਹਿ ਕੇ ਇੰਟਰਵਿਊ ਕਰ ਰਿਹਾ ਹਾਂ, ਮੈਂ ਗੱਲ ਨਹੀਂ ਕਹਿ ਸਕਦਾ, ਪਰ ਪੰਜਾਬ ਦੇ ਵਿੱਚ ਝੋਨਾ ਪਾਣੀ ਕਿਸ ਤਰ੍ਹਾਂ ਬਰਬਾਦ ਕਰਦਾ ਇਹ ਗੱਲ ਨਹੀਂ ਹੋ ਸਕਦੀ। ਇਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਵੀ ਨਹੀਂ ਹੋ ਸਕਦੀ। ਸਾਡੀ ਜਿਹੜੀ ਖੇਤੀ ਹੈ ਉਹ ਕਿਸ ਤਰ੍ਹਾਂ ਕੁਦਰਤ ਦੇ ਹਰ ਨਿਯਮ ਦੇ ਵਿਰੁੱਧ ਜਾ ਰਹੀ ਹੈ, ਔਰ ਪੰਜਾਬ ਦੇ ਵਿੱਚ ਜੰਗਲ ਦਾ ਕਿੰਨਾ ਘਾਣ ਹੋਇਆ, ਇਸ ਦੀ ਕੋਈ ਗੱਲ ਨਹੀਂ ਕਰ ਸਕਦੀ। ਮੇਰੇ ਪਿਤਾ ਜੀ ਉਹ ਪਿੰਡ ਦੇ ਆਪਣਾ ਖੇਤ ਦੇ ਵਿੱਚ ਕੰਮ ਕਰਦਿਆਂ ਪਰਸੋਂ ਹੋਣ ਵਾਲੇ ਮੀਂਹ ਬਾਰੇ ਤੁਹਾਨੂੰ ਅੱਜ ਪੱਕੀ ਇਨਫੋਰਮੇਸ਼ਨ ਦੇ ਸਕਦੇ ਸੀ। ਕਹਿੰਦਾ ਪੂਰਾ ਵਗਦਾ ਹੀ ਆਉਣ ਲੱਗਾ ਹੀ ਬੱਦਲ, ਜਾਂ ਪਹਾੜ ਤੋਂ ਵਗਦੀ ਉਹ ਹਵਾ ਅੱਜ ਹੋਣ ਲੱਗਾ ਹੀ, ਆਪਾਂ ਚਲੇ ਚਲੀਏ ਇੱਥੇ ਮੀਂਹ ਪੈਣ ਲੱਗੇ ਕਾਕੇ। ਇਹੋ ਜਿਹੀਆਂ ਗੱਲਾਂ ਮੇਰੇ ਪਿਤਾ ਜੀ ਆਮ ਕਰਿਆ ਕਰ। ਸਾਡੇ ਪਿੰਡ ਦੇ ਕੋਲ, ਮੇਰਾ ਪਿੰਡ ਚੱਕ ਮਿਸ਼ਰੀ ਖਾਂ, ਤਹਿਸੀਲ ਅਜਨਾਲਾ, ਇੱਥੇ ਮੇਰੇ ਪਿਤਾ ਜੀ ਨੇ ਤਮਾਮ ਜਨੌਰ ਵੇਖੇ, ਬਘਿਆੜ ਵੇਖਿਆ। ਹੋਰ ਸਾਡੇ ਪਿੰਡ ਦੇ ਕੋਲ ਇੱਕ ਹੋਰ ਪਿੰਡ ਸੀਗੇ ਤਾਂ ਮੈਂ ਉੱਥੇ ਪਰਾਂ ਉੱਥੇ ਬਘਿਆੜ ਵੇਖਿਆ ਹੋਇਆ, ਇੱਥੇ ਆਹ ਵੇਖਿਆ ਹੋਇਆ, ਇੱਥੇ ਆਹ ਵੇਖਿਆ ਹੋਇਆ। ਇੱਥੇ ਜੰਗਲ ਜਿਹੜਾ ਸੀ ਉਹ ਤੁਹਾਡੇ ਮੇਰੇ ਅੰਦਰ ਵਸਦਾ ਸੀ। ਔਰ ਕਈ ਲੋਕ ਕਹਿੰਦੇ ਨੇ ਜਿਹੜੇ ਜੱਟਾਂ ਦੀ ਗੋਦ ਵਿਰਕ ਹੈ ਉਹ ਅਜੇ ਵੀ ਉਹਨਾਂ ਦੇ ਵਿੱਚ, ਕਿਉਂਕਿ ਮੇਰੇ ਖਿਆਲ ਸਭ ਤੋਂ ਅਖੀਰ ਦੇ ਵਿੱਚ ਉਹ ਸੀਡੈਂਟਰੀ ਲਾਈਫ ਸਟਾਈਲ ਅਡੋਪਟ ਕੀਤਾ ਉਹਨਾਂ ਨੇ, ਔਰ ਬਹੁਤ ਲੇਟ ਉਹਨਾਂ ਨੇ ਵਾਹੀ ਕਰਨੀ ਸ਼ੁਰੂ ਕੀਤੀ। ਉਹ ਬੜੀ ਦੇਰ ਤੱਕ ਖਾਨਾ ਬਦੋਸ਼ ਜ਼ਿੰਦਗੀ ਬਤੀਤ ਕੀਤੀ ਹੈ। ਉਹਨਾਂ ਦੀ ਸੈਂਸ ਆਫ ਲੈਂਡਸਕੇਪ ਜਿਹੜੀ ਹੈ ਉਹ ਤੁਹਾਡੇ ਮੇਰੇ ਨੂੰ ਕਿਤੇ ਅੱਗੇ ਦੀ ਹੈ। ਉਹ ਗੱਲਾਂ ਹੁਣ ਹੈ ਨਹੀਂ। ਉਹਨਾਂ ਗੱਲਾਂ ਨੂੰ ਗਾਇਬ ਹੁੰਦਿਆਂ, ਲੁਪਤ ਹੁੰਦਿਆਂ ਵੇਖ ਕੇ ਤਕਲੀਫ ਹੁੰਦੀ ਹੈ। ਜਿਹੜਾ ਪਾਣੀਨੀ ਜਿਹਨਾਂ ਜੱਟਾਂ ਦੀ ਗੱਲ ਕਰਦਾ, ਉਹ ਜੱਟ ਖਾਨਾ ਬਦੋਸ਼ ਨੇ। ਔਰ ਜੱਟ ਉਹ ਇਸ ਕਰਕੇ ਨੇ ਕਿਉਂਕਿ ਉਹਨਾਂ ਨੇ ਅੱਕ ਦਾ ਦੁੱਧ ਲਾ ਕੇ ਤੇ ਜਟਾਵਾਂ ਬਣਾ ਰੱਖੀਆਂ, ਤੇ ਉਹ ਢੱਗੇ ਲੈ ਕੇ ਮੀਲੋਂ ਮੀਲ ਕਈ ਕੋਹਾਂ ਦੀ ਯਾਤਰਾ ਕਰਦੇ ਨੇ। ਉਹ ਜਿਹੜਾ ਜੱਟ ਹੈ ਉਹ ਅੱਜ ਕਿੱਥੇ ਹੈ, ਇਸ ਦੇ ਬਾਰੇ ਮੈਂ ਜ਼ਰੂਰ ਸੋਚਦਾ। ਮੈਂ ਨਿਰਾਪੁਰਾ ਜ਼ਿਮੀਦਾਰਾ ਜੱਟ ਜਾਂ ਜੱਟ ਤਬੀਅਤ, ਮੈਂ ਇਸ ਦੇ ਨਾਲ ਪੂਰਾ ਇਤਫਾਕ ਨਹੀਂ ਰੱਖਦਾ। ਮੇਰਾ ਧਰਮ ਰਾਜਾ ਮੰਨਦਾ ਨਹੀਂ। ਮੈਂ ਜੇ ਆਪਣੇ ਬੱਚਿਆਂ ਨੂੰ ਕੋਈ ਤਸੱਵਰ ਦੇਣਾ ਹੋਵੇ ਤੇ ਮੈਂ ਉਹਨਾਂ ਨੂੰ ਜੰਗਲ ਦੇ ਵਿੱਚ ਵਸਣ ਵਾਲਾ, ਜੰਗਲ ਦੇ ਨਾਲ ਇੱਕ ਬੈਲੈਂਸ ਬਣਾ ਕੇ ਚੱਲਣ ਵਾਲਾ ਇੱਕ ਜੱਟਪੁਣਾ ਵਿਰਸੇ ਦੇਣਾ ਚਾਹਾਂਗਾ, ਜਿਹੜਾ ਮੇਰੇ ਕੋਲ ਹੈ ਨਹੀਂ। ਇੱਕ ਉਮੀਦ ਹੈ। ਉਹ ਗੱਲਾਂ ਕਿਉਂਕਿ ਅੱਜ ਨਹੀਂ ਹੋ ਸਕਦੀਆਂ ਉਸ ਪੰਜਾਬ ਦੇ ਵਿੱਚ, ਤੇ ਉਸ ਪੰਜਾਬ 'ਚ ਜਾਣ ਦਾ ਜੀ ਨਹੀਂ ਕਰਦਾ। ਜਾਂ ਤਾਂ ਉੱਥੇ ਬਹੁਤ ਅਕਾਦਮਿਕ ਗੱਲ ਹੈ, ਇੱਕ ਜਿਹੜਾ ਲੈਫਟ ਹੈ ਉਹ ਮਾਰਕਸ ਦੀ ਗੱਲ ਕਰਦਾ, ਜਿਹੜਾ ਸਾਡਾ ਰਾਈਟ ਹੈ ਉਹ ਆਪਣਾ ਭਾਈ ਸੰਤੋਖ ਸਿੰਘ ਦੀ ਗੱਲ ਕਰਦਾ, ਅਤੇ ਕਿਤੇ ਕੋਈ ਇਹਨਾਂ ਦੋਵਾਂ ਦੇ ਵਿੱਚ ਕੋਈ ਗੱਲ ਹੋ ਸਕਣੀ, ਕੋਈ ਰਜਾਮੰਦੀ ਬਣ ਸਕਣੀ ਬੜੀ ਔਖੀ ਇੱਕ ਗੱਲ ਜਾਪਦੀ ਹੈ। ਔਰ ਜਿਹੜਾ ਸਾਡਾ ਸੰਕਟ ਹੈ, ਇਸ ਦੇ ਬਾਰੇ ਸਾਡੀ ਆਪਣੀ ਕੋਈ ਆਰਗੈਨਿਕ ਸੋਚ ਬਣ ਰਹੀ ਹੋਵੇ, ਇਹ ਵੀ ਨਹੀਂ ਦਿਸਦਾ। ਖੇਤੀ ਸੰਕਟ ਐਡਾ ਵਿਸ਼ਾਲ ਹੈ, ਐਡਾ ਵਿਸ਼ਾਲ ਹੈ। ਖੇਤੀ ਸਾਡੀ ਪਹਿਲਾਂ ਕੋਈ ਕੈਸ਼ ਕ੍ਰੌਪਿੰਗ ਵਾਲੀ ਜਿਹੜੀ ਖੇਤੀ ਸੀ, ਅਸੀਂ ਹਮੇਸ਼ਾ ਤੋਂ ਇਹ ਜਿਹੀ ਖੇਤੀ ਨਹੀਂ ਕਰਦੇ ਰਹੇ। ਤੁਸੀਂ ਵੀ ਸ਼ਾਇਦ ਜਾ ਕੇ ਦੇਖਿਆ ਹੋਏਗਾ, ਪਿੰਡਾਂ ਸਬਜ਼ੀਆਂ ਵੀ ਲੱਗਦੀਆਂ ਸੀ, ਚਰੀ ਵੀ ਬੀਜੀ ਜਾਂਦੀ ਸੀ, ਹੋਰ ਸਭ ਕੁਝ ਹੁੰਦਾ ਸੀ। ਨਿਰਾਪੁਰਾ ਝੋਨੇ ਅਤੇ ਕਣਕ ਵਾਲੀ ਜਿਹੜੀ ਖੇਤੀ ਹੈ, ਔਰ ਇਸ ਦੇ ਨਾਲ ਜਿਹੜਾ ਪਾਣੀ ਦਾ ਘਾਣ ਹੋਇਆ,
ਇਸ ਦੇ ਬਾਰੇ ਕੋਈ ਸਹਿਜ ਕੋਈ ਸਮਝ ਬਣੀ ਹੋਵੇ ਇਸ ਤਰ੍ਹਾਂ ਦਿਸਦਾ ਨਹੀਂ। ਔਰ ਜੇਠ ਹਾੜ ਦੇ ਵਿੱਚ ਜਿਸ ਤਰ੍ਹਾਂ ਪੂਰਾ ਪੰਜਾਬ ਇੱਕ ਝੀਲ ਬਣ ਜਾਂਦਾ, ਉਸ ਨੂੰ ਵੇਖ ਕੇ ਕੋਈ ਸ਼ਹਿਰੋਂ ਆ ਕੇ ਕੋਈ ਬੰਦਾ ਉਹਨੂੰ ਉਸ ਦੇ ਵਿੱਚ DDLJ ਦਾ ਜਾਂ ਸ਼ਾਹਰੁਖ ਖਾਨ ਵਾਲਾ ਪੰਜਾਬ ਦਿਸਦਾ ਹੋਵੇ ਤਾਂ ਉਹਨੂੰ ਦਿਸਦਾ ਹੋਵੇ, ਮੈਨੂੰ ਨਹੀਂ ਦਿਸਦਾ। ਮੈਨੂੰ ਰੋਪੜ ਦੇ ਵਿੱਚ ਜਦੋਂ ਅਸੀਂ ਸਕੂਲ ਦੇ ਵਿੱਚ ਸੀ ਤੇ ਰੋਪੜ ਜਿਹੜਾ ਫੋਰੈਸਟ ਕਵਰ ਸੀ 7.8% ਮੰਨਿਆ ਜਾਂਦਾ ਸੀ। ਪੂਰੇ ਪੰਜਾਬ ਦਾ ਹੀ ਫੋਰੈਸਟ ਕਵਰ ਜਿਹੜਾ ਸੀ ਪੂਰਾ ਰੋਪੜ ਜ਼ਿਲ੍ਹੇ ਦੇ ਵਿੱਚ ਹੀ ਹੁੰਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ 1% ਤੋਂ ਵੀ ਘੱਟ ਹੈ। ਇਹ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ। ਜਦੋਂ ਇਹੋ ਜਿਹੀਆਂ ਗੱਲਾਂ ਅਸੀਂ ਹੁੰਦਿਆਂ ਵੇਖ ਰਹੇ ਹਾਂ ਆਪਣੇ ਸਾਹਮਣੇ, 85% ਪੰਜਾਬ ਦੇ ਜ਼ਿਲ੍ਹੇ ਵਾਟਰ ਕ੍ਰਿਟੀਕਲ ਹੈ ਔਰ ਇਹਦੇ ਬਾਰੇ ਗੱਲ ਹੀ ਨਹੀਂ ਹੋ ਸਕਦੀ, ਕਿਉਂਕਿ ਉਹ ਮੇਰੀ ਮੁੱਛ ਦੇ ਨਾਲ ਉਹਦਾ ਸਵਾਲ ਜੁੜਿਆ, ਉਹ ਮੇਰੀ ਸੱਭਿਆਚਾਰ ਦੀ ਗੱਲ ਹੈ ਔਰ ਮੈਂ ਗੱਦਾਰ ਹਾਂ ਜੇ ਮੈਂ ਇਹ ਗੱਲ ਕੀਤੀ। ਤਾਂ ਫਿਰ ਜਿੱਥੇ ਇਹ ਗੱਲਾਂ ਹੋ ਹੀ ਨਹੀਂ ਸਕਦੀਆਂ, ਫਿਰ ਉਹ ਉੱਥੇ ਚੰਗਾ, ਉੱਥੇ ਜੋ ਮੁਹੰਮਦ ਸਾਹਿਬ ਕਹਿੰਦੇ ਨੇ ਕਿ ਜਿੱਥੇ ਕਹਿ ਨਹੀਂ ਸਕਦਾ ਉੱਥੇ ਦਿਲ 'ਚ ਹੀ ਤੂੰ ਯਾਦ ਰੱਖ। ਜਿਹੜੀ ਗੱਲ ਤੂੰ ਨਹੀਂ ਕਹਿ ਸਕਦਾ ਆਪਣੇ ਦਿਲ 'ਚ ਧਰਾ ਲਾ। ਆਪਾਂ ਹੁਣ ਇੱਥੇ ਪੰਜਾਬ ਤੋਂ ਦੂਰ ਬਹਿ ਕੇ ਦਿਲ 'ਚ ਧਰਾ ਲਈ ਦੀ ਇਹ ਗੱਲ, ਤੁਹਾਡੇ ਵਰਗਿਆਂ ਨਾਲ ਦਰਦੀਆਂ ਨਾਲ ਸਾਂਝੀ ਕਰ ਲਈ ਦੀ, ਆਪਾਂ ਇਸ ਤਰ੍ਹਾਂ ਹੀ ਦਿਲ ਹਲਕਾ ਹੋ ਜਾਂਦਾ। ਪਰ ਜਦੋਂ ਤੱਕ ਪੰਜਾਬ ਇਸ ਦੇ ਬਾਰੇ ਔਰ ਹਰ ਗੱਲ ਦੇ ਵਿੱਚ ਇੱਕ ਸਾਜ਼ਿਸ਼ ਨਹੀਂ ਵੇਖੇਗਾ, ਕਿਤੇ ਨਾ ਕਿਤੇ ਆਪਣੇ ਗਿਰੇਬਾਨ 'ਚ ਵੀ ਅੱਖ ਜਾਂ ਨਿਗਾਹ ਨਹੀਂ ਮਾਰੇਗਾ, ਤੇ ਮੈਨੂੰ ਨਹੀਂ ਲੱਗਦਾ ਕੋਈ ਇਸ ਦਾ ਕੋਈ ਸਦੀਵੀ ਹੱਲ ਅਸੀਂ ਲੱਭ ਸਕਦੇ ਹਾਂ। ਅਸੀਂ ਇਹੋ ਜਿਹਾ ਪੰਜਾਬ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਜਿਸ ਦੇ ਵਿੱਚ ਉਹਨਾਂ ਦਾ ਕੱਲ੍ਹ ਵੀ, ਉਹਨਾਂ ਦਾ ਮੁਸਤਕਬਲ ਵੀ ਹਿਫਾਜ਼ਤ 'ਚ ਰਵੇ, ਪੰਜਾਬੀਅਤ ਵੀ ਹਿਫਾਜ਼ਤ 'ਚ ਰਵੇ। ਇਹੋ ਜਿਹਾ ਕੋਈ ਮੰਜ਼ਰ ਦਿਸਦਾ ਨਹੀਂ ਜੀ। ਇੱਕ ਗੱਲ ਹੈ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਆਉਣ ਵਾਲੀ ਪੀੜ੍ਹੀ ਦੇ ਆਪਣੇ ਉੱਦਮ ਦੇ ਉੱਤੇ, ਉਹਨਾਂ ਦੀ ਆਪਣੀ ਤਾਕਤ ਦੇ ਉੱਤੇ ਵੀ ਕੁਝ ਗੱਲਾਂ ਛੱਡੀਆਂ ਜਾ ਸਕਦੀਆਂ ਨੇ ਤੇ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਬਿਹਤਰ ਕੱਲ੍ਹ ਵੱਲ ਲੈ ਕੇ ਜਾਣਗੇ। ਮੈਂ ਤੁਹਾਡੇ ਕੋਲ ਵਾਪਸ ਆ ਰਿਹਾ। ਰੱਬੀ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਮੀਲਾਂ ਕੋਹਾਂ ਦਾ ਸਫ਼ਰ ਉਹਨਾਂ ਨੇ ਕਈ ਹਵਾਲਿਆਂ ਨਾਲ ਕੀਤਾ, ਤੇ ਰੱਬੀ ਨੇ ਕੁਝ ਗਾਣੇ ਇੱਦਾਂ ਦੇ ਗਾਏ ਨੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਕਿ ਵੀ ਉਹ ਪੰਜਾਬ ਲਈ ਮਾਇਨੇ ਰੱਖਦੇ ਨੇ, ਪਰ ਜਿਸ ਕਿਸਮ ਦੀ ਗਿਣਤੀ ਮਿਣਤੀ ਨਾਲ ਅੱਜ ਕੱਲ੍ਹ ਗਾਇਕ ਅਤੇ ਗੀਤਾਂ ਬਾਰੇ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਪੂਰੇ ਨਹੀਂ ਹੁੰਦੇ। ਉਹਨਾਂ ਨੇ ਇੱਕ ਗੀਤ ਉਹੀ ਸਾਨੂੰ ਸੁਣਾਉਣਾ ਹੈ, ਪਰ ਤੁਹਾਡੇ 'ਚੋਂ ਜਿਹੜੇ ਇਹ ਚਾਹਣ ਕਿ ਉਹਨਾਂ ਨੇ ਉਹ ਗੀਤ ਨਹੀਂ ਸੁਣਨਾ, ਉਹ ਆਪਣੀ ਚੋਣ ਕਰ ਸਕਦੇ ਨੇ, ਕਿਉਂਕਿ ਹੁਣ ਤੱਕ ਵੀ ਅਸੀਂ ਚੋਣ ਆਪ ਹੀ ਕੀਤੀ ਹੈ ਕਿ ਅਸੀਂ ਰੱਬੀ ਦਾ ਗੀਤ ਸੁਣਨਾ ਜਾਂ ਕਿਸੇ ਹੋਰ ਦਾ ਸੁਣਨਾ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਰੱਬੀ ਗੀਤ ਸੁਣਾਉਣਗੇ ਰੱਬੀ ਰਾਜ ਸਿੰਘ। ਕੁਝ ਗੱਲਾਂ ਕੌੜੀਆਂ, ਕੁਝ ਗੱਲਾਂ ਫਿੱਕੀਆਂ ਬਚੀਆਂ ਨਾ ਇੱਥੇ, ਗੱਲਾਂ ਕੋਈ ਮਿੱਠੀਆਂ ਬੈ ਹੋ ਜਾਣਦੀਆਂ, ਛਪੀਆਂ ਤਰੀਕਾਂ ਜਿਵੇਂ ਬੋਤਲਾਂ ਤੇ ਮੈਂ ਉੱਤੇ ਨਸੀਬਾਂ ਸੋਚਦਾ ਸੀ ਮਨ ਵਿੱਚ ਇਹੋ ਜਿਹਾ ਖਿਆਲ, ਪਾਉਣ ਲੱਗਾ ਰਾਜ ਸਿੰਘ ਗੱਲ ਵਿੱਚ ਫਾਹ, ਕਹੀ ਅਥਰੀ ਹਵਾ ਹੈ ਵਗੇ ਕਿੱਦਾਂ ਪੜ੍ਹ ਕੋ ਕਿਤਾਬੇ ਜ਼ਿੰਦਗੀ, ਇੱਥੇ ਖਿਲ ਰਹੇ ਨੇ ਸਾਰੇ ਸਫੇ, ਕੱਲ ਆਈ ਕੁੱਤੇ ਮੂਹੀ ਖਾ ਝੋਇਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ, ਖੇਤ ਕਉ ਖਾਈ।